ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਕਰਨਾ ਚਾਹਾਂਗਾ ਕਿ ਅਸੀਂ ਆਪਣੇ ਮਾਈਕ ਉਦੋਂ ਹੀ ਔਨ ਕਰੀਏ ਜਦੋਂ ਸਾਡੀ ਬੋਲਣ ਦੀ ਵਾਰੀ ਹੋਵੇ। ਇਸ ਨਾਲ ਪ੍ਰੋਗਰਾਮ ਦਾ ਸੰਚਾਲਨ ਆਸਾਨ ਹੋ ਜਾਏਗਾ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੈਂ ਡਾਕਟਰ ਧਰਮਜੀਤ ਤੁਹਾਡਾ ਸਾਰਿਆਂ ਦਾ ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਸਵਾਗਤ ਕਰਦਾ ਹਾਂ। ਇਹ ਪ੍ਰੋਗਰਾਮ ਡਾਇਸਪੋਰਾ ਅਧਿਐਨ ਕੇਂਦਰ ਅਤੇ ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਾਂਝੇ ਤੌਰ ਤੇ ਆਯੋਜਿਤ ਕਰ ਰਹੇ ਨੇ। ਅੱਜ ਦੀ ਸਾਡੀ ਇਹ ਖਾਸ ਵਿਚਾਰ ਚਰਚਾ ਰਾਸ਼ਟਰੀ ਇਨਾਮ ਜੇਤੂ ਪੰਜਾਬੀ ਫਿਲਮ ਚੰਨ ਪਰਦੇਸੀ ਦੇ 41 ਸਾਲਾਂ ਬਾਅਦ ਨਵੇਂ ਰੂਪ ਵਿੱਚ ਪਰਦਾਪੇਸ਼ ਹੋਣ ਨੂੰ ਸਮਰਪਿਤ ਹੈ। ਚਰਚਾ ਪੰਜਾਬੀ ਡਾਇਸਪੋਰਾ ਅਤੇ ਪੰਜਾਬੀ ਸਿਨੇਮਾ ਦੇ ਰਿਸ਼ਤੇ, ਇਤਿਹਾਸ ਅਤੇ ਭਵਿੱਖ ਨੂੰ ਸਮਝਣ ਦੀ ਇੱਕ ਕੋਸ਼ਿਸ਼ ਹੈ। ਇਸ ਵਿਚਾਰ ਚਰਚਾ ਵਿੱਚ ਸਾਡੇ ਨਾਲ ਮੌਜੂਦ ਹਨ ਪ੍ਰਸਿੱਧ ਚਿੰਤਕ ਪ੍ਰੋਫੈਸਰ ਪ੍ਰੀਤਮ ਸਿੰਘ ਜੀ, ਲੇਖਕ ਅਤੇ ਨਿਰਮਾਤਾ ਬਲਦੇਵ ਗਿੱਲ ਜੀ, ਫਿਲਮ ਨਿਰਦੇਸ਼ਕ ਚਿਤਰਾਰਥ ਸਿੰਘ ਜੀ, ਫਿਲਮ ਨਿਰਦੇਸ਼ਕ ਰਾਜੀਵ ਕੁਮਾਰ ਜੀ, ਫਿਲਮ ਨਿਰਮਾਤਾ ਡਾਕਟਰ ਚੰਨਨ ਸਿੰਘ ਸਿੱਧੂ ਜੀ ਅਤੇ ਫਿਲਮਕਾਰ ਸਿਮਰਨ ਸਿੱਧੂ ਜੀ। ਮੈਂ ਸਾਡੇ ਅੱਜ ਦੇ ਸਾਰੇ ਮਹਿਮਾਨਾਂ ਦਾ ਪ੍ਰੋਫੈਸਰ ਅਰਵਿੰਦ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਦਾ, ਪ੍ਰੋਫੈਸਰ ਸੁਜੀਤ ਸਿੰਘ ਮੁਖੀ ਪੰਜਾਬੀ ਵਿਭਾਗ, ਪ੍ਰੋਫੈਸਰ ਗੁਰਮੁਖ ਸਿੰਘ ਡਾਇਰੈਕਟਰ ਡਾਇਸਪੋਰਾ ਅਧਿਐਨ ਕੇਂਦਰ ਅਤੇ ਸਾਡੇ ਨਾਲ ਆਨਲਾਈਨ ਜੁੜੇ ਸਾਰੇ ਦੋਸਤਾਂ ਦਾ ਸਵਾਗਤ ਕਰਦਾ ਹਾਂ। ਮੈਂ ਦੱਸਣਾ ਚਾਹਾਂਗਾ ਕਿ ਅੱਜ ਦੀ ਸਾਡੀ ਇਹ ਵਿਚਾਰ ਚਰਚਾ ਦਾ ਸਿੱਧਾ ਪ੍ਰਸਾਰਣ ਪੰਜਾਬੀ ਵਿਭਾਗ ਦੇ YouTube ਚੈਨਲ ਤੋਂ ਕੀਤਾ ਜਾ ਰਿਹਾ ਹੈ। ਹੁਣ ਮੈਂ ਪ੍ਰੋਫੈਸਰ ਸੁਜੀਤ ਜੀ ਨੂੰ ਰਿਕੁਐਸਟ ਕਰਾਂਗਾ ਕਿ ਉਹ ਅੱਜ ਦੇ ਸਾਡੇ ਮਹਿਮਾਨਾਂ ਦਾ ਰਸਮੀ ਸਵਾਗਤ ਕਰਨ। ਪ੍ਰੋਫੈਸਰ ਸੁਜੀਤ ਸਿੰਘ ਜੀ। ਸ਼ੁਕਰੀਆ ਡਾਕਟਰ ਧਰਮਜੀਤ ਜੀ। ਬਹੁਤ ਹੀ ਸਤਿਕਾਰਯੋਗ ਸਾਡੇ ਵਾਈਸ ਚਾਂਸਲਰ ਪ੍ਰੋਫੈਸਰ ਅਰਵਿੰਦ ਜੀ, ਪ੍ਰੋਫੈਸਰ ਪ੍ਰੀਤਮ ਸਿੰਘ ਜੀ, ਪ੍ਰੋਫੈਸਰ ਡਾਕਟਰ ਚੰਨਨ ਸਿੰਘ ਸਿੱਧੂ ਜੀ, ਬਲਦੇਵ ਗਿੱਲ ਜੀ, ਚਿਤਰਾਰਥ ਸਿੰਘ ਜੀ, ਸਿਮਰਨ ਸਿੱਧੂ ਜੀ, ਰਾਜੀਵ ਜੀ, ਤੁਹਾਡਾ ਸਭ ਦਾ ਇਸ ਵਿਚਾਰ ਚਰਚਾ ਦੇ ਵਿੱਚ ਬਹੁਤ ਸਵਾਗਤ ਹੈ। ਮੈਨੂੰ ਖੁਦ ਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਮੈਂ ਇਸ ਚਰਚਾ ਦਾ ਹਿੱਸਾ ਬਣ ਰਿਹਾ, ਜਿਹੜੀ 41 ਸਾਲਾਂ ਬਾਅਦ ਉਹ ਫਿਲਮ ਮੁੜ ਰਿਲੀਜ਼ ਹੋ ਰਹੀ ਹੈ ਨਵੇਂ ਰੂਪ ਦੇ ਵਿੱਚ, ਜਿਸ ਫਿਲਮ ਨੇ ਸਾਡੇ ਸਾਰਿਆਂ ਦੇ ਮਨ ਮਸਤਕ ਦੇ ਉੱਪਰ ਗਹਿਰੀ ਛਾਪ ਛੱਡੀ ਹੈ। ਤੇ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਇਸ ਫਿਲਮ ਦੇ ਨਿਰਮਾਣ ਨਾਲ ਜੁੜੇ ਹੋਏ ਜਿਹੜੇ ਮੁੱਖ ਸਾਡੇ ਨਿਰਮਾਤਾ ਨਿਰਦੇਸ਼ਕ ਨੇ ਉਹ ਇਸ ਸਮੇਂ ਸਾਡੇ ਨਾਲ ਮੌਜੂਦ ਨੇ। ਤੇ ਨਾਲ ਦੀ ਨਾਲ ਇਸ ਬਾਰੇ ਚਰਚਾ ਕਰਨ ਵਾਸਤੇ ਸਾਡੇ ਕੋਲ ਦੋ ਫਿਲਮਕਾਰ ਸਿਮਰਨ ਸਿੱਧੂ ਜੀ ਤੇ ਰਾਜੀਵ ਜੀ ਉਹ ਵੀ ਸਾਡੇ ਨਾਲ ਜੁੜੇ ਹੋਏ ਨੇ। ਤੇ ਮੈਨੂੰ ਪੂਰੀ ਉਮੀਦ ਹੈ ਕਿ ਇਸ ਫਿਲਮ ਦੇ ਬਾਰੇ ਜੋ ਸਾਡੀ ਇਹ ਚਰਚਾ ਹੋਊਗੀ ਇਹ ਲਾਜ਼ਮੀ ਤੌਰ ਤੇ ਫਿਲਮ ਦੇ ਅਰਥਾਂ ਨੂੰ ਤੇ ਉਸ ਦੇ ਸੁਹਜ ਨੂੰ, ਜਿਸ ਤਰ੍ਹਾਂ ਦੀ ਉਹਦੀ ਬਣਤਰ ਹੈ, ਉਸ ਨੂੰ ਲੋਕਾਂ ਤੱਕ ਇੱਕ ਤਰ੍ਹਾਂ ਨਾਲ ਮੁੜ ਸੰਚਾਰਿਤ ਕਰਨ ਦੇ ਵਿੱਚ ਯੋਗਦਾਨ ਪਾਊਗੀ। ਇਸ ਫਿਲਮ ਦੇ ਬਾਰੇ ਚਰਚਾਵਾਂ ਵੀ ਹੋਣਗੀਆਂ, ਉਹ ਅਖਬਾਰਾਂ ਦੇ ਵਿੱਚ ਵੀ ਹੋਣਗੀਆਂ, ਉਹ ਸੋਸ਼ਲ ਮੀਡੀਆ ਦੇ ਉੱਪਰ ਵੀ ਹੋਣਗੀਆਂ, ਤੇ ਜਿਹੜਾ ਟ੍ਰੈਡੀਸ਼ਨਲ ਸਾਡਾ ਟੀਵੀ ਚੈਨਲਸ ਨੇ ਉਹਨਾਂ ਦੇ ਉੱਪਰ ਵੀ ਬਹੁਤ ਸਾਰੀਆਂ ਚਰਚਾਵਾਂ ਹੋਣਗੀਆਂ। ਪਰ ਪੰਜਾਬੀ ਡਾਇਸਪੋਰਾ ਸੈਂਟਰ ਤੇ ਪੰਜਾਬੀ ਵਿਭਾਗ ਨੇ ਪਹਿਲ ਕੀਤੀ ਹੈ, ਮੈਨੂੰ ਇਸ ਗੱਲ ਦੀ ਨਿੱਜੀ ਤੌਰ ਤੇ ਬਹੁਤ ਪ੍ਰਸੰਨਤਾ ਹੈ। ਮੈਂ ਇਸ ਮੌਕੇ ਤੁਹਾਡੇ ਸਭ ਦਾ ਇੱਥੇ ਸਵਾਗਤ ਕਰਦਾ, ਵਾਈਸ ਚਾਂਸਲਰ ਪ੍ਰੋਫੈਸਰ ਅਰਵਿੰਦ ਜੀ ਵੱਲੋਂ, ਡਾਇਸਪੋਰਾ ਸੈਂਟਰ ਵੱਲੋਂ ਤੇ ਪੰਜਾਬੀ ਵਿਭਾਗ ਵੱਲੋਂ, ਤੇ ਇਸ ਉਮੀਦ ਨਾਲ ਕਿ ਅਸੀਂ ਸਾਰੇ ਇਸ ਚਰਚਾ ਦੇ ਵਿੱਚੋਂ ਬਹੁਤ ਕੁਝ ਨਾਲ ਲੈ ਕੇ ਜਾਵਾਂਗੇ। ਖਾਸ ਕਰਕੇ ਮੇਰੇ ਵਰਗੇ ਜਿਹੜੇ ਲੋਕ ਨੇ ਜਿਹੜੇ ਫਿਲਮ ਐਸਥੈਟਿਕਸ ਨਾਲ ਉਨੇ ਗਹਿਰੇ ਰੂਪ ਦੇ ਵਿੱਚ ਨਹੀਂ ਜੁੜੇ ਹੋਏ ਜਿੰਨੇ ਸਾਡੇ ਗੁਰਮੁਖ ਹੋਣੀ ਜੁੜੇ ਹੋਏ ਨੇ, ਤੇ ਅਸੀਂ ਸਾਰੇ ਇਸ ਦੇ ਵਿੱਚੋਂ ਲਾਭ ਉਠਾਵਾਂਗੇ। ਤੇ ਜਿੰਨੇ YouTube ਦੇ ਉੱਪਰ ਸਾਡੇ ਨਾਲ ਲਾਈਵ ਜੁੜੇ ਹੋਏ ਸਾਡੇ ਦਰਸ਼ਕ ਨੇ, ਸਰੋਤੇ ਨੇ, ਉਹ ਸਾਰੇ ਵੀ ਇਸ ਚਰਚਾ ਨੂੰ ਹਮੇਸ਼ਾ ਯਾਦ ਰੱਖਣਗੇ। ਇਹਨਾਂ ਸ਼ਬਦਾਂ ਨਾਲ ਤੁਹਾਡਾ ਬਹੁਤ ਬਹੁਤ ਸਵਾਗਤ। ਧੰਨਵਾਦ ਪ੍ਰੋਫੈਸਰ ਸੁਰਜੀਤ ਜੀ। ਹੁਣ ਮੈਂ ਪ੍ਰੋਫੈਸਰ ਅਰਵਿੰਦ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਨੂੰ ਰਿਕੁਐਸਟ ਕਰਾਂਗਾ ਕਿ ਉਹ ਆਪਣੇ ਉਦਘਾਟਨੀ ਸ਼ਬਦ ਸਾਡੇ ਨਾਲ ਸਾਂਝੇ ਕਰਨ। ਪ੍ਰੋਫੈਸਰ ਅਰਵਿੰਦ। ਮਾਈਕ ਅਨਮਿਊਟ ਕਰ ਲਓ ਜੀ ਸਰ। ਅਨਮਿਊਟ। ਆਵਾਜ਼ ਨਹੀਂ ਆ ਰਹੀ ਜੀ ਸਰ, ਆਡੀਬਲ ਨਹੀਂ ਹੈ। ਹੁਣ ਆ ਰਹੀ ਜੀ ਆਵਾਜ਼? ਹਾਂਜੀ, ਹੈਲੋ, ਆ ਗਈ ਸਰ, ਆ ਗਈ ਜੀ। ਹਾਂਜੀ ਹਾਂਜੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਜਿਹੜਾ ਇਹਨੂੰ ਬਣਾਉਣ ਦਾ ਮੰਤਵ ਸੀ ਉਹ ਪੰਜਾਬੀ ਭਾਸ਼ਾ ਤੇ ਪੰਜਾਬੀ ਸੱਭਿਆਚਾਰ ਨੂੰ ਸੰਭਾਲਣਾ ਤੇ ਅੱਗੇ ਵਧਾਉਣ ਦਾ ਇਹਦਾ ਮਨਸ਼ਾ ਸੀ।
ਔਰ ਉਹਦੇ ਲਈ ਲੰਬੇ ਸਮੇਂ ਤੋਂ ਯੂਨੀਵਰਸਿਟੀ ਕੰਮ ਕਰਦੀ ਆ ਰਹੀ ਹੈ। 2021 ਚ ਅਸੀਂ ਬਹੁਤ ਸਾਰੀਆਂ ਪਹਿਲ ਕਦਮੀਆਂ ਕੀਤੀਆਂ, ਭਾਵੇਂ ਉਹ ਪੰਜਾਬੀ ਸੌਫਟਵੇਅਰ ਦੀਆਂ ਹੋਣ ਜਾਂ ਉਹ ਹੋਰ ਕਈ ਕਿਸਮ ਦੀਆਂ ਹੋਣ। ਕੋਵਿਡ ਤੋਂ ਬਾਅਦ ਅਸੀਂ ਜਿਹੜੀ ਗੱਲ ਸ਼ੁਰੂ ਕੀਤੀ ਕਿ ਪੰਜਾਬੀ ਨੂੰ ਸਮੇਂ ਦੇ ਹਾਣ ਦੀ ਬਣਾਉਣਾ, ਪੰਜਾਬੀ ਨੂੰ ਇੱਕ ਕਿਸਮ ਦਾ ਦੁਬਾਰਾ ਫੋਰਫਰੰਟ ਤੇ ਲਿਆਉਣਾ ਤੇ ਪੰਜਾਬੀ ਸੱਭਿਆਚਾਰ ਨੂੰ ਸੰਭਾਲਣਾ ਤੇ ਅੱਗੇ ਵਧਾਉਣਾ। ਸੋ ਇਹਦੇ ਵਿੱਚ ਜਿਹੜੇ ਵੱਖ-ਵੱਖ ਉਪਰਾਲੇ ਅਸੀਂ ਕੀਤੇ, ਉਹਨਾਂ ਚੋਂ ਇੱਕ ਇਹ ਸੀ ਕਿ ਡਾਇਸਪੋਰਾ ਸੈਂਟਰ ਜਿਹੜਾ ਬੰਦ ਹੋਇਆ ਸੀ, ਇਹਨੂੰ ਦੁਬਾਰਾ ਚਾਲੂ ਕੀਤਾ ਜਾਵੇ ਤੇ ਇਹਨੂੰ ਐਜ਼ ਅ ਜ਼ੀਰੋ ਬਜਟ ਪ੍ਰੋਜੈਕਟ ਅਸੀਂ ਦੁਬਾਰਾ ਚਾਲੂ ਕਰ ਰਿਹਾ। ਇਹ ਵੀ ਗੱਲ ਹੁੰਦੀ ਹੈ ਕਿ ਮੈਂ ਪੁੱਛਿਆ ਸੀ ਬੰਦ ਕਿਉਂ ਹੋਇਆ, ਕਹਿੰਦੇ ਬੰਦ ਤਾਂ ਹੋਇਆ ਕਿ ਪੈਸੇ ਆਉਣੇ ਬੰਦ ਹੋ ਗਏ। ਮੈਂ ਕਿਹਾ ਚਲੋ ਆਪਾਂ ਉਹ ਕੰਮ ਤਾਂ ਕਰ ਲਈਏ ਜਿਹੜੇ ਪੈਸਿਆਂ ਤੋਂ ਬਗੈਰ ਕੀਤੇ ਜਾ ਸਕਦੇ ਆ, ਤੇ ਬਹੁਤ ਸਾਰੇ ਇਹੋ ਜਿਹੇ ਕੰਮ ਨਿਕਲ ਆਏ ਤੇ ਡਾਇਸਪੋਰਾ ਸੈਂਟਰ ਨੇ ਪਿਛਲੇ 1 ਸਾਲ 'ਚ ਵੱਖ-ਵੱਖ ਕਿਸਮ ਦੇ ਪ੍ਰੋਗਰਾਮ ਕਰਾ ਕੇ ਇਹ ਸਾਬਤ ਕਰ ਦਿੱਤਾ ਕਿ ਇੱਕ ਬਹੁਤ ਵਧੀਆ ਕੰਮ ਇਸ ਸੈਂਟਰ ਰਾਹੀਂ ਕੀਤਾ ਜਾ ਸਕਦਾ ਹੈ। ਇਹਦੇ ਨਾਲ ਹੀ ਹੁਣ ਅਸੀਂ ਇੱਕ ਹੋਰ ਜਿਹੜਾ ਕੰਮ ਬੰਦ ਹੋਇਆ ਸੀ ਕਿ ਯੂਨੀਵਰਸਿਟੀ ਦੇ ਐਲੂਮਨੀ ਨੂੰ ਨਾਲ ਜੋੜਨਾ, ਉਹਦੇ ਲਈ ਡੀਨ ਐਲੂਮਨੀ ਵੀ ਅਪਾਇੰਟ ਹੋ ਗਏ ਨੇ ਤੇ ਉਹ ਵੀ ਆਪਣਾ ਕੰਮ ਬਾਖੂਬੀ ਕਰ ਰਹੇ ਨੇ। ਔਰ ਮੈਂ ਚਾਹਾਂਗਾ ਕਿ ਡਾਇਸਪੋਰਾ ਦੇ ਵਿੱਚ ਜਿਹੜੇ ਸਾਡੇ ਐਲੂਮਨੀ ਨੇ ਉਹ ਡਾਇਸਪੋਰਾ ਸੈਂਟਰ ਤੇ ਐਲੂਮਨੀ ਕੇ ਜਿਹੜਾ ਡੀਨ ਐਲੂਮਨੀ ਦਾ ਆਫਿਸ ਹੈ ਉਹਨਾਂ ਦੇ ਰਾਹੀਂ ਯੂਨੀਵਰਸਿਟੀ ਨਾਲ ਜੁੜਨ, ਕਿਉਂਕਿ ਨਾਰਾ ਮੈਂ ਇਹ ਦਿੱਤਾ ਸੀ ਕਿ ਪੰਜਾਬੀ ਯੂਨੀਵਰਸਿਟੀ ਪੰਜਾਬੀਆਂ ਦੀ ਹੈ ਤੇ ਜਿੰਨਾ ਚਿਰ ਪੰਜਾਬੀ ਹੈਗੇ ਆ ਪੰਜਾਬੀ ਯੂਨੀਵਰਸਿਟੀ ਨੂੰ ਕੋਈ ਖਤਰਾ ਨਹੀਂ, ਇਹ ਬੰਦ ਨਹੀਂ ਹੋ ਸਕਦੀ, ਇਹ ਚੱਲਦੀ ਰਹੇਗੀ ਜੇ ਪੰਜਾਬੀਆਂ ਨਾਲ ਤੇ ਪੰਜਾਬੀ ਨਾਲ ਜੁੜੀ ਰਹੇਗੀ। ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿਣਗੀਆਂ, ਵਾਈਸ ਚਾਂਸਲਰ ਆਉਂਦੇ ਜਾਂਦੇ ਰਹਿਣਗੇ। ਸੋ ਮੈਨੂੰ ਬੜੀ ਖੁਸ਼ੀ ਹੈ ਕਿ ਅੱਜ ਚੰਨ ਪਰਦੇਸੀ ਫਿਲਮ ਤੇ ਪ੍ਰੋਗਰਾਮ ਹੋ ਰਿਹਾ ਹੈ ਜਿਹਦੇ 'ਚ ਸਾਡਾ ਪੰਜਾਬੀ ਵਿਭਾਗ ਤੇ ਡਾਇਸਪੋਰਾ ਸੈਂਟਰ ਦੋਵੇਂ ਹੀ ਇਹ ਰਲ ਕੇ ਕਰਾ ਰਹੇ ਹਨ। ਔਰ ਸਾਡੇ ਕੋਲ ਬਹੁਤ ਸਾਰੇ ਉਹ ਵਿਦਵਾਨ, ਬਹੁਤ ਸਾਰੇ ਉਹ ਹੋਰ ਫਿਲਮ ਨਾਲ ਜੁੜੇ ਹੋਏ ਲੋਕ ਇਹਦੇ 'ਚ ਸ਼ਾਮਲ ਹੋ ਰਹੇ ਹਨ ਔਰ ਇਹ ਬੜੀ ਲੋੜ ਹੈ। ਮੈਂ ਬਾਰ-ਬਾਰ ਇਹ ਕਹਿੰਦਾ ਆ ਰਿਹਾ ਕਿ ਅਸੀਂ ਅੱਗੇ ਵੱਲ ਜੇ ਵੇਖਣਾ ਹੈ ਤੇ ਨਾਲ ਸਾਨੂੰ ਪਿੱਛੇ ਵੱਲ ਵੀ ਵੇਖਣਾ ਪਏਗਾ ਤੇ ਪਿੱਛੇ ਝਾਤ ਮਾਰ ਕੇ ਉਹਨਾਂ ਚੀਜ਼ਾਂ ਵੱਲ ਵੇਖਣਾ ਪਏਗਾ ਜਿਨ੍ਹਾਂ ਨੂੰ ਅਸੀਂ ਅੱਗੇ ਵਧਾਉਣਾ ਹੈ, ਉਹਨਾਂ ਵੱਲ ਵੀ ਵੇਖਣਾ ਪਏਗਾ ਜਿਨ੍ਹਾਂ ਨੂੰ ਅਸੀਂ ਅੱਗੇ ਨਹੀਂ ਵਧਾਉਣਾ, ਕਿਉਂਕਿ ਜਿਹੜਾ ਸਾਡਾ ਪਿਛੋਕੜ ਹੈ ਉਹਦੀ ਪੜਚੋਲ ਉਹਨੂੰ ਐਵੇਂ ਵੀ ਅਪਣਾਈ ਜਾਣਾ। ਪਿਛੋਕੜ 'ਚ ਸਾਡੇ ਪਿਛੋਕੜ 'ਚ ਜਾਤ ਪਾਤ ਵੀ ਹੈ, ਸਾਡੇ ਪਿਛੋਕੜ 'ਚ ਔਰਤਾਂ ਨਾਲ ਅਨਿਆਏ ਵੀ ਹੈ, ਸਾਡੇ ਪਿਛੋਕੜ 'ਚ ਬਹੁਤ ਚੀਜ਼ਾਂ ਨੇ ਜਿਨ੍ਹਾਂ ਨੂੰ ਛੱਡਣ ਦੀ ਲੋੜ ਹੈ, ਪਰ ਸਾਡੇ ਪਿਛੋਕੜ 'ਚ ਉਹ ਵੀ ਬਹੁਤ ਚੀਜ਼ਾਂ ਨੇ ਜਿਨ੍ਹਾਂ ਨੂੰ ਅਪਣਾਉਣ ਤੇ ਅੱਗੇ ਵਧਾਉਣ ਦੀ ਲੋੜ ਹੈ। ਤੇ ਜਿਹੜੀਆਂ ਚੰਗੀਆਂ ਫਿਲਮਾਂ ਪਿੱਛੇ ਬਣੀਆਂ, ਖਾਸ ਕਰਕੇ ਕਿਉਂਕਿ ਮੈਨੂੰ ਵੀ ਯਾਦ ਹੈ ਮੇਰੀ ਉਮਰ ਦੇ ਗੇੜ ਦੇ ਹਿਸਾਬ ਨਾਲ ਕਿ ਚੰਨ ਪਰਦੇਸੀ ਜਦੋਂ ਫਿਲਮ ਬਣੀ ਤੇ ਉਹ ਬਹੁਤ ਪਪੂਲਰ ਹੋਈ, ਪੰਜਾਬੀ ਸਿਨੇਮਾ 'ਚੋਂ ਇੱਕ ਕਿਸਮ ਦੀ ਇੱਕ ਨਵੀਂ ਪੁਲਾਂਘ ਸੀ ਔਰ ਜਿੰਨੀ ਉਹ ਚੱਲੀ ਤੇ ਜਿੰਨੀ ਉਹਦੀ ਚਰਚਾ ਹੋਈ ਸ਼ਾਇਦ ਹੀ ਉਸ ਸਮੇਂ 'ਚ ਕਿਸੇ ਹੋਰ ਫਿਲਮ ਦੀ ਹੋਈ ਹੋਵੇ। 41 ਸਾਲ ਬਾਅਦ ਅੱਜ ਫਿਰ ਉਹਦੇ ਤੇ ਗੱਲਬਾਤ ਕਰਨੀ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਸਾਰਾ ਪ੍ਰੋਗਰਾਮ ਜੇ ਮੈਂ ਨਾ ਵੀ ਅਟੈਂਡ ਕਰ ਸਕਿਆ ਤੇ ਫਿਰ ਮੈਂ ਇਹਦੀ ਰਿਕਾਰਡਿੰਗ ਜਿਹੜੀ ਹੈ ਉਹ ਜ਼ਰੂਰ ਸੁਣਾਂਗਾ, ਕਿਉਂਕਿ ਮੈਂ ਵੀ ਵੇਖਣਾ ਚਾਹੁੰਦਾ ਕਿ 41 ਸਾਲ ਬਾਅਦ ਨਵੀਂ ਰਿਲੀਜ਼ ਤੇ ਕੀ ਚਰਚਾ ਅੱਜ ਤੁਸੀਂ ਸਭ ਨੇ ਕੀਤੀ। ਬਹੁਤ ਸਾਰੇ ਵਿਦਵਾਨ ਜੁੜੇ ਨੇ, ਉਹਨਾਂ ਦਾ ਮੈਂ ਧੰਨਵਾਦੀ ਹਾਂ ਤੇ ਇਹਨਾਂ ਸ਼ਬਦਾਂ ਨਾਲ ਹੀ ਮੈਂ ਪ੍ਰੋਗਰਾਮ ਨੂੰ ਅੱਗੇ ਵਧਾਉਣ ਲਈ ਕਹਿਣਾ ਤੇ ਸਾਰੇ ਜੁੜੇ ਹੋਏ ਸੱਜਣਾਂ ਨੂੰ ਇਹ ਵੀ ਕਹਾਂਗਾ ਕਿ ਉਹ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਗਰਾਮਾਂ ਨਾਲ ਜੁੜਦੇ ਰਹਿਣ ਤੇ ਯੂਨੀਵਰਸਿਟੀ ਨਾਲ ਵੀ ਜੁੜਨ, ਕਿਉਂਕਿ ਇਸ ਜੁੜਾਵ ਦੀ ਯੂਨੀਵਰਸਿਟੀ ਨੂੰ ਤੇ ਪੰਜਾਬੀਆਂ ਨੂੰ ਦੋਵਾਂ ਨੂੰ ਹੀ ਬੜੀ ਲੋੜ ਹੈ। ਧੰਨਵਾਦ। ਥੈਂਕਸ ਪ੍ਰੋਫੈਸਰ ਅਰਵਿੰਦ। ਮੈਂ ਹੁਣ ਪ੍ਰੋਫੈਸਰ ਗੁਰਮੁਖ ਡਾਇਰੈਕਟਰ ਡਾਇਸਪੋਰਾ ਅਧਿਐਨ ਕੇਂਦਰ ਨੂੰ ਬੇਨਤੀ ਕਰਦਾ ਕਿ ਉਹ ਪ੍ਰੋਗਰਾਮ ਦੇ ਸੰਚਾਲਨ ਨੂੰ ਅੱਗੇ ਤੋਰਨ। ਪ੍ਰੋਫੈਸਰ ਗੁਰਮੁਖ। ਸ਼ੁਕਰੀਆ ਧਰਮਜੀਤ। ਪਹਿਲਾਂ ਮੇਰੇ ਵੱਲੋਂ ਵਾਈਸ ਚਾਂਸਲਰ ਸਮੇਤ ਸਭ ਨੂੰ ਦਰਜਾ ਬਦਰਜਾ ਸਤਿਕਾਰ। ਬਿਨਾਂ ਵਕਤ ਗਵਾਇਆ ਆਪਾਂ ਡਿਸਕਸ਼ਨ ਦਾ ਦੌਰ ਸ਼ੁਰੂ ਕਰਦੇ ਹਾਂ ਤੇ ਡਿਸਕਸ਼ਨ ਆਪਾਂ ਇਸ ਤਰ੍ਹਾਂ ਕਰਾਂਗੇ ਕਿ ਇੱਕ ਪਹਿਲਾਂ ਸਵਾਲਾਂ ਦਾ ਦੌਰ ਹੋਊਗਾ, ਤੁਸੀਂ ਉਹਨਾਂ ਸਵਾਲਾਂ ਨੂੰ ਲੈ ਕੇ ਆਪਣੀ ਮੁੱਢਲੀ ਪ੍ਰਤੀਕਿਰਿਆ 5-7-8 ਮਿੰਟ ਦੇ ਵਿੱਚ ਦੇ ਦੇਣੀ ਆ। ਫਿਰ ਜਿਹੜੇ ਉਸ ਦੇ ਵਿੱਚੋਂ ਸਵਾਲ ਹੋਰ ਉਭਰਨਗੇ ਉਹ ਆਪਾਂ ਅਗਲੀ ਦੌਰ ਦੇ ਵਿੱਚ ਲਵਾਂਗੇ। ਤੇ ਇਹ ਵੀ ਆ ਕਿ ਤੁਸੀਂ ਕੇਵਲ ਮੈਂ ਹੀ ਸਵਾਲ ਨਹੀਂ ਪੁੱਛਣੇ, ਜੇ ਤੁਹਾਨੂੰ ਲੱਗੇ ਕਿ ਤੁਸੀਂ ਇੱਕ ਦੂਜੇ ਤੋਂ ਕੋਈ ਗੱਲ ਪੁੱਛਣੀ ਚਾਹੁੰਦੇ ਹੋ ਤਾਂ ਪਲੀਜ਼ ਤੁਸੀਂ ਬੇਝਿਜਕ ਉਸ ਨੂੰ ਪੁੱਛ ਲੈਣਾ। ਉਸ ਨਾਲ ਕੁਝ ਗੱਲਾਂ ਜਿਹੜੀਆਂ ਸ਼ਾਇਦ ਮੇਰੇ ਮਨ 'ਚ ਨਾ ਹੋਣ ਉਹ ਉੱਭਰ ਕੇ ਸਾਹਮਣੇ ਆ ਜਾਣ ਤੇ ਇਹ ਚਰਚਾ ਵੱਧ ਫਾਇਦੇਮੰਦ ਹੋ ਸਕਦੀ ਹੈ। ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਸਮਕਾਲੀ ਪੰਜਾਬੀ ਸਿਨੇਮਾ ਦੇ ਦੌਰ ਦੇ ਵਿੱਚ ਇੱਕ ਬਹੁਤ ਹੀ ਖਾਸ ਵਾਪਰਨ ਵਾਲੀ ਘਟਨਾ ਚੰਨ ਪਰਦੇਸੀ ਦਾ ਰਿਲੀਜ਼ ਹੋਣਾ। ਇਹ ਇਸ ਤਰ੍ਹਾਂ ਦੀ ਗੱਲ ਆ ਕਿ ਜਿਵੇਂ ਅਸੀਂ ਬੀਤੇ ਸਮੇਂ ਨੂੰ ਵਰਤਮਾਨ ਦੇ ਵਿੱਚ ਲਿਆ ਕੇ ਸਥਿਤ ਕਰਤਾ ਹੋਵੇ। ਤਾਂ ਉਹਦੇ ਨਾਲ ਇਹ ਸਵਾਲ ਖੜਾ ਹੋ ਜਾਂਦਾ ਕਿ ਇਹ ਫਿਲਮ ਵਰਤਮਾਨ ਦੇ ਸਿਨੇਮੇ ਨੂੰ ਵੀ ਕੋਈ ਨਵਾਂ ਰੂਪ ਦਊਗੀ
ਕਿ ਇਹ ਦਰਸ਼ਕ ਦੀ ਜਿਹੜੀ ਐਸਥੈਟਿਕਸ ਆ, ਦੇਖਣ ਦੀ ਸੋਚ ਆ, ਉਹਨੂੰ ਵੀ ਤਬਦੀਲ ਕਰੂਗੀ ਕਿ ਇਸ ਤਰ੍ਹਾਂ ਦਾ ਸਿਨੇਮਾ ਜਾਂ ਇਸ ਤਰ੍ਹਾਂ ਦੀ ਸ਼ਿੱਦਤ ਨਾਲ ਬਣਨ ਵਾਲਾ ਸਿਨੇਮਾ ਫਿਰ ਸਾਹਮਣੇ ਆਊਗਾ ਇਸ ਫਿਲਮ ਦੀ ਜਾਗ ਨਾਲ? ਜਾਂ ਇਹ ਵੀ ਸਵਾਲ ਖੜਾ ਹੁੰਦਾ ਕਿ ਇਸ ਫਿਲਮ ਦਾ ਜਿਹੜਾ ਨਵਾਂ ਰੂਪ ਆ ਉਹ ਡਾਇਸਪੋਰੇ ਦੇ ਵਿੱਚੋਂ ਨਿਕਲ ਕੇ ਆਇਆ, ਜਿਹੜੇ ਸਾਡੇ ਪੰਜਾਬੀ ਬਾਹਰ ਬੈਠੇ ਆ ਉਹਨਾਂ ਨੇ ਇਹ ਪਹਿਲ ਕਦਮੀ ਕੀਤੀ ਹੈ, ਤਾਂ ਇਹ ਜੜਾਓ ਕਿਸ ਤਰ੍ਹਾਂ ਦਾ ਹੋਊਗਾ? ਮੈਂ ਆਪਣੀ ਗੱਲ ਇੱਥੋਂ ਹੀ ਸ਼ੁਰੂ ਕਰਨੀ ਚਾਹਾਂਗਾ ਤੇ ਪ੍ਰੋਫੈਸਰ ਪ੍ਰੀਤਮ ਸਿੰਘ ਹੋਰਾਂ ਤੋਂ ਇਹ ਪੁੱਛਣਾ ਚਾਹੂੰਗਾ ਕਿ ਜਦੋਂ ਇਹ ਹੁਣ ਫਿਲਮ 41 ਸਾਲਾਂ ਬਾਅਦ ਰਿਲੀਜ਼ ਹੋ ਰਹੀ ਆ ਤੇ ਇਸ ਦਾ ਚੱਕਣ ਵਾਲੇ, ਇਸ ਨੂੰ ਰਿਲੀਜ਼ ਕਰਨ ਲਈ ਹਿੰਮਤ ਕਰਨ ਵਾਲੇ ਨਵੇਂ ਰੂਪ ਦੇ ਵਿੱਚ ਉਹ ਇੰਗਲੈਂਡ ਦੇ ਵਿੱਚੋਂ ਨੇ ਡਾਕਟਰ ਚਾਨਣ ਸਿੰਘ ਸਿੱਧੂ ਤੇ ਡਾਕਟਰ ਸਿਮਰਨ ਹੋਰੀ, ਤੁਸੀਂ ਕੀ ਸੋਚਦੇ ਹੋ ਕਿ ਪੰਜਾਬੀ ਡਾਇਸਪੋਰੇ ਦਾ ਪੰਜਾਬੀ ਸਿਨੇਮੇ ਨਾਲ ਇੱਧਰਲੇ ਪੰਜਾਬ ਨਾਲ ਕਿਸ ਤਰ੍ਹਾਂ ਦਾ ਰਿਸ਼ਤਾ ਚੰਨ ਪਰਦੇਸੀ ਦੇ ਹਵਾਲੇ? ਪ੍ਰੋਫੈਸਰ ਪ੍ਰੀਤਮ ਸਿੰਘ। ਹਾਂਜੀ, ਥੈਂਕ ਯੂ ਡਾਕਟਰ ਗੁਰਮੁਖ ਸਿੰਘ ਔਰ ਵਾइस ਚਾਂਸਲਰ ਸਾਹਿਬ ਦਾ ਵੀ ਔਰ ਪ੍ਰੋਫੈਸਰ ਸੁਜੀਤ ਹੋਰਾਂ ਦਾ ਵੀ ਥੈਂਕਸ ਕਿ ਬਹੁਤ ਹੀ ਚੰਗੀ ਗੱਲ ਹੈ ਕਿ ਪੰਜਾਬੀ ਯੂਨੀਵਰਸਿਟੀ ਜਿਹੜੀ ਪੰਜਾਬੀ ਜ਼ਬਾਨ ਨੂੰ ਔਰ ਪੰਜਾਬੀ ਸੱਭਿਆਚਾਰ ਨੂੰ ਪ੍ਰਮੋਟ ਕਰਨ ਲਈ ਬਣੀ ਹੈ, ਉਹ ਇਸ ਮੌਕੇ ਤੇ ਜਿਹੜੀ 41 ਸਾਲਾਂ ਬਾਅਦ ਇੱਕ ਮਾਈਲਸਟੋਨ ਸੀ ਪੰਜਾਬੀ ਫਿਲਮ ਚੰਨ ਪਰਦੇਸੀ, ਉਹਦੇ ਨਵੇਂ ਰਿਲੀਜ਼ ਹੋਣ ਤੇ ਉਹਨਾਂ ਨੇ ਬੜਾ ਉਦਮ ਕੀਤਾ। ਔਰ ਮੈਂ ਇਹਦੇ 'ਚ ਇੱਕ ਪਹਿਲਾਂ ਪਰਸਨਲ ਗੱਲ ਸ਼ੇਅਰ ਕਰ ਲਾਂ ਕਿ ਇਹ ਮੈਂ ਫਿਲਮ ਪਹਿਲਾਂ ਜਦੋਂ ਚੰਡੀਗੜ੍ਹ ਪੜ੍ਹਾਉਂਦਾ ਸੀ ਪੰਜਾਬ ਯੂਨੀਵਰਸਿਟੀ 'ਚ ਉਦੋਂ ਦੇਖੀ ਸੀ 41 ਸਾਲ ਪਹਿਲਾਂ, ਤੇ ਹੁਣ ਮੈਂ 14 ਮਈ ਨੂੰ ਜਦੋਂ ਪ੍ਰੀਮੀਅਰ ਹੋਇਆ ਇੱਥੇ ਲੰਡਨ ਦੇ ਵਿੱਚ ਤਾਂ ਸਿਮਰਨ ਨੇ ਮੈਨੂੰ ਇਨਵਾਈਟ ਕੀਤਾ ਤੇ ਮੈਂ ਉੱਥੇ ਦੇਖੀ ਆਪਣੀ ਬੇਟੀ ਨਾਲ, ਜੋ ਵੀ ਫਿਲਮਾਂ 'ਚ ਦਿਲਚਸਪੀ ਲੈਂਦੀ ਹੈ, ਤਾਂ ਮੈਂ ਵੀ ਇੱਕ ਨਵੇਂ ਰੂਪ 'ਚ ਦੇਖੀ ਇਸ ਫਿਲਮ ਨੂੰ। ਉੱਥੇ ਜਿਹੜੀ ਆਡੀਅנס ਵੀ ਵੱਖਰੀ ਸੀਗੀ ਤੇ ਇਹ ਵੀ ਬੜਾ ਇੱਕ ਇੰਟਰਸਟਿੰਗ ਐਕਸਪੀਰੀਅੰਸ ਸੀਗਾ ਕਿ ਪਹਿਲਾਂ ਤੁਸੀਂ ਫਿਲਮ ਨੂੰ ਇੰਡੀਆ 'ਚ ਦੇਖਦੇ ਹੋ, ਫਿਰ ਫਿਲਮ ਉਸ ਨੂੰ ਨਵੇਂ ਰੂਪ 'ਚ ਤੁਸੀਂ ਡਾਇਸਪੋਰਾ 'ਚ ਦੇਖਦੇ ਹੋ। ਮੈਂ ਆਪਣਾ ਜਿਹੜਾ ਕਮੈਂਟ ਹੈ, ਜਿਸ ਤਰ੍ਹਾਂ ਗੁਰਮੁਖ ਹੋਰਾਂ ਨੇ ਰਿਕੁਐਸਟ ਕੀਤੀ ਹੈ, ਮੈਂ ਡਾਇਸਪੋਰਾ ਦੇ ਇਸ਼ੂ ਤੇ ਹੀ ਰੱਖਾਂਗਾ। ਇੱਕ ਡਾਇਸਪੋਰਾ ਬਾਰੇ ਜਾਂ ਪ੍ਰਵਾਸ ਬਾਰੇ ਸਾਡੇ ਪੰਜਾਬੀ ਲੋਕਾਂ 'ਚ ਇੱਕ ਬੜਾ ਵਾਰਤਾਲਾਪ ਚੱਲਦਾ ਹੈ ਕਿ ਮੁੰਡੇ ਕੁੜੀਆਂ ਬਾਹਰ ਜਾ ਰਹੇ ਨੇ, ਪੰਜਾਬ ਨੂੰ ਘਾਟਾ ਪੈ ਰਿਹਾ ਹੈ, ਸਾਡੀ ਜਿਹੜਾ ਬ੍ਰੇਨ ਡਰੇਨ ਹੋ ਰਿਹਾ ਹੈ ਔਰ ਸਾਡੀ ਜਿਹੜੀ ਕੈਪੀਟਲ ਡਰੇਨ ਹੋ ਰਹੀ ਹੈ, ਮੁੰਡੇ ਕੁੜੀਆਂ ਫੀਸਾਂ ਲੈ ਕੇ ਜਾਂਦੇ ਨੇ ਤੇ ਉਹਨੂੰ ਬੜੇ ਨੈਗੇਟਿਵ ਆਸਪੈਕਟ ਨਾਲ ਦੇਖਿਆ ਜਾਂਦਾ ਹੈ। ਮੈਂ ਨਹੀਂ ਕਹਿੰਦਾ ਕਿ ਉਹਦੇ ਵਿੱਚ ਕੋਈ ਨੈਗੇਟਿਵ ਆਸਪੈਕਟਸ ਹੈਗੇ ਨੇ ਔਰ ਉਹਦੀਆਂ ਕੁਝ ਮਜਬੂਰੀਆਂ ਨੇ, ਜਿਹੜੇ ਸਾਡੇ ਮੁੰਡੇ ਕੁੜੀਆਂ ਬਾਹਰ ਜਾ ਰਹੇ ਨੇ। ਪੰਜਾਬ ਦੀ ਜੋ ਹਾਲਤ ਹੈ, ਪੰਜਾਬ ਦੀ ਇਕਨੋਮੀ ਦੀ, ਇੰਡੀਆ ਦੇ ਵਿੱਚ ਖਾਸ ਤੌਰ ਤੇ ਸਿੱਖਾਂ ਨੂੰ ਜੋ ਇੱਕ ਇਨਸਿਕਿਉਰਿਟੀ ਮਹਿਸੂਸ ਹੁੰਦੀ ਹੈ, ਉਹ ਸਾਰਾ ਕੁਝ ਮਿਲਿਆ ਜੁੜਿਆ ਹੈ। ਉਹ ਇੱਕ ਅਲੱਗ ਵਿਸ਼ਾ ਕਿਸੇ ਵਕਤ ਕਰਾਂਗੇ। ਪਰ ਮੈਂ ਇਹ ਵੀ ਸੋਚਦਾ ਹਾਂ ਕਿ ਇੰਟਰਨੈਸ਼ਨਲ ਲੈਵਲ ਤੇ ਵੀ ਐਕਸਪੀਰੀਅੰਸ ਦੇਖਿਆ ਗਿਆ ਔਰ ਇਹ ਪੰਜਾਬ ਦੇ ਵਿੱਚ ਵੀ ਹੁਣ ਆ ਰਿਹਾ ਕਿ ਡਾਇਸਪੋਰਾ ਦਾ ਇੱਕ ਨਵਾਂ ਪੋਜ਼ਿਟਿਵ ਰੋਲ ਵੀ ਹੁੰਦਾ ਹੈ। ਉਹਦਾ ਪੋਜ਼ਿਟਿਵ ਰੋਲ ਹੋਣ ਦੇ ਦੋਨੇ ਕਾਰਨ ਨੇ ਕਿ ਇੱਕ ਤਾਂ ਅਸੀਂ ਇਹ ਕਹਿੰਦੇ ਹਾਂ ਕਿ ਸਾਡੇ ਵਾਪਸ ਜਾ ਰਹੇ ਨੇ, ਸਾਡੇ ਇੱਥੋਂ ਡਰੇਨ ਹੋ ਰਿਹਾ ਹੈ। ਹੁਣ ਦੇਖੋ ਚਾਨਣ ਸਿੰਘ ਸਿੱਧੂ ਜਿਨ੍ਹਾਂ ਨੇ PhD ਜ਼ੂਲੋਜੀ ਕੀਤੀ ਔਰ ਉਹਨਾਂ ਨੇ ਮਾਈਗ੍ਰੇਟ ਕੀਤਾ ਇੱਥੋਂ ਔਰ ਉਹਨਾਂ ਦਾ ਵੀ ਡਾਇਸਪੋਰਾ ਦਾ ਐਕਸਪੀਰੀਅੰਸ ਹੈ ਔਰ ਇੱਥੇ ਆ ਕੇ ਉਹਨਾਂ ਨੇ ਆਪਣਾ ਬਿਜ਼ਨਸ ਦੇ ਵਿੱਚ ਕੰਮ ਸ਼ੁਰੂ ਕੀਤਾ, ਪਰ ਉਹ ਪੰਜਾਬੀ ਸੱਭਿਆਚਾਰ ਨੂੰ ਟੁੱਟੇ ਨਹੀਂ ਔਰ ਉਹ ਪੰਜਾਬੀ ਜ਼ਬਾਨ ਨੂੰ ਟੁੱਟੇ ਨਹੀਂ, ਪੰਜਾਬੀ ਕਲਚਰ ਨੂੰ ਟੁੱਟੇ ਨਹੀਂ ਔਰ ਇਹ ਦਿਲ 'ਚ ਖਾਸ਼ ਰਹੀ ਕਿ ਅਸੀਂ ਕਿਵੇਂ ਨਾ ਕਿਵੇਂ ਪੰਜਾਬੀ ਸੱਭਿਆਚਾਰ ਨੂੰ ਅੱਗੇ ਵਧਾਉਣਾ ਹੈ। ਜਿਹੜੀ ਚੰਨ ਪਰਦੇਸੀ ਦਾ ਪ੍ਰੋਜੈਕਟ ਉਹਨਾਂ ਨੇ ਲਿਆ ਆਪਣੇ ਬੇਟੇ ਨਾਲ, ਉਹਨਾਂ ਦੇ ਬੇਟੇ ਦੀ ਮੈਂ ਗੱਲ ਵੀ ਇੱਕ ਮਿੰਟ ਕਰਾਂਗਾ, ਉਹਦੀ ਖਾਸ ਮਹੱਤਤਾ ਹੈ। ਜਿਹੜਾ ਸ਼ੁਰੂ ਕੀਤਾ ਉਹ ਇਸੇ ਉਦੇਸ਼ 'ਚੋਂ ਪੈਦਾ ਹੋਇਆ ਸੀਗਾ ਕਿ ਸਾਡੇ ਕੋਲੇ ਧਨ ਦੌਲਤ ਆ ਗਈ ਹੈ ਤੇ ਧਨ ਦੌਲਤ ਸਾਰਾ ਕੁਝ ਨਹੀਂ ਹੁੰਦੀ ਜ਼ਿੰਦਗੀ ਦੇ ਵਿੱਚ, ਜਿਹੜੀ ਖੁਸ਼ੀ ਹੈ ਹੋਰਨਾਂ ਚੀਜ਼ਾਂ ਨਾਲ ਵੀ ਜੁੜੀ ਹੋਈ ਹੈ ਤੇ ਉਸ ਉਦਮ ਦੇ ਵਿੱਚੋਂ ਪੈਦਾ ਹੋਈ ਹੈ ਔਰ ਬੜੇ ਸਾਲਾਂ ਤੋਂ ਮੇਰਾ ਖਿਆਲ ਹੈ ਕਿ 8 ਸਾਲ ਲੱਗ ਗਏ ਇਹਨਾਂ ਦੇ ਉਸ ਉਦਮ ਦੇ ਵਿੱਚ। ਇਹ ਬਹੁਤ ਸਲੋਤਾ ਵਾਲਾ ਕੰਮ ਹੈ। ਤਾਂ ਇਹਨੂੰ ਅਸੀਂ ਇਹ ਕਹਿ ਸਕਦੇ ਹਾਂ ਕਿ ਰਿਮਿਟੈਂਸਸ ਵਾਪਸ ਆ ਰਹੀਆਂ ਕਿ ਜੋ ਲੋਕੀ ਬਾਹਰ ਲੈ ਕੇ ਜਾ ਰਹੇ ਨੇ ਉਸੇ ਤਰ੍ਹਾਂ ਹੀ ਵਾਪਸ ਵੀ ਆ ਰਹੇ ਹੈ ਕਿ ਜਿਹੜਾ ਉਹਨਾਂ ਨੇ ਇਹ ਕੈਪੀਟਲ ਇਨਵੈਸਟ ਕੀਤੀ ਹੈ ਇਸ ਫਿਲਮ ਨੂੰ ਰਿਲੀਜ਼ ਕਰਨ ਲਈ। ਉਸੇ ਐਸਪੈਕਟ ਤੋਂ ਮੈਂ ਸਿਮਰਨ ਦੀ ਜਿਹੜੀ ਕੰਟਰੀਬਿਊਸ਼ਨ ਹੈ ਉਹਨੂੰ ਵੀ ਹਾਈਲਾਈਟ ਕਰਨਾ ਚਾਹੁੰਦਾ ਕਿ ਸਿਮਰਨ ਸਾਡੀ ਜਿਹੜੀ ਨਵੀਂ ਪੀੜ੍ਹੀ ਹੈ, ਜਿਨ੍ਹਾਂ 'ਚ ਮੇਰੀ ਬੇਟੀ ਵੀ ਹੈ, ਉਹਨਾਂ ਨੂੰ ਰਿਪਰੈਜ਼ੈਂਟ ਕਰਦੀ ਹੈ। ਇਹ ਤਾਂ ਮੇਰੀ ਬੇਟੀ ਨਾਲ, ਮੇਰੀ ਬੇਟੀ ਤਾਂ 4.5 ਸਾਲ ਦੀ ਸੀ ਜਦੋਂ ਅਸੀਂ ਇੱਥੇ ਆਏ ਹਾਂ ਤੇ ਉਹ ਇੱਥੇ ਹੀ ਮਤਲਬ ਡਿਵੈਲਪ ਹੋਈ ਹੈ, ਪਰ ਇਹ ਜੰਮਿਆ ਵੀ ਉੱਥੇ ਹੈ ਔਰ ਕਈ ਲੋਕਾਂ ਨੂੰ ਇਹ ਖਦਸ਼ਾ ਹੈ ਕਿ ਸਾਡੀਆਂ ਅਗਲੀਆਂ ਪੀੜ੍ਹੀਆਂ ਪੰਜਾਬੀ ਸੱਭਿਆਚਾਰ ਨੂੰ ਭੁੱਲ ਜਾਣਗੀਆਂ। ਇਹ ਗੱਲ ਨਹੀਂ, ਉਹ ਪੰਜਾਬੀ ਸੱਭਿਆਚਾਰ ਨਾਲ ਨਵੇਂ ਰੂਪ 'ਚ ਤੇ ਇੱਕ ਉੱਚੇ ਰੂਪ 'ਚ ਜੁੜਨਗੇ। ਸਿਮਰਨ ਨੇ ਲੰਡਨ ਫਿਲਮ ਸਕੂਲ ਤੋਂ MSc ਫਿਲਮ ਮੇਕਿੰਗ ਕੀਤੀ ਔਰ ਉੱਥੇ ਉਹਨੇ ਮਤਲਬ ਦੁਨੀਆ ਭਰ ਦੀਆਂ ਫਿਲਮਾਂ ਦੇਖੀਆਂ, ਗੋਡਫਾਦਰ ਦੇਖੀ, ਫ੍ਰੈਂਚ ਫਿਲਮਾਂ ਦੇਖੀਆਂ, ਸਾਊਥ ਕੋਰੀਅਨ ਫਿਲਮਾਂ ਦੇਖੀਆਂ, ਇਰਾਨੀਅਨ ਫਿਲਮਾਂ ਦੇਖੀਆਂ। ਇਹਦੇ ਬਾਰੇ ਉਹ ਆਪ ਜ਼ਿਆਦਾ ਡਿਟੇਲ 'ਚ ਦੱਸੂਗਾ।
ਤਾਂ ਜਿਹੜਾ ਉਹਦੇ ਫਾਦਰ ਦਾ ਸੁਪਨਾ ਸੀ ਉਹਦੇ ਨਾਲ ਉਹਦਾ ਸੁਪਨਾ ਵੀ ਜੁੜ ਗਿਆ ਕਿ ਮੈਂ ਜਿਹੜੀ ਇੰਟਰਨੈਸ਼ਨਲ ਲੈਵਲ ਤੇ ਫਿਲਮ ਡਿਸਕੋਰਸ ਹੋ ਰਿਹਾ, ਇੰਟਰਨੈਸ਼ਨਲ ਫਿਲਮ ਟੈਕਨੀਕਸ ਅਡਾਪਟ ਕੀਤੀਆਂ ਜਾ ਰਹੀਆਂ ਨੇ, ਉਹਨੂੰ ਲੈ ਕੇ ਮੈਂ ਪੰਜਾਬੀ ਸੱਭਿਆਚਾਰ ਨੂੰ ਕੀ ਕੰਟਰੀਬਿਊਟ ਕਰ ਸਕਦਾ। ਤੇ ਇਸ ਕਰਕੇ ਇਸ ਡਰ ਤੋਂ ਵੀ ਥੋੜਾ ਮੁਕਤ ਹੋਣ ਦੀ ਲੋੜ ਹੈ ਕਿ ਸਾਡੀਆਂ ਅਗਲੀਆਂ ਪੀੜ੍ਹੀਆਂ ਗਵਾਚ ਜਾਣਗੀਆਂ, ਉਹ ਡਾਇਸਪੋਰਾ ਦੇ ਵਿੱਚ ਰਹਿ ਕੇ ਉਹ ਪੰਜਾਬੀ ਸੱਭਿਆਚਾਰ ਨੂੰ ਇੱਕ ਨਵੀਂ ਦੇਣ ਦੇਣਗੀਆਂ। ਇਸੇ ਕੰਟੈਕਸਟ ਦੇ ਵਿੱਚ ਮੈਂ ਇੱਕ ਹੋਰ ਛੋਟੀ ਜਿਹੀ ਬਰੀਫ ਦੇ ਵਿੱਚ ਗੱਲ ਕਰਨੀ ਚਾਹੁੰਦਾ ਕਿ ਕਿਸਾਨ ਅੰਦੋਲਨ ਹੋਇਆ ਪਿੱਛੇ ਬਹੁਤ ਵੱਡਾ, ਤੇ ਉਹਨੇ ਦੁਨੀਆ ਭਰ ਦੇ ਲੋਕਾਂ ਨੂੰ ਕੀਤਾ। ਤਾਂ ਉੱਥੇ ਇੱਕ ਦਲਵੀਰ ਕੌਰ, ਇੱਕ ਰਾਈਟਰ, ਔਰ ਉਹ ਵੈਸੇ ਤਾਂ ਉਹ ਸਾਈਕੋਲੋਜਿਸਟ ਹੈ, ਉਹਨੇ ਇੱਕ ਬਹੁਤ ਸੋਹਣੀ ਕਿਤਾਬ ਇੱਕ ਲਿਖੀ ਹੈ ਕਵਿਤਾਵਾਂ ਦੀ। ਦੁਨੀਆ ਭਰ ਦੇ ਜਿਹੜੇ ਪੰਜਾਬੀ ਕਵੀ ਨੇ, ਇੰਗਲੈਂਡ 'ਚ ਰਹਿੰਦੇ ਨੇ, ਕੈਨੇਡਾ 'ਚ, ਅਮਰੀਕਾ 'ਚ, ਇੰਡੀਆ ਦੇ ਥਾਂ ਤੇ, ਪੰਜਾਬ ਤੋਂ ਬਾਹਰ, ਤੇ ਮੈਨੂੰ ਉਹਨੇ ਕਿਹਾ ਪ੍ਰਫੇਸ ਲਿਖੋ। ਤੇ ਪਹਿਲਾਂ ਤਾਂ ਮੈਂ ਕਿਹਾ ਮੈਂ ਤਾਂ ਇਕਨੋਮਿਸਟ ਹਾਂ, ਮੈਂ ਪੰਜਾਬੀ ਕਵੀ, ਤੇ ਉਹ ਕਹਿੰਦੇ ਨਹੀਂ ਸਰ ਤੁਹਾਡਾ ਜਿਹੜਾ ਹੈ ਜਿਹੜੀ ਕੰਟਰੀਬਿਊਸ਼ਨ ਹੈ, ਤੇ ਮੈਂ ਮਿਹਨਤ ਕਰਕੇ ਉਹ ਲਿਖੀ। ਤੇ ਉਹ ਵੀ ਮੈਨੂੰ ਲੱਗਾ ਕਿ ਇਹ ਜਿਹੜੀ ਨਵੀਂ ਡਾਇਸਪੋਰਾ ਦੀ ਨਵੀਂ ਕੰਟਰੀਬਿਊਸ਼ਨ ਹੈ, ਕਿਉਂਕਿ ਉਹਨੂੰ ਸੈਂਸਿਟਿਵਿਟੀ ਸੀ ਕਿ ਕਿਸਾਨ ਅੰਦੋਲਨ ਦੁਨੀਆ ਭਰ ਚੱਲ ਰਹੇ ਆ ਔਰ ਉਹਨੂੰ ਮੈਂ ਕਵਿਤਾ ਦੇ ਰੂਪ 'ਚ ਕਿਵੇਂ ਪ੍ਰੈਜ਼ੈਂਟ ਕਰਨਾ ਹੈ। ਇਸੇ ਤਰ੍ਹਾਂ ਹੀ ਜਿਹੜੀ ਇਹ ਫਿਲਮ ਹੈ ਔਰ ਇਹ ਉਸ ਸਾਡੇ ਆਸਪੈਕਟ ਨੂੰ ਹਾਈਲਾਈਟ ਕਰਦੀ ਹੈ ਕਿ ਸਾਡਾ ਡਾਇਸਪੋਰਾ ਇੱਕ ਨਵੇਂ ਕਿਸਮ ਦੀ ਕੰਟਰੀਬਿਊਸ਼ਨ ਕਰੇਗਾ। ਤੇ ਬਰੀਫਲੀ ਮੈਂ ਇੱਕ ਹੋਰ ਗੱਲ ਵੀ ਕਹਿ ਦਿਆਂ ਕਿ ਇਹ ਗੱਲ ਆਇਰਲੈਂਡ ਵਿੱਚ ਹੋ ਰਹੀ ਹੈ, ਕਿਉਂਕਿ ਆਇਰਲੈਂਡ ਦੀ ਪੰਜਾਬ ਨਾਲ ਇੱਕ ਖਾਸ ਕਿਸਮ ਦੀ ਕੰਪੈਰੀਜ਼ਨ ਕੀਤਾ ਜਾ ਸਕਦਾ ਹੈ ਕਿ ਆਇਰਿਸ਼ ਡਾਇਸਪੋਰਾ ਜਿਹੜਾ ਉਹ ਜਿੰਨੇ ਲੋਕੀ ਆਇਰਲੈਂਡ 'ਚ ਰਹਿੰਦੇ ਨੇ ਉਹਦੇ ਨਾਲੋਂ ਜ਼ਿਆਦਾ ਹੈ। ਇਹਦਾ ਮਤਲਬ ਹੈ ਕਿ ਆਇਰਿਸ਼ ਜ਼ਬਾਨ ਨਾਲ ਜੁੜੇ ਹੋਏ ਲੋਕੀ ਪੰਜਾਬੀ ਦੀ ਉੱਥੇ ਤੱਕ ਨਹੀਂ ਪਹੁੰਚੀ ਹਾਲਤ ਯੂ ਨੋ, ਪਰ ਆਇਰਲੈਂਡ ਦੇ ਵਿੱਚ ਇਹ ਹੋਇਆ ਕਿ ਉੱਥੇ ਜਿਹੜੇ ਆਇਰਿਸ਼ ਲੋਕੀ ਨੇ ਬਾਹਰ ਰਹਿੰਦੇ ਨੇ, ਉਹ ਜੋ ਆਇਰਲੈਂਡ ਦੇ ਵਿੱਚ ਰਹਿੰਦੇ ਉਹਨਾਂ ਨਾਲੋਂ ਜ਼ਿਆਦਾ ਨੇ। ਔਰ ਆਇਰਲੈਂਡ ਦੇ ਵਿੱਚ ਵੀ ਇੰਗਲਿਸ਼ ਦੀ ਡੋਮੀਨੇਸ਼ਨ ਹੈ ਕਿਉਂਕਿ ਪਰ ਹੁਣ ਉੱਥੇ ਇੱਕ ਨਵੀਂ ਫਿਲਮ ਬਣੀ ਹੈ, ਉਸ ਫਿਲਮ ਦਾ ਨਾਮ ਹੈ ਕੁਆਇਟ ਗਰਲ। ਔਰ ਮੈਨੂੰ ਇਹ ਲੱਗ ਰਿਹਾ ਸੀ ਕਿ ਕਿਵੇਂ ਇੱਕ ਔਰਤ ਦੀ ਜਿਹੜੀ ਕਹਾਣੀ ਹੈ ਉਹਨੇ ਮਤਲਬ ਜਿਵੇਂ ਚੰਨ ਪਰਦੇਸੀ 'ਚ ਹੈ ਉਹਦੇ ਵਿੱਚ ਉਹ ਬੜੀ ਪਾਪੂਲਰ ਹੋ ਰਹੀ ਹੈ, ਉਹਦੇ ਬੜੀ ਡਿਸਕਸ਼ਨ ਹੋ ਰਹੀ ਹੈ ਕਿ ਦੇਖੋ ਇਹਨੇ ਉਹ ਬਿਲਕੁਲ ਆਇਰਿਸ਼ ਲੈਂਗੁਏਜ ਦੇ ਵਿੱਚ ਉਹਨਾਂ ਨੇ ਸਬਟਾਈਟਲ ਵੀ ਨਹੀਂ ਦਿੱਤੇ। ਔਰ ਮੈਂ ਸਮਝਦਾ ਕਿ ਜਿਹੜਾ ਸਿਮਰਨ ਨੇ ਇਹ ਕੰਮ ਕੀਤਾ ਬੜੀ ਮਿਹਨਤ ਨਾਲ ਕੀਤਾ ਕਿ ਜਿਹੜੇ ਸਬਟਾਈਟਲ ਕੀਤੇ ਉਹ ਵੀ ਉਸ ਇੰਟਰਨੈਸ਼ਨਲ ਕੌਨਸ਼ੀਅਸਨੈਸ 'ਚ ਪੈਦਾ ਹੋਏ ਸੀ ਕਿ ਪੰਜਾਬੀ ਫਿਲਮਾਂ ਤਾਂ ਬਣਦੀਆਂ ਨੇ ਪਰ ਸਾਡੇ ਪੰਜਾਬੀ ਲੋਕੀ ਦੇਖਦੇ ਨੇ, ਤੇ ਬਾਕੀ ਫਿਲਮਾਂ ਵੀ ਬਣਦੀਆਂ ਨੇ, ਇਰਾਨੀਅਨ ਫਿਲਮਾਂ ਬਣਦੀਆਂ, ਕੋਰੀਅਨ ਫਿਲਮਾਂ ਬਣਦੀਆਂ, ਉਹ ਸਬਟਾਈਟਲ ਨਾਲ ਬਣਦੀਆਂ ਤਾਂ ਕਿ ਦੂਜੇ ਲੋਕੀ ਵੀ ਦੇਖ ਸਕਣ। ਤਾਂ ਜਿਹੜਾ ਸਿਮਰਨ ਨੇ ਇਹ ਕੰਮ ਕੀਤਾ ਉਹ ਵੀ ਇਸ ਕੌਨਸ਼ੀਅਸਨੈਸ 'ਚੋਂ ਪੈਦਾ ਹੋਇਆ ਸੀ ਕਿ ਅਸੀਂ ਪੰਜਾਬੀ ਸਿਨੇਮੇ ਨੂੰ ਇੰਟਰਨੈਸ਼ਨਲ ਲੈਵਲ ਤੇ ਜਾਣਾ ਹੈ, ਪੰਜਾਬੀ ਸੱਭਿਆਚਾਰ ਨੂੰ ਪੰਜਾਬੀ ਇੰਟਰਨੈਸ਼ਨਲ ਡਿਸਕੋਰਸ ਦਾ ਹਿੱਸਾ ਬਣਾਉਣਾ ਹੈ। ਔਰ ਉਹਦੇ 'ਚੋਂ ਉਹਦੀ ਮਿਹਨਤ ਕਾਮਯਾਬ ਹੋਈ, ਬੜੀ ਵਧੀਆ। ਮੇਰੀ ਬੇਟੀ ਨੇ ਵੀ ਬਹੁਤ ਚੰਗੀ ਤਰ੍ਹਾਂ ਦੇਖਿਆ, ਉਹਨੇ ਮੈਨੂੰ ਸੁਝਾਅ ਵੀ ਦਿੱਤੇ, ਬਾਅਦ ਦੇ ਵਿੱਚ ਅਸੀਂ ਸਿਮਰਨ ਨਾਲ ਗੱਲਬਾਤ ਵੀ ਕੀਤੀ। ਤੇ ਔਰ ਮੈਂ ਅਖੀਰ ਤੇ ਆਪਣੀ ਗੱਲ ਇਹ ਕਹਿਣੀ ਚਾਹੁੰਦਾ ਕਿ ਮੈਨੂੰ ਇੱਕ ਹੋਰ ਬੜੀ ਖੁਸ਼ੀ ਹੈ ਜਿਹਦੇ ਬਾਰੇ ਸਿਮਰਨ ਤੇ ਮੈਂ ਮੇਰੇ ਦੋਸਤ ਚਾਨਣ ਸਿੱਧੂ ਹੋਰ ਵੀ ਕਹਿਣਗੇ ਕਿ ਇਹਦਾ ਸੀਕੁਅਲ ਵੀ ਬਣ ਰਿਹਾ। ਉਹ ਸੀਕੁਅਲ ਵੀ ਇਸੇ ਕਰਕੇ ਜਿਹੜਾ ਇਸ ਉਦਮ ਨੂੰ ਜਿਹੜਾ ਰਿਸਪੌਂਸ ਮਿਲਿਆ, ਪੋਜ਼ਿਟਿਵ ਰਿਸਪੌਂਸ ਮਿਲਿਆ, ਉਸ ਉਦਮ ਨੇ ਹੀ ਇਹਨੂੰ ਕੀਤਾ ਕਿ ਇਹਦਾ ਸੀਕੁਅਲ ਵੀ ਬਣਾਓ। ਉਹਦੇ ਬਾਰੇ ਸ਼ਾਇਦ ਉਹ ਗੱਲ ਕਰੇਗਾ। ਸੋ ਕਨਕਲੂਡਿੰਗ ਮੈਂ ਇਹ ਗੱਲ ਕਰਨੀ ਚਾਹੁੰਦਾ ਕਿ ਡਾਇਸਪੋਰਾ ਬਾਰੇ ਜਿਹੜਾ ਕੰਪਲੈਕਸ ਵਿਊ ਸਾਨੂੰ ਰੱਖਣ ਦੀ ਲੋੜ ਹੈ। ਉਹ ਜਿਹੜਾ ਕਿ ਇਹ ਬਾਹਰ ਜਾ ਰਹੇ ਆ, ਨਿਕਲ ਰਹੇ ਆ, ਪੰਜਾਬੀ ਸੱਭਿਆਚਾਰ ਨੂੰ ਟੁੱਟ ਰਹੇ ਆ, ਉਹਨੂੰ ਛੱਡ ਕੇ ਕੰਪਲੈਕਸ ਵਿਊ ਉਹਦਾ ਇੱਕ ਪੋਜ਼ਿਟਿਵ ਰੋਲ ਵੀ ਹੈ ਔਰ ਜਿਹੜੀ ਚੰਨ ਪਰਦੇਸੀ ਦਾ ਹੋਣਾ ਉਸ ਪੋਜ਼ਿਟਿਵ ਰੋਲ ਨੂੰ ਹਾਈਲਾਈਟ ਕਰਦਾ ਹੈ। ਮਿਹਰਬਾਨੀ। ਸ਼ੁਕਰੀਆ ਪ੍ਰੋਫੈਸਰ ਸਾਹਿਬ। ਬਿਲਕੁਲ ਜਿਹੜੀ ਤੁਸੀਂ ਆਖਰ 'ਚ ਗੱਲ ਕਹੀ ਹੈ ਕਿ ਕੰਪਲੈਕਸ ਵਿਊ ਰੱਖਣ ਦੀ ਜ਼ਰੂਰਤ ਆ, ਹਨਾ, ਕਿ ਪਰ ਸਾਨੂੰ ਸਿਮਰਨ ਵਰਗੀਆਂ ਉਦਾਹਰਨਾਂ ਬਹੁਤ ਘੱਟ ਨਜ਼ਰ ਆਉਂਦੀਆਂ ਨੇ ਤੇ ਸਾਡੀ ਖੁਆਇਸ਼ ਇਹ ਆ ਕਿ ਇਸ ਤਰ੍ਹਾਂ ਦੀਆਂ ਸੰਭਾਵਨਾਵਾਂ, ਇਸ ਤਰ੍ਹਾਂ ਦੇ ਲੋਕ ਵੱਧ ਨਜ਼ਰ ਆਉਣ ਜਿੱਥੋਂ ਸਾਨੂੰ ਇਹ ਲੱਗੇ ਕਿ ਜੇ ਪੰਜਾਬ ਤੋਂ ਮੁੰਡੇ ਜਾਂਦੇ ਨੇ, ਲੋਕ ਜਾਂਦੇ ਆ ਤਾਂ ਪਿੱਛੇ ਵੱਲ ਜ਼ਰੂਰ ਨਜ਼ਰ ਰੱਖਦੇ ਆ। ਮੈਂ ਰਜੀਵ ਹੋਰਾਂ ਨਾਲ ਹੁਣ ਗੱਲ ਕਰਨੀ ਹੈ। ਰਜੀਵ ਹੋਰੀ ਸਾਡੇ ਸਮਿਆਂ ਦੇ ਮੈਂ ਸਮਝਦਾ ਕਿ ਬਹੁਤ ਹੀ ਸਮਰੱਥ ਫਿਲਮਕਾਰ ਨੇ। ਨਾਬਰ ਵਰਗੀਆਂ, ਚੰਮ ਵਰਗੀਆਂ, ਜਾਤੂ ਖੋਜੀ ਵਰਗੀਆਂ ਫਿਲਮਾਂ ਇਹਨਾਂ ਨੇ ਬਣਾਈਆਂ ਨੇ। ਨਾਬਰ ਨੂੰ ਨੈਸ਼ਨਲ ਅਵਾਰਡ ਵੀ ਮਿਲਿਆ ਸੀ। ਰਜੀਵ, ਤੁਸੀਂ 41 ਸਾਲ ਪਹਿਲਾਂ ਰਿਲੀਜ਼ ਹੋਈ ਫਿਲਮ ਜਦੋਂ ਅੱਜ ਰਿਲੀਜ਼ ਹੋ ਰਹੀ ਆ ਨਵੇਂ ਰੂਪ ਦੇ ਵਿੱਚ, ਤੁਸੀਂ ਇਸ ਬਾਰੇ ਕੀ ਸੋਚਦੇ ਹੋ ਕਿ ਇਸ ਫਿਲਮ ਦੀ ਕੀ ਅਹਿਮੀਅਤ ਬਣਦੀ ਹੈ ਜਦੋਂ ਅਸੀਂ ਅੱਜ ਇਹਨੂੰ ਦੇਖ ਰਹੇ ਹਾਂ, ਅੱਜ ਇਹਦੇ ਤੇ ਗੱਲਬਾਤ ਕਰ ਰਹੇ ਹਾਂ, ਅੱਜ ਇਹ ਸੁਪਨਾ ਦੇਖ ਰਹੇ ਹਾਂ ਕਿ ਇਸ ਫਿਲਮ ਨੂੰ ਵੱਧ ਤੋਂ ਵੱਧ ਲੋਕ ਆ ਕੇ ਦੇਖਣ। ਨਾਲ ਦੀ ਨਾਲ ਮੈਂ ਇਹ ਵੀ ਗੱਲ ਜੋੜ ਦੇਣਾ ਚਾਹੁੰਦਾ ਕਿ ਅਸੀਂ ਫਿਲਮਾਂ ਸਾਂਭਦੇ ਨਹੀਂ ਹੈਗੇ। ਨੈਸ਼ਨਲ ਫਿਲਮ ਆਰਕਾਈਵਸ ਦੇ ਵਿੱਚ ਵੀ ਸਿਰਫ ਪੰਜਾਬੀ ਦੀਆਂ 9 ਫਿਲਮਾਂ ਨੇ। ਹੋਰ ਕੋਈ ਜਗ੍ਹਾ ਨਹੀਂ ਇਸ ਤਰ੍ਹਾਂ ਦੀ ਜਿੱਥੇ ਪੰਜਾਬੀ ਦੀਆਂ ਫਿਲਮਾਂ ਸਾਂਭੀਆਂ ਗਈਆਂ। ਹੁਣ ਹੋ ਸਕਦਾ ਕਿ ਜਿਹੜੀਆਂ ਫਿਲਮਾਂ ਹੁਣ ਬਣੀਆਂ ਨੇ ਜਾਂ ਪਿੱਛੇ ਬਣੀਆਂ ਉਹਨਾਂ ਵਿੱਚੋਂ ਬਹੁਤ ਥੋੜੀਆਂ ਦੇ ਪ੍ਰਿੰਟ ਅਵੇਲੇਬਲ ਨੇ। ਇੱਕ ਤਾਂ ਇਹ ਗੱਲ ਕਿ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ,
ਦੂਸਰਾ ਕੀ ਇਸ ਫਿਲਮ ਦਾ ਇਸ ਸਮੇਂ ਆਉਣਾ ਕੋਈ ਇਸ ਤਰ੍ਹਾਂ ਦੀ ਰੀਤ ਸ਼ੁਰੂ ਕਰ ਸਕਦਾ ਅਸੀਂ ਸਿਨੇਮੇ ਨੂੰ ਸਾਂਭੀਏ? ਰਜੀਵ ਜੀ। ਮੇਰੀ ਆਵਾਜ਼ ਆ ਰਹੀ ਹੈ ਜੀ? ਹਾਂਜੀ। ਸਭ ਤੋਂ ਪਹਿਲਾਂ ਤਾਂ ਮੈਂ ਆਪਣੀ ਗੱਲ ਨੂੰ 3 ਹਿੱਸਿਆਂ 'ਚ ਰੱਖਾਂਗਾ। ਸਭ ਤੋਂ ਪਹਿਲਾਂ ਤਾਂ ਇੱਕ ਫਿਲਮ ਦੀ ਪਾਵਰ ਕੀ ਹੁੰਦੀ ਹੈ, ਇੱਕ ਫਿਲਮ ਕਿੰਨੀਆਂ ਜਨਰੇਸ਼ਨਸ ਨੂੰ ਇੰਸਪਾਇਰ ਕਰ ਸਕਦੀ ਹੈ, ਉਹਦੇ ਬਾਰੇ ਮੈਂ ਗੱਲ ਕਰਾਂਗਾ। ਮੈਂ ਬਲਦੇਵ ਜੀ ਦੇ ਸੰਦਰਭ 'ਚ ਗੱਲ ਕਰਾਂਗਾ ਕਿਉਂਕਿ 2-3 ਚੀਜ਼ਾਂ ਸਾਡੀਆਂ ਜੁੜੀਆਂ ਹੋਈਆਂ ਨੇ। ਇੱਕ ਤਾਂ ਇਹ ਹੈਗੀ ਕਿ ਜਦੋਂ ਇਹ ਫਿਲਮ ਬਣ ਰਹੀ ਸੀ, ਮੈਂ ਜਗਰਾਉਂ ਨੂੰ ਬਿਲੋਂਗ ਕਰਦਾ, ਬਲਦੇਵ ਜੀ ਦੇ ਸ਼ਹਿਰ ਨੂੰ ਬਿਲੋਂਗ ਕਰਦਾ। ਮੈਂ ਉਦੋਂ 10-12 ਸਾਲਾਂ ਦਾ ਸੀ ਤੇ ਮੇਰੇ ਫਿਲਮ ਮੇਕਰ ਬਣਨ ਦੇ ਵਿੱਚ ਇਹਦੀ ਸ਼ੂਟਿੰਗ ਦੇ ਦੌਰਾਨ ਚੱਲਣ ਵਾਲੀਆਂ ਗੱਲਾਂ ਨੇ ਬਹੁਤ ਅਹਿਮ ਹਿੱਸਾ ਪਾਇਆ। ਮੇਰੇ ਅੰਕਲ ਇਸ ਸਾਲ ਪੂਰੇ ਹੋ ਗਏ, ਉਹ ਉਸ ਵੇਲੇ ਇਸ ਫਿਲਮ ਦੀ ਸ਼ੂਟਿੰਗ ਤੇ ਜੋ ਵੀ ਹੁੰਦਾ ਸੀ ਉਹ ਆ ਕੇ ਇੱਕ ਦੂਜੇ ਨਾਲ ਗੱਲ ਕਰਦੇ ਸੀ ਤਾਂ ਮੇਰੇ ਕੰਨਾਂ 'ਚ ਗੱਲ ਪੈਂਦੀ ਸੀ ਕਿ ਉੱਥੇ ਸ਼ੂਟਿੰਗ ਚੱਲ ਰਹੀ ਹੈ, ਉੱਥੇ ਸ਼ੂਟਿੰਗ ਚੱਲ ਰਹੀ ਹੈ, ਪਵਨ ਜੀ ਨੇ ਗਾਣੇ ਲਿਖੇ ਨੇ, ਉਹ ਉੱਥੇ ਇੱਦਾਂ ਨੇ। ਮੇਰੇ ਅੰਕਲ ਐਕਚੁਅਲੀ ਜਗਰਾਉਂ ਜਿਹੜਾ ਸਿਨੇਮਾ ਹਾਲ ਸੀਗਾ ਉੱਥੇ ਆਪਰੇਟਰ ਸੀਗੇ ਕੁਝ ਸਮੇਂ ਦੇ ਲਈ। ਉਹਨਾਂ ਨੇ ਪਟਿਆਲੇ ਤੋਂ ਕੋਈ ਟ੍ਰੇਨਿੰਗ ਕੀਤੀ ਸੀ ਤੇ ਉਹ ਫਿਲਮਾਂ ਚਲਾਉਣ ਦੇ ਆਪਰੇਟਰ ਸੀਗੇ। ਤੇ ਉਹ ਫਿਲਮ ਨੇ ਮੈਨੂੰ ਇੰਨਾ ਇੰਸਪਾਇਰ ਕੀਤਾ ਕਿ ਮੈਂ ਬਲਦੇਵ ਭਾਜੀ ਦੇ ਪਿੱਛੇ ਪਿੱਛੇ ਇੰਡੀਅਨ ਥੀਏਟਰ ਆ ਗਿਆ ਬੜੇ ਸਾਲਾਂ ਬਾਅਦ। ਇਸ ਫਿਲਮ ਨੂੰ ਨੈਸ਼ਨਲ ਅਵਾਰਡ ਮਿਲਿਆ ਤੇ ਮੇਰੀ ਪਹਿਲੀ ਫਿਲਮ ਨੂੰ ਵੀ ਨੈਸ਼ਨਲ ਅਵਾਰਡ ਮਿਲਿਆ। ਸੋ ਇੱਕ ਕਨੈਕਸ਼ਨ ਹੈ। ਕਿ ਇੱਕ ਫਿਲਮ ਕਿੰਨਾ ਇੰਸਪਾਇਰ ਕਰ ਸਕਦੀ ਹੈ। ਇਹ ਫਿਲਮ ਨੇ ਮੈਨੂੰ ਫਿਲਮ ਮੇਕਰ ਬਣਾਇਆ। ਬਲਦੇਵ ਭਾਜੀ ਨੇ ਜਿੱਥੋਂ ਟ੍ਰੇਨਿੰਗ ਲਿੱਤੀ ਥੀਏਟਰ ਦੀ, ਮੈਂ ਉੱਥੋਂ ਟ੍ਰੇਨਿੰਗ ਲਿੱਤੀ, ਪਹਿਲੀ ਫਿਲਮ ਬਣਾਈ, ਨੈਸ਼ਨਲ ਅਵਾਰਡ ਜਿੱਤਿਆ। ਸੋ ਜੇ ਇਹਨੇ ਮੈਨੂੰ ਇੰਨਾ ਇੰਸਪਾਇਰ ਕੀਤਾ ਤੇ ਡੈਫੀਨੇਟਲੀ ਜਦੋਂ ਹੁਣ ਇਹ ਦੁਬਾਰਾ ਰਿਲੀਜ਼ ਹੋ ਰਹੀ ਹੈ ਤਾਂ ਮੇਰੇ ਵਰਗੇ ਪਤਾ ਨਹੀਂ ਕਿੰਨੇ ਹੋਰ ਬੰਦਿਆਂ ਨੂੰ ਇੰਸਪਾਇਰ ਕਰੇਗੀ। ਸੋ ਇਹ ਤਾਂ ਹੋਊਗੀ ਜੀ ਇੰਪੋਰਟੈਂਸ ਦੀ ਗੱਲ ਕਿ ਇਸ ਫਿਲਮ ਦਾ ਅੱਜ ਦੇ ਟਾਈਮ ਤੇ ਰਿਲੀਜ਼ ਹੋਣਾ ਬਹੁਤ ਇੰਪੋਰਟੈਂਟ ਹੈ। ਇਹ ਬਹੁਤ ਸਾਰੇ ਨਵੇਂ ਫਿਲਮ ਮੇਕਰ ਪੈਦਾ ਕਰੇਗੀ ਡੈਫੀਨੇਟਲੀ। ਬਹੁਤ ਸਾਰੇ ਇਨਸਾਨਾਂ ਨੂੰ ਕਈ ਜਿਹੜੇ ਸਾਡੀ ਜ਼ਿੰਦਗੀ ਦੇ ਬੁਨਿਆਦੀ ਸਵਾਲ ਹੈ ਉਹਨਾਂ ਦੇ ਬਾਰੇ ਸੋਚਣ ਲਾਏਗੀ। ਇਹ ਮੇਰਾ ਦੂਸਰਾ ਪੁਆਇੰਟ ਹੈ ਕਿਉਂਕਿ ਜਦੋਂ ਮੈਂ ਇਹ ਫਿਲਮ ਕੱਲ ਫੇਰ ਦੁਬਾਰਾ ਦੇਖ ਰਿਹਾ ਸੀ ਤਾਂ ਕੁਝ ਥੋੜੀ ਜਿਹੀਆਂ ਬੁਨਿਆਦੀ ਗੱਲਾਂ ਇਨਸਾਨੀ ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ ਦੁਬਾਰਾ ਮੇਰੇ ਜ਼ਿਹਨ ਦੇ ਵਿੱਚ ਆਈਆਂ ਕਿ ਅਸੀਂ ਪੰਜਾਬੀ ਕਲਚਰ ਦੇ ਤੌਰ ਤੇ ਫਿਲਮਾਂ 'ਚ ਜੋ ਰਿਪਰੈਜ਼ੈਂਟ ਹੁੰਦਾ, ਆਮ ਜ਼ਿੰਦਗੀ ਦੇ ਬਾਰੇ ਨਹੀਂ ਮੈਂ ਗੱਲ ਕਰਦਾ, ਕਿ ਅਸੀਂ ਅੱਗੇ ਵਧੇ ਹਾਂ ਜਾਂ ਅਸੀਂ ਹਲੇ ਵੀ ਉਹਨਾਂ ਹੀ ਸਵਾਲਾਂ ਨੂੰ ਸੰਬੋਧਿਤ ਹਾਂ। ਜਿਵੇਂ ਇਸ ਫਿਲਮ ਦੇ ਵਿੱਚ ਜਿਹੜੇ 2 ਮੇਨ ਮੁੱਦੇ ਸੀਗੇ, ਇੱਕ ਤਾਂ ਇਹ ਸੀਗਾ ਕਿ ਵਾਰਿਸ ਚਾਹੀਦਾ ਸੀ ਅਮਰੀਸ਼ ਪੁਰੀ ਜੀ ਦੇ ਕਰੈਕਟਰ ਨੂੰ, ਜਿਹਦੇ ਕਰਕੇ ਜੋ ਵੀ ਅੱਗੇ ਹੋਇਆ। ਤੇ ਅਸੀਂ ਅੱਜ 41-42 ਸਾਲਾਂ ਬਾਅਦ ਵੀ ਇੱਕ ਫਿਲਮ ਹੁਣੇ ਜਿਹੀ ਆਈ ਹੈ ਸੌਂਕਣੇ ਨਹੀਂ ਸੌਂਕਣੇ, ਤੇ ਅਸੀਂ ਵਾਰਿਸ ਦੀ ਭਾਲ ਦੇ ਵਿੱਚ ਹਾਂ 42 ਸਾਲਾਂ ਬਾਅਦ ਵੀ। ਇੱਕ ਤਾਂ ਗੱਲ ਹੋ ਗਈ ਇਹ। ਦੂਸਰਾ ਜਿਹੜੀ ਔਰਤ ਦੀ ਇੰਪਿਓਰਿਟੀ ਦੀ ਗੱਲ ਹੈ, ਮਤਲਬ ਰਮਾ ਵੈਦ ਜੀ ਦਾ ਜਿਹੜਾ ਕਰੈਕਟਰ ਸੀਗਾ ਚੰਨ ਪਰਦੇਸੀ ਦੇ ਵਿੱਚ, ਉਹਨਾਂ ਦਾ ਕੋਈ ਕਸੂਰ ਨਹੀਂ ਸੀ। ਪਰ ਕੁਲਭੂਸ਼ਣ ਖਰਵੰਦਾ ਜੀ ਦਾ ਜਿਹੜਾ ਕਰੈਕਟਰ ਸੀ, ਜਦੋਂ ਉਹਨਾਂ ਨੂੰ ਪਤਾ ਲੱਗਦਾ ਜੋ ਵੀ ਉਹਨਾਂ ਦੇ ਨਾਲ ਹੋਇਆ ਤੇ ਉਹ ਇੱਕ ਵਾਰ ਦੇ ਉਹਨਾਂ ਨੂੰ ਛੱਡ ਕੇ ਚਲੇ ਜਾਂਦੇ ਆ। ਔਰ ਕਿੰਨੇ ਸਾਲਾਂ ਦੇ ਬਾਅਦ ਜਦੋਂ ਉਹਨਾਂ ਦੀ ਪੂਰੀ ਜਵਾਨੀ ਚਲੀ ਜਾਂਦੀ ਹੈ, ਉਸ ਤੋਂ ਬਾਅਦ ਉਹ ਜਾ ਕੇ ਇਸ ਗੱਲ ਨੂੰ ਰਿਅਲਾਈਜ਼ ਕਰਦੇ ਆ ਕਿ ਇੰਪਿਓਰਿਟੀ ਕੁਛ ਨਹੀਂ ਹੁੰਦੀ, ਉਹ 'ਚ ਔਰਤ ਦਾ ਕੋਈ ਕਸੂਰ ਨਹੀਂ ਸੀਗਾ, ਉਹਦੇ ਨਾਲ ਧੱਕਾ ਹੋਇਆ ਸੀ। ਸੋ ਇਸ ਕਿਸਮ ਦੇ ਜਿਹੜੇ ਬੁਨਿਆਦੀ ਸਵਾਲ ਨੇ ਉਹ ਮੈਨੂੰ ਲੱਗਦਾ ਜ਼ਰੂਰ ਸਾਨੂੰ ਬਾਰ-ਬਾਰ ਸੋਚਣੇ ਚਾਹੀਦੇ ਨੇ ਕਿਉਂਕਿ ਜੇ ਸਾਡੀ ਜ਼ਿੰਦਗੀ, ਸਾਡਾ ਸੱਭਿਆਚਾਰ, ਜੇ ਸਾਡੀ ਸੋਚਣੀ 'ਚ ਚੇਂਜ ਆਊਗੀ ਉਹੀ ਫਿਰ ਆਰਟ ਦੇ ਵਿੱਚ ਰਿਫਲੈਕਟ ਕਰੂਗੀ। ਸੋ ਇਹ 2 ਬਹੁਤ ਸਟਰੋਂਗ ਪੁਆਇੰਟ ਮੇਰੇ ਦਿਮਾਗ ਦੇ ਵਿੱਚ ਸੀਗੇ ਕਿ ਕੀ ਅਸੀਂ 41 ਸਾਲ ਪਹਿਲਾਂ ਜਿਹੜੇ ਇਸ਼ੂਜ਼ ਨਾਲ ਡੀਲ ਕਰ ਰਹੇ ਸੀ ਸਿਨੇਮਾ ਦੇ ਵਿੱਚ, ਕੀ ਅਸੀਂ ਉਹਨਾਂ ਤੋਂ ਅੱਗੇ ਗਏ ਹਾਂ, ਕੀ ਸਾਡੀ ਸੋਚ ਚੇਂਜ ਹੋਈ ਹੈ ਜਾਂ ਹਲੇ ਵੀ ਅਸੀਂ ਉਹਦੇ ਨੇੜੇ ਤੇੜੇ ਹੀ ਘੁੰਮ ਰਹੇ ਹਾਂ। ਇਹ ਬਹੁਤ ਹੀ ਇੱਕ ਇੰਪੋਰਟੈਂਟ ਸਵਾਲ ਸੀ ਕਿਉਂਕਿ ਜਿੱਦਾਂ ਪ੍ਰੋਫੈਸਰ ਅਰਵਿੰਦ ਹੋਣੀ ਵੀ ਕਹਿ ਕੇ ਗਏ ਨੇ ਕਿ ਸਾਡੇ ਸੱਭਿਆਚਾਰ ਦੀਆਂ ਸਾਰੀਆਂ ਚੀਜ਼ਾਂ ਸਾਨੂੰ ਰੱਖਣ ਦੀ ਲੋੜ ਨਹੀਂ ਹੁੰਦੀ। ਸਾਡੇ ਸੱਭਿਆਚਾਰ 'ਚ ਕੁਝ ਚੀਜ਼ਾਂ ਚੰਗੀਆਂ ਹੁੰਦੀਆਂ ਨੇ, ਕੁਝ ਚੀਜ਼ਾਂ ਚੰਗੀਆਂ ਨਹੀਂ ਹੁੰਦੀਆਂ। ਸੋ ਸਾਨੂੰ ਜਦੋਂ ਅਸੀਂ ਇਸ ਫਿਲਮ ਨੂੰ ਰੀਵਿਜ਼ਿਟ ਕਰ ਰਹੇ ਹਾਂ ਤੇ ਡੈਫੀਨੇਟਲੀ ਸਾਨੂੰ ਇਹ ਵੀ ਸੋਚਣਾ ਪਊਗਾ ਕਿ ਅਸੀਂ 41 ਸਾਲਾਂ ਦੇ ਵਿੱਚ ਸਾਡਾ ਇੱਕ ਕਲਚਰ 'ਚ ਕੀ ਅਸੀਂ ਉਹ ਚੀਜ਼ਾਂ ਛੱਡੀਆਂ ਨੇ ਜਿਹੜੀਆਂ ਚੰਗੀਆਂ ਨਹੀਂ ਸਨ ਜਾਂ ਹਾਲੇ ਵੀ ਅਸੀਂ ਫੜ ਕੇ ਰੱਖੀਆਂ ਨੇ। ਸੇ ਇੱਕ ਚੀਜ਼ ਸੌਂਕਣੇ ਨਹੀਂ ਸੌਂਕਣੇ ਵਰਗੀ ਫਿਲਮ ਜਦੋਂ ਅਸੀਂ ਦੇਖਦੇ ਹਾਂ ਉਹ ਕਮਰਸ਼ੀਅਲੀ ਜਿੰਨੀ ਮਰਜ਼ੀ ਪ੍ਰੋਫਿਟੇਬਲ ਹੋਵੇ, ਟੈਕਨੀਕਲੀ ਜਿੰਨੀ ਮਰਜ਼ੀ ਅੱਛੀ ਹੋਵੇ,
ਬਟ ਜਿਹੜੇ ਬੁਨਿਆਦੀ ਸਵਾਲ ਨੇ ਸੋਸਾਇਟੀ ਦੇ, ਅਸੀਂ ਉੱਥੇ ਹੀ ਖੜੇ ਹਾਂ। ਦੂਸਰਾ, ਇੰਪਿਓਰਿਟੀ ਨਾਲ ਮੈਂ ਜੁੜੀ ਹੋਈ ਇੱਕ ਗੱਲ ਹੋਰ ਕਰਾਂਗਾ, ਕਿਉਂਕਿ ਮੇਰੀ ਆਪਣੀ ਰਿਸਰਚ ਜਿਹੜੀ ਹੈਗੀ ਹੈ ਅੱਜ ਦੇ ਵਿਸ਼ੇ ਦੇ ਵਿਚਾਲੇ ਜੀ ਦੀ ਰਿਸਰਚ ਹੈਗੀ ਹੈ, ਕਿਉਂਕਿ ਅੱਜ ਆਪਾਂ ਰਿਸਰਚ ਕਰ ਰਹੇ ਹਾਂ ਪੰਜਾਬੀ ਡਾਇਸਪੋਰਿਕ ਕਮਿਊਨਿਟੀ ਤੇ ਪੰਜਾਬੀ ਸਿਨੇਮੇ ਦਾ ਰਿਲੇਸ਼ਨ, ਤੇ ਮੇਰੀ ਜਿਹੜੀ ਰਿਸਰਚ ਹੈਗੀ ਹੈ ਉਹ ਹੈਗੀ ਹੈ ਪੰਜਾਬੀ ਡਾਇਸਪੋਰਿਕ ਸਿਨੇਮਾ ਦੇ ਉੱਤੇ। ਬਲਦੇਵ ਭਾਜੀ ਮੇਰੀ ਗੱਲ ਨੂੰ ਮਤਲਬ ਅੰਡਰਲਾਈਨ ਕਰਨਗੇ, ਕਿਉਂਕਿ ਅਸੀਂ ਅੱਜ ਵੀ ਡਾਇਸਪੋਰਾ ਦੇ ਵਿੱਚ ਵੀ ਅਸੀਂ ਆਪਣੀਆਂ ਕੁੜੀਆਂ ਨੂੰ ਹੀ ਕੁਐਸਚਨ ਕਰਦੇ ਹਾਂ। ਜੇ ਅਮਨ ਜਿਹੜੀ ਡਾਕਟਰੀ ਦੀ ਪੜ੍ਹਾਈ ਕਰ ਰਹੀ ਹੈ, ਘਰੋਂ ਲੇਟ ਆਉਂਦੀ ਹੈ, ਤੇ ਉਹਦੇ ਫਾਦਰ ਸਾਹਿਬ ਉਹਨੂੰ ਪੁੱਛਦੇ ਆ, ਭਾਈ ਤੈਨੂੰ ਉਹ ਗੋਰਾ ਮੁੰਡਾ ਕਿਹੜਾ ਛੱਡ ਕੇ ਗਿਆ? ਚਲੋ ਖੈਰ, ਉਹ ਕੁਐਸਚਨ ਵੀ ਕਰਦੀ, ਜਿਹੜੀ ਬਹੁਤ ਵਧੀਆ ਗੱਲ ਹੈ। ਉਸ ਤੋਂ ਇਲਾਵਾ ਵਿਰਸਾ ਫਿਲਮ ਦੇ ਵਿੱਚ ਵੀ ਜਦੋਂ ਕੋਈ ਕੁੜੀ ਕਿਸੇ ਮੁੰਡੇ ਨਾਲ ਬਾਹਰ ਆਉਂਦੀ ਆ ਤੇ ਉਹਦੇ ਫਾਦਰ ਉਹਨੂੰ ਕੁਐਸਚਨ ਕਰਦੇ ਆ। ਸੋ ਔਰਤ ਦਾ ਸਾਡੇ ਸਮਾਜ ਦੇ ਵਿੱਚ ਫਿਲਮੀ ਰਿਪਰੈਜ਼ੈਂਟੇਸ਼ਨ ਦੇ ਵਿੱਚ ਸਟੇਟਸ ਕੋਈ ਚੇਂਜ ਵੀ ਹੋਇਆ ਕਿ ਨਹੀਂ ਹੋਇਆ, ਜਾਂ ਹਲੇ ਵੀ ਉਹਨਾਂ ਨੂੰ ਉਹ ਸਾਰੇ ਕੁਐਸਚਨ ਫੇਸ ਕਰਨੇ ਪੈ ਰਹੇ ਨੇ ਜਿਹੜੇ ਰਮਾ ਵਿਜ ਨੂੰ ਚੰਨ ਪਰਦੇਸੀ 'ਚ ਫੇਸ ਕਰਨੇ ਪਏ ਸੀ। ਸੋ ਮੈਨੂੰ ਲੱਗਦਾ ਕਿ ਜਦੋਂ ਇਦਾਂ ਦੀਆਂ ਫਿਲਮਾਂ ਸਾਨੂੰ ਇੰਸਪਾਇਰ ਕਰਦੀਆਂ ਤੇ ਇਸ ਕਿਸਮ ਦੇ ਜਿਹੜੇ ਸਵਾਲ ਆ ਉਹ ਵੀ ਦੁਬਾਰਾ ਜ਼ਰੂਰ ਸਾਨੂੰ ਉਹਨਾਂ ਬਾਰੇ ਡਿਸਕਸ਼ਨ ਕਰਨੀ ਚਾਹੀਦੀ ਹੈ। ਤੇ ਇਹ ਜਿਹੜਾ ਉਦਮ ਹੈ ਇਹ ਬਹੁਤ ਹੀ ਕਮਾਲ ਦਾ ਉਦਮ ਹੈ, ਕਿਉਂਕਿ ਮੈਨੂੰ ਲੱਗਦਾ ਦੂਸਰੀਆਂ ਭਾਸ਼ਾਵਾਂ 'ਚ ਇਦਾਂ ਦੇ ਉਦਮ ਹੁੰਦੇ ਰਹੇ ਨੇ। ਕਿਉਂਕਿ ਮੈਂ ਹੁਣੇ ਹੀ ਦੇਖ ਰਿਹਾ ਸੀਗਾ ਕਾਂਸ ਫਿਲਮ ਫੈਸਟੀਵਲ 'ਚ ਇੱਕ ਮਲਿਆਲੀ ਫਿਲਮ ਜਿਹੜੀ ਇਦਾਂ ਹੀ ਰੀਸਟੋਰ ਹੋਈ ਹੈ ਅਰਵਿੰਦਮ ਜੀ ਦੀ, ਥੰਪਾ ਸ਼ਾਇਦ ਫਿਲਮ ਦਾ ਨਾਮ ਆ, ਉਹ ਦਿਖਾਈ ਗਈ ਉੱਥੇ। ਤੇ ਮੈਂ ਉਮੀਦ ਕਰਦਾ ਕਿ ਜਿਹੜੀ ਇਹ ਸਾਡੀ ਫਿਲਮ ਹੈਗੀ ਹੈ ਚੰਨ ਪਰਦੇਸੀ, ਜਾਂ ਜਿਹੜਾ ਹੋਰ ਸਿਮਰਨ ਹੋਣੀ ਆਉਣ ਵਾਲੇ ਟਾਈਮ 'ਚ ਕੋਸ਼ਿਸ਼ਾਂ ਕਰਨਗੇ, ਉਹ ਵੀ ਜਿਹੜੇ ਵਰਲਡ ਦੇ ਜਿਹੜੇ ਏਡੇ ਵੱਡੇ ਪਲੇਟਫਾਰਮਸ ਆ ਉੱਥੇ ਸਾਡੀਆਂ ਫਿਲਮਾਂ ਵੀ ਦਿਖਾਈਆਂ ਜਾਣ। ਇਹ ਮੇਰੀ ਦੂਸਰੀ ਗੱਲ ਹੋ ਗਈ। ਤੇ ਤੀਸਰੀ ਗੱਲ ਇਹ ਹੋ ਗਈ ਕਿ ਮੈਨੂੰ ਲੱਗਦਾ ਕਿ ਸਾਨੂੰ ਜਿਹੜਾ ਨੈਸ਼ਨਲ ਫਿਲਮ ਆਰਕਾਈਵ ਹੈਗਾ ਉਹਨਾਂ ਨਾਲ ਵੀ ਥੋੜਾ ਜਿਹਾ ਡਾਇਲੋਗ ਸ਼ੁਰੂ ਕਰਨਾ ਚਾਹੀਦਾ, ਕਿਉਂਕਿ ਪਿੱਛੇ ਜੇ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਜਰਨਲਿਜ਼ਮ ਡਿਪਾਰਟਮੈਂਟ ਹੈਗਾ ਉਹਨਾਂ ਨਾਲ ਸੰਪਰਕ ਕੀਤਾ ਸੀ ਕਿ ਪੰਜਾਬੀ ਫਿਲਮ ਇੰਡਸਟਰੀ ਦੀਆਂ ਜਾਂ ਪੰਜਾਬੀ ਭਾਸ਼ਾ ਦੀਆਂ ਉਹ ਫਿਲਮਾਂ ਸਾਨੂੰ ਸੁਜੈਸਟ ਕਰੋ ਜਿਨ੍ਹਾਂ ਨੂੰ ਦੁਬਾਰਾ ਰੀਸਟੋਰ ਕਰਨਾ ਚਾਹੀਦਾ ਜਾਂ ਰੀਮਾਸਟਰਿੰਗ ਕਰਨੀ ਚਾਹੀਦੀ ਹੈ। ਸੋ ਮੇਰੇ ਇਹ 3 ਪੁਆਇੰਟ ਨੇ ਕਿ ਸਾਨੂੰ ਐਜ਼ ਐਨ ਪੰਜਾਬੀ ਫਿਲਮ ਇੰਡਸਟਰੀ ਫਿਲਮ ਆਰਕਾਈਵ ਨਾਲ ਵੀ ਸੰਵਾਦ ਰਚਾਉਣਾ ਚਾਹੀਦਾ ਹੈ, ਤੇ ਜਿਹੜੇ ਸਾਡਾ ਸਬਜੈਕਟ ਮੈਟਰ ਹੈ ਉਹਨਾਂ ਬਾਰੇ ਵੀ ਗੰਭੀਰਤਾ ਨਾਲ ਸੋਚਣਾ ਚਾਹੀਦਾ। ਪਰ ਡੈਫੀਨੇਟਲੀ ਚੰਨ ਪਰਦੇਸੀ ਵਰਗੀ ਫਿਲਮ ਦਾ ਦੁਬਾਰਾ ਰਿਲੀਜ਼ ਹੋਣਾ ਬਹੁਤ ਵੱਡਾ ਸ਼ੁਭ ਸ਼ਗਨ ਹੈਗਾ, ਕਿਉਂਕਿ ਇਹ ਬਹੁਤ ਸਾਰੇ ਅੱਜ ਦੀ ਜਨਰੇਸ਼ਨ ਨੂੰ ਇੰਸਪਾਇਰ ਕਰੇਗੀ, ਸਿਰਫ ਕਲਾ ਦੇ ਫੀਲਡ ਦੇ ਵਿੱਚ ਨਹੀਂ, ਅਦਰਵਾਈਜ਼ ਆਲਸੋ ਜਿਹੜੇ ਸਾਡੇ ਬੁਨਿਆਦੀ ਸਵਾਲ ਨੇ ਸਾਡੀ ਜ਼ਿੰਦਗੀ ਨਾਲ ਜੁੜੇ ਹੋਏ ਉਹਨਾਂ ਨੂੰ ਐਡਰੈਸ ਕਰਨ ਦੇ ਲਈ ਜ਼ਰੂਰ ਇਹ ਉਹਨਾਂ ਨੂੰ ਇੰਸਪਾਇਰ ਕਰੇਗੀ, ਪ੍ਰੇਰਿਤ ਕਰੇਗੀ। ਜੀ ਮੈਂ ਰਾਜੀਵ ਹੋਰਾਂ ਦੀ ਗੱਲ ਨੂੰ ਹੀ ਅੱਗੇ ਵਧਾਉਣਾ ਕਿ ਇਹਨਾਂ ਨੇ ਕਿਹਾ ਕਿ ਨੈਸ਼ਨਲ ਫਿਲਮ ਆਰਕਾਈਵ ਨਾਲ ਸਾਨੂੰ ਸੰਬੰਧ ਬਣਾਉਣਾ ਚਾਹੀਦਾ, ਬਲਕਿ ਆਪਾਂ ਤਾਂ ਇਹ ਵੀ ਚਾਹਾਂਗੇ ਕਿ ਪੰਜਾਬੀ ਸਿਨੇਮਾ ਦਾ ਆਪਣੀ ਫਿਲਮ ਆਰਕਾਈਵ ਹੋਵੇ ਜਿੱਥੇ ਪੰਜਾਬੀ 'ਚ ਬਣਨ ਵਾਲੀ ਹਰ ਫਿਲਮ ਸੁਰੱਖਿਅਤ ਕੀਤੀ ਜਾ ਸਕੇ। ਅਸੀਂ ਪਹਿਲਾਂ ਪਾਰਟੀਸ਼ਨ ਕਰਕੇ ਫਿਰ ਇਸ ਗੱਲ ਕਰਕੇ ਕਿ ਫਿਲਮ ਕੋਈ ਏਡੀ ਸਾਂਭਣ ਵਾਲੀ ਚੀਜ਼ ਨਹੀਂ ਹੈਗੀ, ਬਹੁਤ ਫਿਲਮਾਂ ਗਵਾ ਚੁੱਕੇ ਹਾਂ, ਜਿਵੇਂ 47 ਤੋਂ ਪਹਿਲਾਂ ਦੀ ਕਿਸੇ ਵੀ ਫਿਲਮ ਦਾ ਸਾਨੂੰ ਹੁਣ ਕੋਈ ਪ੍ਰਿੰਟ ਨਹੀਂ ਮਿਲਦਾ ਹੈਗਾ। ਰਾਜੀਵ ਹੋਰਾਂ ਨੇ ਜਿਹੜੀ ਦੂਜੀ ਗੱਲ ਕੰਟੈਂਟ ਬਾਰੇ ਕੀਤੀ ਆ, ਇਸ ਨੂੰ ਠੀਕ ਕਰਨ ਲਈ ਇਹ ਕਿ ਸਾਡੇ ਪੰਜਾਬ ਦੇ ਵਿੱਚ ਫਿਲਮ ਬਾਰੇ ਕੇਵਲ ਉਹਨੂੰ ਮਨੋਰੰਜਨ ਦਾ ਸਾਧਨ ਨਾ ਮੰਨਿਆ ਜਾਵੇ, ਉਹਦੇ ਬਾਰੇ ਗੱਲਬਾਤ ਹੁੰਦੀ ਰਹੇ, ਉਹਦੇ ਕੰਟੈਂਟ ਬਾਰੇ ਜ਼ਰੂਰ ਗੱਲ ਹੋਵੇ, ਜਿਵੇਂ ਹੁਣ ਅੱਜ ਆਪਾਂ ਇਸ ਮੁੱਦੇ ਨੂੰ ਲੈ ਕੇ ਗੱਲ ਕਰ ਰਹੇ ਹਾਂ। ਜਦੋਂ ਮੈਂ ਇਹ ਫਿਲਮ ਦੇਖ ਰਿਹਾ ਸੀ ਬਲਦੇਵ ਜੀ, ਮੈਨੂੰ ਇਸ ਗੱਲੋਂ ਕੰਟੈਂਟ ਤਾਂ ਹੈ ਇੰਪੋਰਟੈਂਟ, ਉਹਨਾਂ ਦੇ ਰਾਜੀਵ ਹੋਰਾਂ ਨੇ ਗੱਲ ਕੀਤੀ, ਮੇਰੇ ਖਿਆਲ ਇਹ ਪੰਜਾਬੀ ਦੀ ਪਹਿਲੀ ਫਿਲਮ ਸੀ ਜਿਹਦੇ ਵਿੱਚ ਪ੍ਰਮਾਣਿਕ ਪੰਜਾਬੀ ਭਾਸ਼ਾ ਜਿਹੜਾ ਲੋਕੇਲ ਆ ਉਹ ਬਹੁਤ ਪ੍ਰਮਾਣਿਕ ਸੀ, ਜਿਹੜੇ ਡਰੈਸਸ ਸੀ ਉਹ ਬਹੁਤ ਪ੍ਰਮਾਣਿਕ ਸੀ। ਜਾਣੀ ਮੇਰਾ ਖਿਆਲ ਇਹਦੇ ਪਪੂਲਰ ਹੋਣ ਦਾ ਇੱਕ ਕਾਰਨ ਇਹ ਵੀ ਸੀ ਕਿ ਲੋਕਾਂ ਨੂੰ ਇਹ ਲੱਗੇ ਤਾਂ ਸਾਡੀ ਗੱਲ ਆ, ਸਾਡੇ ਵਰਗਿਆਂ ਦੀ ਗੱਲ ਆ, ਇਹ ਲੋਕ ਸਾਡੇ ਵਰਗੀ ਭਾਸ਼ਾ ਬੋਲਦੇ ਆ, ਬਲਕਿ ਸਾਡੇ ਤੋਂ ਵੀ ਸ਼ੁੱਧ ਬੋਲਦੇ ਆ। ਫਿਰ ਉਸ ਦੀ ਭਾਸ਼ਾ ਦੀ ਇਹ ਵੀ ਖੂਬਸੂਰਤੀ ਸੀ ਕਿ ਉਹ ਬਹੁਤ ਸਿੰਬੋਲਿਕ ਸੀ, ਬਹੁਤ ਪੋਇਟਿਕ ਸੀ। ਤਾਂ ਮੇਰਾ ਖਿਆਲ ਇੱਕ ਜਦੋਂ ਕੋਈ ਫਿਲਮ ਕਾਮਯਾਬ ਹੁੰਦੀ ਆ ਤਾਂ ਜਦੋਂ ਉਹਦਾ ਕੰਟੈਂਟ ਵੀ ਸ਼ਾਨਦਾਰ ਹੋਵੇ ਤੇ ਉਹ ਮਨੋਰੰਜਨ ਦੇ ਪੱਖ ਤੋਂ ਵੀ ਬਹੁਤ ਖੂਬਸੂਰਤ ਹੋਵੇ ਤਾਂ ਇਹੋ ਜਿਹਾ ਸੁਮੇਲ ਬਹੁਤ ਘੱਟ ਬਣਦਾ, ਫਿਲਮਾਂ ਹਿੱਟ ਤਾਂ ਬਹੁਤ ਹੋ ਜਾਂਦੀਆਂ ਨੇ। ਮੈਂ ਬਲਦੇਵ ਗਿੱਲ ਜੀ ਹੋਰਾਂ ਤੋਂ ਪੁੱਛਣਾ ਚਾਹਾਂਗਾ ਕਿ ਤੁਸੀਂ ਇਸ ਫਿਲਮ ਇੰਡਸਟਰੀ ਦੇ ਵਿੱਚ ਲੰਮਾ ਦੌਰ ਗੁਜ਼ਾਰਿਆ, ਤਾਂ ਉਸ ਦੌਰ ਦੇ ਕੁਝ ਅਨੁਭਵ, ਉਸ ਦੌਰ ਦੀ ਤੁਹਾਡੀ ਭਾਵਨਾ ਜਦੋਂ ਤੁਸੀਂ ਇਹ ਫਿਲਮ ਬਣਾਉਣੀ ਸ਼ੁਰੂ ਕੀਤੀ, ਕਿਵੇਂ ਮਨ ਦੇ ਵਿੱਚ ਆਈਡੀਆ ਆਇਆ? ਹਾਂਜੀ, ਮੈਂ ਜ਼ਰੂਰ ਦੱਸਾਂਗਾ, ਕਿਉਂਕਿ
ਜਦੋਂ ਮੈਂ ਪਹਿਲੀ ਜਗ੍ਹਾ ਤੇ ਇੱਕ ਫਿਲਮ ਦੇਖੀ ਸੀ ਪੰਜਾਬੀ, ਔਰ ਮੈਨੂੰ ਸਭ ਤੋਂ ਜ਼ਿਆਦਾ ਜਿਹੜਾ ਹੈਰਾਨੀ ਹੋਈ ਉਹ ਇਹ ਹੋਈ ਕਿ ਜਿਹੜੀ ਲੈਂਗੁਏਜ ਅਸੀਂ ਬੋਲਦੇ ਆ ਉਹ ਲੈਂਗੁਏਜ ਸਾਡੀ ਆਮ ਪੰਜਾਬੀ ਫਿਲਮ ਵਿੱਚ ਕਿਉਂ ਨਹੀਂ ਹੈ। ਮਤਲਬ ਕਿ ਭਈਆ ਬੇ ਤੂੰ ਸੋਹਣਿਆ ਕਿੱਧਰ ਗਿਆ, ਅਸੀਂ ਆਮ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਨਹੀਂ ਬੋਲਦੇ। ਪੰਜਾਬ ਦੇ ਵਿੱਚ ਅਸੀਂ ਇਸ ਤਰ੍ਹਾਂ ਗੱਲਾਂ ਨਹੀਂ ਕਰਦੇ ਜਿਵੇਂ ਓਪਰੀ ਜਿਹੀ ਗੱਲਾਂ ਕਰੀਏ। ਤੇ ਮੈਂ ਵੀ ਇਸੇ ਲਈ ਸੋਚਿਆ ਮੈਂ ਕਿਹਾ ਕਿਉਂ ਨਾ ਇੱਕ ਇਹੋ ਜਿਹੀ ਫਿਲਮ ਬਣਾਈ ਜਾਵੇ ਜਿਹੜੀ ਸਾਡੀ ਆਪਣੀ ਭਾਸ਼ਾ ਹੋਵੇ, ਜਿਹੜੀ ਮਤਲਬ ਅਸੀਂ ਆਪ ਰਿਲੇਟ ਕਰ ਸਕੀਏ। ਮਤਲਬ ਇਸੇ ਲਈ ਜਦੋਂ ਫਿਲਮ ਦੇ ਵਿੱਚ ਲੈਂਗੁਏਜ ਮਾਲਵੇ ਦੀ ਲੈਂਗੁਏਜ ਆਈ ਤਾਂ ਵਰਲਡ ਵਾਈਡ ਬਹੁਤ ਜ਼ਿਆਦਾ ਅਸੈਪਟ ਹੋਈ। ਔਰ ਦੂਸਰਾ ਇਹ ਸੀ ਕਿ ਫਿਲਮ ਦੇ ਵਿੱਚ ਵਰਤੀ ਹੋਈ ਜਿਹੜੀ ਲੈਂਗੁਏਜ ਉਹ ਬਿਲਕੁਲ ਵੱਖਰੀ ਸੀਗੀ। ਉਹ ਬਿਲਕੁਲ ਨਹੀਂ ਸੀ ਜਿਹੜੀ ਪਹਿਲਾਂ ਆਮ ਪੰਜਾਬੀ ਫਿਲਮਾਂ ਵਿੱਚ ਹੁੰਦੀ ਹੈ, ਬੜੀ ਮਤਲਬ ਓਪਰੀ ਜਿਹੀ ਲੱਗੀ। ਇਸ ਲਈ ਮੈਂ ਸਭ ਤੋਂ ਮੇਰੇ ਦਿਮਾਗ ਦੇ ਵਿੱਚ ਇਹੀ ਆਇਆ ਸੀਗਾ ਕਿ ਮੈਂ ਕੋਈ ਇਹੋ ਜਿਹਾ ਕੰਮ ਕਰਾਂ ਜਿਹੜੀ ਆਪਣੀ ਲੈਂਗੁਏਜ ਵਿੱਚ ਹੋਵੇ। ਉਹ ਲੈਂਗੁਏਜ ਉਹ ਵੀ ਆਪਣੀ ਸੀ ਲੇਕਿਨ ਥੋੜਾ ਜਿਹਾ ਆਪਣਾਪਨ ਸੀ ਜਿਹੜਾ ਮੈਨੂੰ ਅੱਖਰਿਆ ਤੇ ਮੈਂ ਫਿਲਮ ਲਿਖਣੀ ਸ਼ੁਰੂ ਕੀਤੀ। ਹਾਂਜੀ ਤੁਹਾਡੀ ਵਿੱਚ ਆਵਾਜ਼ ਚਲੋ ਆਪਾਂ ਗੱਲ ਫਿਰ ਵੀ ਤੋਰਾਂਗੇ, ਪਰ ਮੈਂ ਹੁਣ ਸਿਮਰਨ ਤੋਂ ਜਾਣਨਾ ਚਾਹੁੰਦਾ। ਸਿਮਰਨ, ਲੋਕਾਂ ਦੇ ਮਨ ਦੇ ਵਿੱਚ ਇਹ ਖਿਆਲ ਆ ਕਿ ਇਹ ਤਾਂ ਸਾਰੇ ਆਪਾਂ ਸੁਣ ਰਹੇ ਕਿ ਫਿਲਮ ਅਪਗ੍ਰੇਡ ਹੋਈ ਆ, ਇਹ ਅਪਗ੍ਰੇਡੇਸ਼ਨ ਤੋਂ ਕੀ ਭਾਵ ਆ ਤੇ ਇਹਦੇ ਵਿੱਚ ਤੁਸੀਂ ਕਿਸ ਤਰ੍ਹਾਂ ਦਾ ਕੰਮ ਕੀਤਾ ਤੇ ਕਿਸ ਤਰ੍ਹਾਂ ਦੀਆਂ ਟੈਕਨੀਕਸ ਇਹਦੇ ਵਿੱਚ ਪ੍ਰਯੋਗ ਕੀਤੀਆਂ ਨੇ ਤੇ ਤੁਹਾਡਾ ਇਸ ਫਿਲਮ ਨਾਲ ਨਾਤਾ ਕਿਵੇਂ ਬਣਦਾ? ਤਾਂ ਉਹ ਕਹਾਣੀ ਨਾਤਾ ਬਣਨ ਤੋਂ ਫਿਲਮ ਦੇ ਅਪਗ੍ਰੇਡ ਹੋਣ ਤੱਕ ਦੀ ਕਹਾਣੀ ਤੁਸੀਂ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ। So ਮੇਰੀ entry into the story is actually in 2011 ਦੇ ਤਕਰੀਬਨ। ਮੈਂ ਹਜੇ ਫਿਲਮ ਸਕੂਲ ਦੇ ਵਿੱਚ ਸੀਗਾ ਤੇ ਮੈਂ ਤੇ ਪਾਪਾ ਬੈਠੇ ਸੀ ਘਰੇ and we were saying ਕਿ you know ਫਿਲਮ ਸਕੂਲ ਤੋਂ ਬਾਅਦ ਕਾਫੀ ਮਤਲਬ ਲੋਕੀ ਪਾਸ ਆਊਟ ਹੁੰਦੇ ਆ ਤੇ ਫਿਲਮ ਸਕੂਲ ਤੋਂ ਬਾਅਦ ਉਹ ਮਤਲਬ ਕੋਈ ਕੈਰੀਅਰ ਪਾਥ ਨਹੀਂ ਹੁੰਦਾ ਕਿਉਂਕਿ ਫਿਲਮ ਮੇਕਰ ਬਣਨਾ ਇਜ਼ ਅ ਵੈਰੀ ਇੱਕ ਡਾਈਸੀ ਜਿਹਾ ਕੰਮ ਆ ਯੂ ਨੋ। ਸੋ ਅਸੀਂ ਕਰਦੇ ਸੀ ਗੱਲਾਂ ਕਿ ਵਾਟ ਟੂ ਡੂ ਨੈਕਸਟ, ਇਹ ਜਿਹੜਾ ਫਿਲਮ ਮੇਕਿੰਗ ਵੈਂਚਰ ਇਹਨੂੰ ਕਿੱਥੇ ਲੈ ਕੇ ਜਾਣਾ ਚਾਹੀਦਾ। ਤੇ ਪਾਪਾ ਵਾਜ਼ ਗੁੱਡ ਫਰੈਂਡਸ ਵਿਦ ਆਪਣੇ ਬਲਦੇਵ ਗਿੱਲ ਅੰਕਲ ਹੋਣੀ ਤੇ ਮਨਮੋਹਨ ਅੰਕਲ ਹੋਣੀ ਐਂਡ ਇਹਨਾਂ ਦਾ ਐਕਚੁਅਲੀ ਸੰਬੰਧ 1970s ਤੋਂ ਰਿਹਾ ਸੀਗਾ। ਇਨਫੈਕਟ ਪਾਪਾ ਨੇ ਐਕਚੁਅਲੀ ਬਲਦੇਵ ਅੰਕਲ ਤੇ ਮਨਮੋਹਨ ਅੰਕਲ ਨੂੰ ਮਿਲਾਇਆ ਸੀਗਾ ਐਟ ਦੈਟ ਟਾਈਮ। ਸੋ ਪਰ ਉਹ ਫਿਰ ਇੰਗਲੈਂਡ ਆ ਕੇ ਆਪਣਾ ਜ਼ਿੰਦਗੀ ਉਹਨੇ ਸ਼ੁਰੂ ਕਰ ਲਿਆ ਤੇ ਫਿਰ ਮੈਂ ਜਦੋਂ ਪੈ ਗਿਆ ਫਿਲਮਾਂ ਵਾਲੇ ਪਾਸੇ ਸਾਡੀ ਡਿਸਕਸ਼ਨ ਹੋ ਰਹੀ ਸੀ ਕਿ ਕੀ ਕਰੀਏ ਨੈਕਸਟ। ਤੇ ਪਾਪਾ ਨੇ ਕਿਹਾ ਕਿ ਸਿਮਰਨ ਦੇਖ ਜੇ ਤੂੰ ਫਿਲਮਾਂ ਦਾ ਤੂੰ ਸੀਰੀਅਸ ਆ, ਮੈਨੂੰ ਇੱਕ ਦੋ ਬੰਦੇ ਜਾਣਦੇ ਇਨ ਦ ਫਿਲਮ ਇੰਡਸਟਰੀ ਜਿਹੜੇ ਕਾਮਯਾਬ ਹੋਏ ਨੇ। ਤੇ ਪਾਪਾ ਕੋਲਡ ਬਲਦੇਵ ਅੰਕਲ ਐਂਡ ਬਲਦੇਵ ਅੰਕਲ ਨੂੰ ਉਹਨਾਂ ਨੇ ਇੱਥੇ ਸੱਦਿਆ ਲੰਡਨ ਫॉर 2-3 ਵੀਕਸ ਸਾਡੇ ਨਾਲ ਰਹਿਣ ਲਈ, ਗੱਲਾਂ ਬਾਤਾਂ ਕਰਨ, ਡਿਸਕਸ ਕਰਨ, ਬ੍ਰੇਨਸਟਾਰਮ ਕਰਨ ਕਿ ਯੂ ਨੋ ਕੀ ਹੋ ਸਕਦਾ ਹੈ, ਕੋਲੈਬੋਰੇਸ਼ਨ, ਐਕਸਪਲੋਰੇਸ਼ਨ ਕਰਨੀ, ਖੁੱਲਾ ਐਕਸਪਲੋਰੇਸ਼ਨ। ਤੇ ਅਸੀਂ ਬਲਦੇਵ ਅੰਕਲ ਨੂੰ ਹਜੇ ਹੀਥਰੋ ਏਅਰਪੋਰਟ ਤੋਂ ਚੱਕਿਆ ਹੀ ਹੋਇਆ ਸੀ ਤੇ ਅਸੀਂ ਸਾਡੀਆਂ ਗੱਲਾਂ ਹੋਣ ਲੱਗ ਗਈਆਂ ਫਿਲਮਾਂ ਬਾਰੇ ਐਂਡ ਐਵਰੀਥਿੰਗ। ਤੇ ਰਸਤੇ ਦੇ ਵਿੱਚ ਪਾਪਾ ਡਰਾਈਵ ਕਰ ਰਹੇ ਸੀ, ਅੰਕਲ ਹੁਣੀ ਸਾਈਡ ਵਾਲੇ ਸੀਟ ਤੇ ਬੈਠੇ ਸੀ ਕਿ ਮੈਂ ਪਿੱਛੇ ਬੈਠਾ ਸੀ। ਤੇ ਕਿਤੇ ਪਾਪਾ ਨਾ ਮੁੜ ਕੇ ਅੰਕਲ ਨੂੰ ਕਹਿੰਦਾ ਕਿ ਬਲਦੇਵ ਯਾਰ ਕਹਿੰਦੇ ਉਹ ਚੰਨ ਪ੍ਰਦੇਸ਼ੀ ਦਾ ਕੀ ਤੁਸੀਂ ਕੀ ਕਰ ਰਹੇ ਆ? ਤੇ ਬਲਦੇਵ ਅੰਕਲ ਥੋੜਾ ਜਿਹਾ ਨਾ ਹੋ ਗਏ, ਹੀ ਵਾਸ ਅ ਬਿਟ ਬਮਿਊਜ਼ਡ, ਕਹਿੰਦੇ ਹੋਣਾ ਕੀ ਆ, ਕਰਨਾ ਕੀ ਆ, ਜੋ ਕਰਨਾ ਸੀ ਕਰ ਲਿਆ, ਪੁਰਾਣੀ ਫਿਲਮ ਹੈ। ਤੇ ਪਾਪਾ ਕਹਿੰਦੇ ਯਾਰ ਜੇ ਤੁਸੀਂ ਉਹ ਫਿਲਮ ਦੁਬਾਰਾ ਲਿਆਉਂਦੇ ਰਿਲੀਜ਼ ਕਰਦੇ ਸਿਨੇਮਾਸ ਦੇ ਵਿੱਚ, ਤੇ ਉਹ ਨਾ ਖਾਮੋਸ਼ੀ ਜਿਹੀ ਹੋ ਗਈ ਆਪਣੀ ਗੱਡੀ 'ਚ ਤੇ ਖਾਓ ਵੈਂਟ ਸਾਇਲੈਂਟ। ਤੇ ਫਿਰ ਪਾਪਾ ਨੇ ਮੁੜ ਕੇ ਮੇਰੇ ਵੱਲ ਦੇਖਿਆ, ਕਹਿੰਦੇ ਕਿ ਕਿਉਂ ਇਹ ਸਿਮਰਨ ਹੋ ਸਕਦਾ ਕਿ ਨਹੀਂ, ਵਾਟ ਡੂ ਯੂ ਥਿੰਕ? ਤੇ ਮੈਂ ਫਿਲਮ ਸਕੂਲ ਹੁੰਦੇ ਹੋਏ ਆਈ ਹੈਡ ਜਸਟ ਸੀਨ ਫ੍ਰਾਂਸਿਸ ਫੋਰਡ ਕੋਪੋਲਾ ਦੀ ਰੀਮਾਸਟਰ ਉਹਨੇ ਕੀਤੀ ਹੋਈ ਸੀ ਗੋਡਫਾਦਰ ਦੀ ਐਟ ਦੈਟ ਟਾਈਮ, ਦੁਬਾਰਾ ਵੀ ਕੀਤੀ ਹੈ ਇਸ ਸਾਲ 50th ਐਨੀਵਰਸਰੀ, ਉਹ 40th ਐਨੀਵਰਸਰੀ ਸੀ ਰੈਸਟੋਰੇਸ਼ਨ। ਦੇਖੋ ਕਿੰਨੀ ਵਾਰੀ ਆਪਣੀ ਫਿਲਮ ਨੂੰ ਰਿਸਟੋਰ ਕਰਦੇ ਨੇ। ਤੇ ਉਹ 40th ਐਨੀਵਰਸਰੀ ਰੈਸਟੋਰੇਸ਼ਨ ਸੀ। ਮੈਂ BFI ਬ੍ਰਿਟਿਸ਼ ਫਿਲਮ ਇੰਸਟੀਚਿਊਟ ਜਾ ਕੇ ਮੈਂ ਖੁਦ ਜਾ ਕੇ ਪ੍ਰਿੰਟ ਦੇਖਿਆ ਓਰੀਜਨਲ ਰੀਮਾਸਟਰ ਕੀਤੀ ਹੋਈ and it was amazing। ਤੇ ਉਹ instantly ਮੇਰੇ ਦਿਮਾਗ 'ਚ ਆ ਗਿਆ ਨਾ ਕਿ ਪਾਪਾ ਦੇਖੋ if you are saying ਕਿ ਜਿਹੜੇ ਚੰਨ ਪ੍ਰਦੇਸ਼ੀ ਉਹ ਸਾਡੀ ਗੋਡਫਾਦਰ ਆ ਪੰਜਾਬੀ ਸਿਨੇਮਾ ਦੀ, then we should give it godfather ਵਾਲੀ treatment, let's remaster ਉਹ ਵੀ from the original print ਜੇ ਲੱਭ ਸਕੇ, if we can find the original negative, let's remaster that exactly ਜਿਵੇਂ ਉਹਨਾਂ ਨੇ ਗੋਡਫਾਦਰ ਦੀ ਕੀਤੀ ਸੀਗੀ।
So फिर then dad took that idea back to Baldev uncle. He said, क्योंकि बलदेव तेनू की लगता हो सकता कि नहीं? फिर बलदेव अंकल माड़े जी चुप जी हो गई, was thinking about it. फिर कहते सिद्धू साहब जे कोई कर सकता तुसी ही कर सकते. I don't know anybody else जिहदा will होवे या जिहड़ा capacity होवे इहो जिहा काम करने, क्योंकि किसने कदे पहला कीता नहीं है, खास करके पंजाबी सिनेमा दे विच. ਤੇ ਮੈਂ ਤੇ ਪਾਪਾ ਆਈ ਥਿੰਕ ਉਹ ਗੱਡੀ ਦੇ ਵਿੱਚ ਸਾਡੇ ਦੋਵਾਂ ਦੇ ਦਿਮਾਗ ਘੁੰਮਣ ਲੱਗ ਗਏ. ਤੇ ਉਸ ਤੋਂ ਬਾਅਦ ਕਿਉਂਕਿ ਐਕਚੁਅਲੀ ਪਾਪਾ ਤੇ ਮੇਰਾ ਦਾ ਸਟਾਈਲ ਕਾਫੀ ਸਿੰਪੈਥਿਕ ਹੋਇਆ. ਜਦੋਂ ਕੁਝ ਸੋਚਦੇ ਆ I already have feelings about it. ਜਦੋਂ ਮੈਂ ਕੁਝ ਸੋਚਦਾ ਪਾਪਾ already has feelings about it. ਇਹ ਜਿਹੜੀ ਸਾਡੀ ਪਿਓਪਤ ਦਾ ਜਿਹੜਾ ਸੰਬੰਧ ਹੈ ਨਾ, we have a very it's like ਜਦੋਂ ਤੁਸੀਂ sabji ਨੂੰ you're trying to say ਕਿ you know which ingredient is in the sabji, ਤੁਸੀਂ ਕਹਿ ਨਹੀਂ ਸਕਦੇ. Me and dad, we've done everything together, you know. ਤੇ ਸਾਡੀ ਮਤਲਬ ਪੱਕਾ ਇੱਕ ਫਾਦਰ ਸਨ ਟੀਮ ਹੈ, and I'm proud of that, you know. ਤੇ ਉਹ ਫਿਰ ਸਾਡਾ ਟੀਮ ਸ਼ੁਰੂ ਹੋ ਗਿਆ from then on. ਤੇ ਅਸੀਂ ਇਕੱਠੇ ਜਿਹੜੇ we came to Mumbai, we talked to ਆਪਣੇ ਕੇਵਲ ਸੂਰੀ ਸਾਹਿਬ and we talked to other people. Yogaraj Seda ਸਾਹਿਬ was very helpful. ਸਾਰੇ ਅਸੀਂ ਰਾਈਟਸ ਐਕਵਾਇਰ ਕੀਤੇ, ਫਿਲਮ ਦੇ ਟਾਈਟਲ ਤੱਕ ਅਸੀਂ ਉਹਨੂੰ ਰਜਿਸਟਰ ਕੀਤਾ ਹੋਇਆ, because we wanted to protect ਇਵੇਂ ਹੋਇਆ ਕਿ we went to some of the studios in Mohali. ਉਹ ਨਾਮ ਨਹੀਂ ਲਾਉਂਗਾ ਪਰ you know ਵੱਡੇ ਜਿਹੜੇ ਸਟੂਡੀਓਜ਼ ਉੱਥੇ ਹੈਗੇ ਨੇ ਜਿਹੜੇ ਬਣਾਉਂਦੇ ਨੇ. None of them were really interested in ਚੰਦ ਪਰਦੇਸੀ remastered. ਸਾਰੇ ਕਹਿ ਰਹੇ ਸੀ ਕਿ ਤੁਸੀਂ ਇਹਨੂੰ ਰੀਮੇਕ ਕਿਉਂ ਨਹੀਂ ਕਰਦੇ, ਤੇ ਰੀਮੇਕ ਵੀ ਕਾਮੇਡੀ ਦੇ ਤੌਰ ਤੇ ਤੁਸੀਂ ਰੀਮੇਕ ਕਰੋ. ਫਿਰ ਸਾਨੂੰ ਪਤਾ ਲੱਗ ਗਿਆ ਕਿ ਸਾਨੂੰ ਹੀ ਸਾਰਾ ਕੁਝ ਉੱਪਰ ਕਬਜ਼ਾ ਕਰਕੇ ਸਾਨੂੰ ਇਹਦਾ ਰਾਖਾ ਕਰਨਾ ਪੈਣਾ, ਇਹਨੂੰ ਪ੍ਰੋਟੈਕਟ ਕਰਨਾ ਪੈਣਾ, ਕਿਉਂਕਿ ਜੇ ਇਹ ਗਲਤ ਹੱਥਾਂ 'ਚ ਪੈ ਗਿਆ this could become something else, you know. So ਉਹੀ ਪ੍ਰੋਟੈਕਸ਼ਨ ਵਾਲੀ ਮੈਂਟੈਲਿਟੀ, ਸਾਡਾ ਮੰਤਰ ਇਹੀ ਸੀ ਕਿ ਪ੍ਰੀਜ਼ਰਵ ਐਂਡ ਇਨਹਾਂਸ. ਜਿਹੜਾ ਚੀਜ਼ ਹੈ ਉਹਨੂੰ ਪ੍ਰੋਟੈਕਟ ਕਰਨਾ, ਤੇ ਜਿੱਥੇ ਅਸੀਂ ਉਹਨੂੰ ਇਨਹਾਂਸ ਕਰ ਸਕਦੇ ਉਹਦਾ ਅੰਦਰਲਾ ਜਿਹੜਾ ਲਿਸ਼ਕ ਆ ਉਹਨੂੰ ਅਸੀਂ ਬਾਹਰ ਮਤਲਬ ਕੱਢ ਸਕਦੇ ਉੱਥੇ ਅਸੀਂ ਕਰਾਂਗੇ, ਪਰ ਇੰਟਰਫੇਅਰ ਨਹੀਂ ਕਰਨਾ. ਭਾਵੇਂ ਸਕਰੀਨ ਦਾ ਸ਼ੇਪ ਹੋਵੇ, ਉਹਦੀ ਓਰੀਜਨਲ ਜਿਹੜੀ ਕੰਪੋਜੀਸ਼ਨ ਹੋਵੇ, ਭਾਵੇਂ ਸਾਊਂਡ ਹੋਵੇ, ਉਹਦੀ ਲੇਅਰਿੰਗ ਕਰਨੀ. ਵੀ ਡੋਂਟ ਵਾਂਟ ਟੂ ਉਹਦੇ ਉੱਪਰ ਕੁਝ ਥੋਪਣਾ ਨਹੀਂ ਚਾਹੁੰਦੇ. ਜਿਹੜਾ DI ਕਲਰ ਗ੍ਰੇਡ ਵੀ ਸੀਗਾ, ਹੁਣ ਦੂਸਰੀਆਂ ਫਿਲਮਾਂ ਵੀ ਰੀਮਾਸਟਰ ਹੋਈਆਂ ਨੇ ਲਾਈਕ ਸ਼ੋਲੇ ਐਂਡ ਵਗੈਰਾ ਵਗੈਰਾ, ਕਾਫੀ ਉਹਦੀ ਕਲਰ ਬਾਲਾ ਹੀ ਜ਼ਿਆਦਾ ਚੱਕੀ ਗਈ, ਉਹ ਓਵਰ ਸੈਚੂਰੇਟ ਹੋ ਜਾਂਦਾ ਹੈ, ਉਹ ਡੈਪਥ ਸਾਰੀ ਖਤਮ ਹੋ ਜਾਂਦੀ ਹੈ. We brought ਮਨਮੋਹਨ ਅੰਕਲ ਬੈਕ. ਮਨਮੋਹਨ ਅੰਕਲ ਨੂੰ ਅਸੀਂ ਕਿਹਾ ਕਿ ਅੰਕਲ ਜੀ ਜਿਵੇਂ ਤੁਹਾਡਾ ਵਿਜ਼ਨ ਸੀਗਾ 1979 ਦੇ ਵਿੱਚ, ਐਗਜ਼ੈਕਟਲੀ ਜੋ ਤੁਸੀਂ ਦੇਖਣਾ ਚਾਹੁੰਦੇ ਸੀ ਐਟ ਦੈਟ ਟਾਈਮ, ਪਰ ਸ਼ਾਇਦ ਉਸ ਵੇਲੇ ਟੈਕਨੋਲੋਜੀ ਨਹੀਂ ਸੀਗਾ, ਉਸ ਪ੍ਰੈਸੀਜਨ ਨਾਲ ਤੁਸੀਂ ਆਪਣਾ ਵਿਜ਼ਨ ਪੇਸ਼ ਕਰੋ. ਐਂਡ that's exactly what ਮਨਮੋਹਨ ਅੰਕਲ did. And so now I would say ਕਿ ਜਿਹੜਾ ਚੰਦ ਪਰਦੇਸੀ remastered ਹੈ, this is the best Punjabi film ever made, looking the best and sounding the best on the biggest screen. So ਇਹ ਕਾਫੀ ਇੱਕ ਕੀਮਤੀ ਮੌਕਾ ਹੈ ਇਤਿਹਾਸ ਦੇ ਵਿੱਚ, and the fact that ਮੈਂ ਤੇ ਪਾਪਾ can be one small part of it, ਇੱਕ ਬਹੁਤ ਮਤਲਬ ਮਾਣ ਵਾਲੀ ਗੱਲ ਹੈ, and we feel very humble and very honored to be a part of this. So ਹਾਂਜੀ. ਬਹੁਤ ਸ਼ੁਕਰੀਆ ਸਿਮਰਨ. ਮੈਂ ਹੁਣ ਪਹਿਲਾਂ ਤਾਂ ਇਹ ਗੱਲ ਬਹੁਤ ਚੰਗੀ ਲੱਗੀ ਕਿ ਪ੍ਰਦੇਸ਼ ਦੇ ਵਿੱਚ ਵੀ ਜਿਹੜਾ ਬੱਚਾ ਉੱਥੇ ਜੰਮਿਆ ਪਲਿਆ ਹੋਵੇ ਤੇ ਫਾਦਰ ਤੇ ਪੁੱਤ ਦੀ ਇੰਨੀ ਵਧੀਆ ਬਣਦੀ ਹੋਵੇ, ਸੱਚਮੁੱਚ ਬਹੁਤ ਚੰਗੀ ਗੱਲ ਆ. ਮੈਂ ਚਿਤਾਰਥ ਹੋਰਾਂ ਵੱਲ ਆਉਣਾ ਚਾਹੁੰਦਾ. ਤੁਸੀਂ ਜਦੋਂ ਦੀ ਫਿਲਮ ਦੀ ਪੁਨਰ ਰਿਲੀਜ਼ ਦਾ ਗੱਲਬਾਤ ਸ਼ੁਰੂ ਹੋਈ ਹੋਣੀ ਆ, ਤੁਹਾਡੇ ਮਨ ਦੇ ਵਿੱਚ ਬਹੁਤ ਖਿਆਲ ਆਏ ਹੋਣਗੇ, ਬਹੁਤ ਸੋਚਾਂ ਆਈਆਂ ਹੋਣਗੀਆਂ. ਇੱਕ ਤਾਂ ਉਹ ਸੋਚਾਂ ਸਾਡੇ ਨਾਲ ਸ਼ੇਅਰ ਕਰੋ. ਇੱਕ ਤੁਸੀਂ ਉਸ ਫਿਲਮ ਜਦੋਂ ਤੁਹਾਡੇ ਕੋਲ ਆਈ ਫਿਲਮ ਇਹ ਕਿ ਤੁਸੀਂ ਡਾਇਰੈਕਟ ਕਰਨੀ, ਤੁਹਾਡੇ ਕਿਸ ਤਰ੍ਹਾਂ ਦੇ ਅਹਿਸਾਸ ਸੀ, ਤੇ ਜਦੋਂ ਅੱਜ ਰਿਲੀਜ਼ ਹੋ ਰਹੀ ਹੈ ਤੁਹਾਨੂੰ ਕਿਸ ਤਰੀਕੇ ਨਾਲ ਮਹਿਸੂਸ ਹੋ ਰਿਹਾ, ਯਾਨੀ ਜਿਹੜਾ ਤੁਹਾਡੇ ਮਨ 'ਚ ਚੱਲਿਆ ਉਸ ਵੇਲੇ ਜਦੋਂ ਤੁਹਾਡੇ ਕੋਲ ਫਿਲਮ ਆਈ ਤੇ ਅੱਜ ਜਦੋਂ ਰਿਲੀਜ਼ ਹੋ ਰਹੀ ਹੈ, ਉਹ ਸਾਡੇ ਨਾਲ ਭਾਵਨਾਵਾਂ ਆਪਣੀਆਂ ਜ਼ਰੂਰ ਸਾਂਝੀਆਂ ਕਰੋ. नमस्कार एवरीबॉडी. मैं शुरुआत तो करूंगा डायस्पोरा से, क्योंकि ये डायस्पोरा का जो आपने इशू उठाया है उनकी बहुत मदद रहती है. अभी भी डॉक्टर चरण सिंह जी की है, और मैं एक छोटा सा किस्सा बताना चाहता हूँ चंद परदेसी के बारे में. कि एक मैंने फिल्म बनाई थी शहीद उधम सिंह, जो उसको भी नेशनल अवार्ड मिला था. तो शहीद उधम सिंह की शूटिंग करने हम लोग, वो तो इंग्लैंड में की शूटिंग के बगैर हो ही नहीं सकती थी, तो हम लोग जब वहां गए तो बर्मिंघम की मुझे याद है एक रात के वहां पे काफी बड़ा प्रोग्राम था. उसके बाद हम लोग जा रहे थे तो हमें भी किसी की कार में बिठा दिया गया कि भाई लंच जहाँ पे डिनर करने जा रहे हो वहां पे चले जाओ.
तो जो साहब उसको ड्राइव कर रहे थे वो पंजाबी थे, डायस्पोरा के मेंबर थे वो। उन्होंने ये बात कही कि भाई मैं तो पंजाबी फिल्में देखता नहीं, मैं तो सत्यजीत रे की फिल्में देखता हूँ। और उसके बीच में उन्होंने फिर कहा कि बस एक पंजाबी फिल्म मैंने देखी थी जिसका नाम था चंद परदेसी। तो मेरे साथ जो बैठे थे उन्होंने कहा कि उनके डायरेक्टर जो है वो आपके बगल वाली सीट पे बैठे हैं। और वो इतने खुश हुए कि उन्होंने कार रोकी और उतर के मुझे जफ्फी डाली। कहते हैं कि आपने जो है पंजाबी सिनेमा का नाम कर दिया। तो जो डायस्पोरा है, और जैसे वो पिक्चर भी बनी थी उधम सिंह, वो डायस्पोरा की हेल्प के बगैर नहीं बन सकती थी। जो लोग बाहर, जो लोग वहां पे बसे हुए थे, जिनके घरों में हमने रहे, जिनकी रजाइयां लेके हमने ओढ़ी रात रात को, और उन सबकी मदद से, मतलब कहाँ पे शूटिंग करनी है, कहाँ से खाना आना है, वो पूरा का पूरा जैसे होता है ना एक मिशन। उन्होंने लंगर खोल दिए थे हम लोगों के लिए वहां पे। तो डायस्पोरा की हेल्प जो है ना वो पंजाबी सिनेमा को बहुत है। और खास तौर पे इस वक्त आज भी देखिए कि जो बॉक्स ऑफिस हमें बाहर से मिलता है वो बहुत वो जो डायस्पोरा का बॉक्स ऑफिस है वो पंजाबी सिनेमा को बहुत हेल्प करता है। अब नाउ कमिंग बैक टू द सेकंड पॉइंट, मैं इंस्टीट्यूट से आया था, मनमोहन भी मेरे साथ का क्लासमेट था, और मैंने डायरेक्शन कोर्स किया था, उन्होंने फोटोग्राफी किया था। हम सब लोग, काफी सारे लोग जो थे और वहां से आए थे। और बलदेव वगैरह जो है, ये भी एक अजीब चीज है कि ये सारे वो लोग थे जो कि बलदेव जी, चीमा जी और योगराज जी, जो शादीशुदा लोग, जो उस वक्त लोग सेटलमेंट, अपनी लाइफ को सेट करने में लगे होते हैं, इनमें एक पैशन था कि एक बड़ी फिल्म बनाए, एक अच्छी फिल्म बनाए। और वो ड्रीम लेके ये लोग जो है ये बॉम्बे आए। वहां पे जैसे जैसे लोग होते हैं, दोस्त से दोस्त मिलते जाते हैं, और मैं भी उसमें ज्वाइन कर गया। मुझे आज भी याद है कि उस वक्त मुझे इतनी एक्साइटमेंट थी ये पिक्चर मिलने की कि बलदेव जी, मैं तो हिंदी ही पढ़ता लिखना जानता था, मुझे पंजाबी आती नहीं थी गुरमुखी पढ़ने। तो मैंने बलदेव जी से पूरी की पूरी स्क्रिप्ट सुन के पहले अपने हाथ से उसको पंजाबी को हिंदी में लिखा फोनेटिकली। और उसके बाद जब वो लिखी, उसके साथ साथ मेरी जितनी भी इमेजिनेशन थी उस फिल्म के बारे में वो डाली। मेरा नानका फाजिल का था, तो ऐसा नहीं था कि मैं पंजाब से कोई बहुत दूर था, लेकिन मेरे घर में हिंदी बोली जाती थी। तो मेरे आसपास दिल्ली में तो आप जानते हैं, स्कूल भी मेरा वो था जो लायलपुर में पहले था, तो सारे टीचर्स पंजाबी, बेड़े में शेर, जिनसे बेड़ा शेर करते थे वो तलवार थे गुजरांवाला की, और जिनका घर था वो भी होशियारपुर के थे। तो सारा का सारा जो एटमॉस्फेयर था वो मेरे अंदर था। सिर्फ मेरे को एक जबान का प्रॉब्लम था, जो मेरे पीछे, मतलब राइट हैंड मेरा जो बलदेव जी थे, कि भाई जब डायलॉग बोला जाएगा, अब फिर भी ऐसा होता था कभी कभी मैं बलदेव को करेक्ट करता था कि बलदेव वो सही आया नहीं यार जो तूने लिखा। जब बलदेव जी भी ओके कर देते थे, क्योंकि हमारे पैशन था। उस वक्त हम लोग जो सारे लोग जो ये फिल्म करने शुरू हुए थे, हम सब नए नए थे। We were almost all of us were doing our first film. तो we were uncorrupted souls. सबसे ज्यादा इम्पोर्टेंट बात है कि इस पिक्चर में जो चंद परदेसी पिक्चर है, इसमें एक ऑनेस्टी है। इसमें किसी ने कोई बेईमानी नहीं की, यार ये सीन ऐसा इसलिए लिख देते हैं कि ये ऑडियंस को अच्छा लगे। ऑडियंस को अच्छा नहीं, जो पिक्चर की डिमांड थी, जो सब्जेक्ट की डिमांड थी, उस पे हम सब लोगों ने काम किया। और अभी तो मुझे इतने साल बाद भी लगता है कि शायद हम लोगों ने जैसी सोची नहीं थी, शायद उससे अच्छी बन गई। उस वक्त हम लोगों को आइडिया नहीं था कि ये क्या बनने वाला, क्योंकि जब आप शुरू करते हैं तो आपको पता नहीं होता कि ये बात कहाँ तक जाएगी। लेकिन वो जो पैशन था वो अल्टीमेटली बोर फ्रूट, और पिक्चर जो है बन गई, और एक ऐसी पिक्चर बन गई जो लैंडमार्क है। लोग कहते हैं कल्ट मूवी है वगैरह वगैरह वगैरह। अभी मैंने तो मतलब सीधी सी बात है, सच बोलने में कोई कोताही नहीं, कि मैं 40 साल से मैंने इस फिल्म का खाया इंडस्ट्री में। मेरे ख्याल बहुत ही खूब गल कही है कि ये फिल्म ने ਜਿਹੜੇ ਵੀ ਇਸ ਫਿਲਮ ਦੇ ਵਿੱਚ ਬਣਾਉਣ ਵਾਲੇ ਸੀ ਤੇ ਕੰਮ ਕਰਨ ਵਾਲੇ ਸੀ, ਹਮੇਸ਼ਾ ਲਈ ਅਮਰ ਕਰਤਾ।
ਤੇ ਸਦੀਵੀ ਤੌਰ ਤੇ ਉਹਨਾਂ ਦਾ ਨਾਂ ਸੁਰਖੀਆਂ ਦੇ ਵਿੱਚ ਵੀ ਲਿਆਤਾ। ਤੇ ਮੈਨੂੰ ਹੁਣ ਇਹ ਮਹਿਸੂਸ ਹੋ ਰਿਹਾ ਕਿ ਜਿਸ ਸ਼ਿੱਦਤ ਨਾਲ ਇਹ ਫਿਲਮ ਉਸ ਵੇਲੇ ਬਣੀ ਸੀ, ਉਸੇ ਸ਼ਿੱਦਤ ਨਾਲ ਡਾਕਟਰ ਚਾਨਣ ਸਿੰਘ ਸਿੱਧੂ ਸਾਰੀ ਟੀਮ ਨੂੰ ਨਾਲ ਲੈ ਕੇ ਉਸ ਨੂੰ ਰਿਲੀਜ਼ ਕਰਨ ਲਈ ਤੁਰੇ ਹੋਏ ਨੇ। ਉਹ ਹੁਣ ਪਿਛਲੇ ਮੇਰੇ ਖਿਆਲ ਲੰਮੇ ਸਮੇਂ ਤੋਂ ਇਸ ਕੰਮ ਤੇ ਨੇ, ਤੇ ਮੈਂ ਉਹਨਾਂ ਤੋਂ ਉਹ ਐਕਸਪੀਰੀਅੰਸ ਜਾਣਨਾ ਚਾਹਾਂਗਾ ਜਿਹੜੇ ਇਸ ਰਿਲੀਜ਼ ਦੇ ਸਮੇਂ ਦੌਰਾਨ ਉਹਨਾਂ ਨੇ ਇੰਟਰਵਿਊਜ਼ ਕਰਦਿਆਂ ਹੋਇਆਂ, ਜਿਹੜੀ ਵੱਖ-ਵੱਖ ਜਗ੍ਹਾ ਤੇ ਪ੍ਰੈਸ ਨਾਲ ਮਿਲਦਿਆਂ ਹੋਇਆਂ ਜਾਂ ਇਸ ਫਿਲਮ ਨੂੰ ਅਪਗ੍ਰੇਡ ਕਰਦਿਆਂ ਹੋਇਆਂ ਜੋ ਖਿਆਲ ਉਹਨਾਂ ਦੇ ਮਨ 'ਚ ਆਏ, ਜੋ ਐਕਸਪੀਰੀਅੰਸ ਹੋਏ, ਉਹ ਸਾਡੇ ਨਾਲ ਜ਼ਰੂਰ ਸਾਂਝੇ ਕਰਨ ਡਾਕਟਰ ਚਾਨਣ ਸਿੰਘ ਸਿੱਧੂ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੇਰੇ ਐਕਸਪੀਰੀਅੰਸਿਸ ਜਿਹੜੇ ਹੁਣ ਹੋਏ ਆ ਐਕਚੁਅਲੀ ਬਹੁਤ ਵਧੀਆ ਹੋਏ ਨੇ। ਉਹਨਾਂ 'ਚ ਇੱਕ ਤੇ ਅਸੀਂ ਲੁਧਿਆਣੇ ਜਦੋਂ ਪ੍ਰੈਸ ਕਾਨਫਰੰਸ ਕੀਤੀ ਤੇ ਉੱਥੇ ਇੱਕ ਲੇਡੀ ਐਂਕਰ ਸੀਗੀ ਤੇ ਉਹ ਵੀ ਹਿੰਦੀ ਬੋਲਦੀ ਸੀ ਤੇ ਨਾਲ ਬਲਦੇਵ ਗਿੱਲ ਹੋਣੀ ਸੀ ਇੱਕ ਪਾਸੇ ਮੈਂ ਬੈਠਾ ਸੀਗਾ ਤੇ ਉਹਨਾਂ ਨੇ ਸਾਡੀ ਇੰਟਰਵਿਊ ਲੈਣੀ ਸ਼ੁਰੂ ਕੀਤੀ ਤੇ ਇਨ ਬਿਟਵੀਨ ਦੀ ਉਹਨੇ ਕਹਿੰਦੀ ਮੈਂ ਇੱਕ ਗੱਲ ਕਰਨੀ ਆ ਫਿਲਮ ਬਾਰੇ। ਤੇ ਕਹਿੰਦੀ ਮੈਂ ਫੇਸਬੁੱਕ ਤੇ ਲਾਈਵ ਆਪਣੇ ਫਾਦਰ ਦੇ ਨਾਲ ਗੱਲ ਕਰ ਰਹੀ ਸੀ ਜਦੋਂ ਮੀਟਿੰਗ ਸਾਡੀ ਉਹ ਪ੍ਰੈਸ ਕਾਨਫਰੰਸ ਤੋਂ ਪਹਿਲਾਂ, ਤੇ ਉਹ ਕਹਿੰਦੀ ਮੈਂ ਏਦਾਂ ਆਈ ਹੋਈ ਹਾਂ ਕਿ ਫਿਲਮ ਚੰਨ ਪਰਦੇਸੀ ਦੀ ਪ੍ਰੈਸ ਕਾਨਫਰੰਸ ਆ, ਤੇ ਕਹਿੰਦੀ ਮੇਰੇ ਫਾਦਰ ਨੇ ਕਿਹਾ ਕਿ ਮੈਂ ਇਹ ਫਿਲਮ 40 ਤੋਂ 50 ਵਾਰੀ ਦੇਖੀ ਹੈ। ਸ਼ੀ ਸੈਡ ਇਟ ਇਨ ਉਹਦੀ ਇੰਟਰਵਿਊ, ਸਾਡੇ ਇੰਟਰਵਿਊ ਦੌਰਾਨ। ਤੇ ਉਹ ਹਰਿਆਣਾ 'ਚ ਰਹਿੰਦੇ ਆ, ਕਹਿੰਦੇ ਮੈਂ ਹੁਣ ਪੰਜਾਬ ਆ ਕੇ ਦੁਬਾਰਾ ਫਿਰ ਫਿਲਮ ਦੇਖਣੀ ਹੈ, ਐਟਲੀਸਟ 4-5 ਵਾਰੀ ਦੇਖੂੰਗਾ ਹੀ। ਸੋ ਇੱਕ ਤਾਂ ਇਹ ਸਾਨੂੰ ਮਤਲਬ I felt very humble and proud as well ਕਿ ਦੇਖੋ ਅਸੀਂ ਇੱਕ ਸਿਰਫ ਇੱਕ ਗੱਲ ਤੋਂ ਸ਼ੁਰੂ ਹੋਇਆ, ਬਲਦੇਵ ਗਿੱਲ ਹੋਣਾ ਗੱਲ ਕਿ ਯਾਰ ਫਿਲਮ ਦੁਬਾਰਾ ਕਰੀਏ, ਇਹਨਾਂ ਨੇ ਕਿਹਾ ਹਾਂਜੀ ਤੁਸੀਂ ਕਰ ਸਕਦੇ ਆ, ਤੁਸੀਂ ਕਰੋ। ਤੇ ਔਰ ਜਿਹੜਾ ਇੱਕ ਇਹ ਐਕਸਪੀਰੀਅੰਸ ਇੱਕ ਅਸੀਂ ਕੱਲ ਹੀ ਆਪਣੇ ਬਠਿੰਡੇ ਉੱਥੇ ਵੀ ਅਸੀਂ ਉਹੀ ਇਹ ਗੱਲ ਹੋਈ ਸੀ, ਉੱਥੇ ਮਨਮੋਹਨ ਜੀ ਮੇਰੇ ਨਾਲ ਸੀਗੇ ਤੇ ਉਹ ਇੱਕ ਪ੍ਰੈਸ ਵਾਲਾ ਸੀਗਾ, ਪ੍ਰੈਸ ਰਿਪੋਰਟਰ। ਉਹ ਕਹਿੰਦਾ ਜੀ ਮੇਰੇ ਫਾਦਰ ਨੇ ਕੋਈ 20-25 ਵਾਰ ਫਿਲਮ ਦੇਖੀ ਹੈ ਤੇ ਕਹਿੰਦਾ ਮੈਂ ਵੀ ਦੇਖੀ ਹੋਈ ਹੈ ਕਿਤਾ, ਤੇ ਕਹਿੰਦੇ ਅਸੀਂ ਸਾਰੇ ਦੇਖਾਂਗੇ। ਸੋ ਜਿਹੜਾ ਮੈਨੂੰ ਫੀਲ, ਮੈਂ ਐਕਚੁਅਲੀ ਜਦੋਂ ਇਹ ਕੰਮ ਸ਼ੁਰੂ ਕੀਤਾ ਸੀ ਨੈਵਰ ਥੌਟ ਕਿ ਇੰਨਾ ਵਧੀਆ ਰਿਸਪੌਂਸ ਆਊਗਾ ਜਾਂ ਲੋਕੀ ਇੰਨਾ ਵਧੀਆ। ਔਰ ਦੂਸਰਾ ਇਹ ਵੀ ਆ ਕਿ ਅਸੀਂ ਲੱਕੀ ਆ ਕਿ ਜਿਹੜੀ ਸਾਰੀ ਪੁਰਾਣੀ ਟੀਮ ਆ ਨਾ, ਉਹਨਾਂ ਨੇ ਸਾਨੂੰ ਸਪੋਰਟ ਕੀਤਾ ਹੈ ਪੂਰਾ। ਮੈਂ ਨੇ ਕਿਹਾ ਵੀ ਸੀ ਪਹਿਲਾਂ, ਮੈਂ ਕਿਹਾ ਜੇ ਤੁਸੀਂ ਸਪੋਰਟ ਕਰੋਗੇ ਤਾਂ ਕੰਮ ਸ਼ੁਰੂ ਕਰਨਾ ਹੈ, ਤੇ ਇਹਨਾਂ ਨੇ ਮੈਨੂੰ ਪੂਰਾ ਸਾਥ ਦਿੱਤਾ। ਮਨਮੋਹਨ ਜੀ ਨੇ ਪੂਰਾ ਸਾਥ ਦਿੱਤਾ, ਯੋਗਰਾਜ ਸੇਠਾ ਜੀ ਚਲੋ ਅੱਜ ਸਾਡੇ ਨਾਲ ਨਹੀਂ ਹੈਗੇ, ਪਰ ਉਹਨਾਂ ਨੇ ਵਿਚਾਰਿਆਂ ਨੇ ਉਦੋਂ ਜਦੋਂ ਅਸੀਂ ਮਿਲੇ ਆ ਉਦੋਂ ਵੀ ਉਹ ਹਿਸ ਹੈਲਥ ਵਾਸ ਨਾਟ ਦੈਟ ਗੁੱਡ, ਤੇ ਉਹਨਾਂ ਨੇ ਬੜਾ ਸਾਨੂੰ ਆਪਣੇ ਰਾਜ ਜੀ ਨੇ ਮਤਲਬ ਜਿੱਥੇ ਵੀ ਜਦੋਂ ਵੀ ਕਿਤੇ ਕਿਸੇ ਦੀ ਲੋੜ ਪਈ ਆ ਇਹਨਾਂ ਨੇ ਮਤਲਬ ਕਿਹਾ ਠੀਕ ਆ ਜੀ। ਔਰ ਹਾਂਜੀ ਚੀਮਾ ਸਾਹਿਬ ਆ, ਉਹਨਾਂ ਨੇ ਵੀ ਜਿਹੜਾ ਮਿਊਜ਼ਿਕ ਦਾ ਸਾਡਾ ਸਾਊਂਡ ਦਾ ਸਾਰਾ ਕੰਮ ਆ ਉਹ ਚੀਮਾ ਜੀ ਦਾ ਇੱਥੇ ਚੰਡੀਗੜ੍ਹ ਦੇ ਵਿੱਚ ਸਟੂਡੀਓ ਆ, ਤੇ ਉਹਨਾਂ ਨੇ ਉਹ ਜਿਹੜੇ ਇੱਕ ਮਿਸਟਰ ਕਪੂਰ ਹੈਗੇ ਨੇ, ਉਹਨਾਂ ਨੇ ਸਾਰੇ ਦੁਬਾਰਾ ਬਿਠਾ ਕੇ ਮਿਊਜ਼ੀਸ਼ੀਅਨਸ, ਤੇ ਹੁਣ ਉਹਦਾ 5.1 ਜਿਹਨੂੰ ਆਪਾਂ ਡੋਲਬੀ ਮਿਊਜ਼ਿਕ ਕਹਿੰਦੇ ਆ, ਉਹ 5.1 ਮਿਊਜ਼ਿਕ ਆ, ਮਤਲਬ HD ਦੇ ਵਿੱਚ ਹਾਈ ਡਿਜੀਟਲ ਆਪਣੇ ਉਹਦੇ 'ਚ ਉਹਦੀ ਜਿਹੜਾ ਸਾਰਾ ਕੰਮ ਹੋਇਆ। ਸੋ ਇਸ ਕਰਕੇ ਮੈਂ ਸਮਝਦਾ ਕਿ ਇਹ ਮੈਂ ਤਾਂ ਕਦੇ ਇਹ ਵੀ ਕਹਿੰਦਾ ਮੈਂ ਸਿਮਰਨ ਨੂੰ, ਮੈਂ ਕਿਹਾ ਯਾਰ ਇਹ ਕੋਈ ਰੱਬ ਨੂੰ ਸਾਡੀ ਡਿਊਟੀ ਲੱਗਦੀ ਆ, ਕੰਮ ਤਾਂ ਨਹੀਂ ਸਾਡਾ ਹੈਗਾ। ਤੇ ਲੇਕਿਨ ਇਹ ਸਿਮਰਨ ਦੀ ਇਹ ਬੜੀ ਹੈਗੀ ਆ ਕਿ ਇਹ ਪਰਫੈਕਸ਼ਨਿਸਟ ਆ ਬੰਦਾ। ਮੈਨੂੰ ਕਹਿੰਦਾ ਡੈਡੀ ਜੇ ਕਰਨਾ ਆ ਤੇ ਚੰਗੀ ਤਰ੍ਹਾਂ ਕਰੋ, ਜਿਵੇਂ ਮਤਲਬ ਕਿ ਹਾਲੀਵੁੱਡ ਦੀਆਂ ਫਿਲਮਾਂ ਹੁੰਦੀਆਂ। ਹੁਣ ਜਿਹੜਾ ਅਸੀਂ ਟ੍ਰੇਲਰ ਬਣਾਇਆ ਹੈ ਉਹ ਅਸੀਂ ਲੰਡਨ ਤੋਂ ਬਣਾਇਆ, ਇੱਕ ਸਬ ਫੈਕਟਰੀ ਵਾਲੇ ਹੈਗੇ, ਉਹਨਾਂ ਨੇ ਸਾਰੇ ਗੋਰਿਆਂ ਨੇ ਕੰਮ ਕੀਤਾ ਹੈ, ਤੇ ਇਹਨੇ ਪੰਜਾਬੀ ਇਹਨੇ ਵੀ ਹੁਣ ਸਿੱਖੀ ਹੈ, ਪੰਜਾਬੀ ਪੜ੍ਹਨੀ ਵੀ ਲਿਖਣੀ ਵੀ, ਮਤਲਬ ਬੋਲਣੀ ਤਾਂ ਚਲੋ ਕਾਫੀ ਆਉਂਦੀ ਸੀ ਉਹਨੂੰ ਥੋੜੀ, ਪਰ ਉਹ ਵੀ ਇਹਨੇ ਇੰਪਰੂਵ ਕੀਤੀ ਹੈ। ਸੋ ਇਹ ਆ ਕਿ ਇਹ ਜਿਹੜੀ ਸਾਰੀ ਮਿਹਨਤ ਆ ਇਹਦੇ ਵਿੱਚ ਸਾਰਿਆਂ ਨੇ ਹੀ, ਜਿਵੇਂ ਕਹਿੰਦੇ ਆ ਨਾ ਕਿ ਜਦੋਂ ਪਹਿਲਾਂ ਬਣੀ ਉਦੋਂ ਸਾਰਿਆਂ ਨੇ ਮਿਹਨਤ ਕੀਤੀ ਔਰ ਦਿਲੋਂ ਕੀਤੀ। ਹੁਣ ਜਿਹੜੀ ਰੀਮਾਸਟਰਿੰਗ ਵੀ ਹੋਈ ਆ ਇਹ ਵੀ ਸਮਝੋ ਸਾਰਿਆਂ ਦੀ ਮਿਹਨਤ ਨਾਲ, ਮਤਲਬ ਕਿ ਸਾਰਿਆਂ ਨੇ ਕੋਸ਼ਿਸ਼ ਕੀਤੀ ਆ ਕਿ ਅਸੀਂ ਇਹਨੂੰ ਫਿਲਮ ਨੂੰ ਦੁਬਾਰਾ ਔਰ ਰੀਮਾਸਟਰਿੰਗ ਦਾ ਇੱਕ ਹੋਰ ਦੱਸਦਾ ਕਿ ਜਿੱਥੇ ਵੀ ਅਸੀਂ ਜਾਂਦੇ ਹਾਂ ਕਿ ਜਿਹੜੀ ਪੰਜਾਬ ਦੀ ਪ੍ਰੈਸ ਆ ਉਹ ਇੱਕ ਕੁਐਸਚਨ, ਅੱਛਾ ਜੀ ਤੁਸੀਂ ਕੀਤਾ ਕੀ ਹੈ ਫਿਰ? ਮੈਂ ਜਦੋਂ ਦੱਸੀਦਾ ਪਹਿਲਾਂ
ਅੱਛਾ ਫਿਰ ਤੁਸੀਂ ਨਵੇਂ ਵਿੱਚ ਆਇਆ, ਕੋਈ ਨਵੇਂ ਐਕਟਰ ਪਾਇਆ ਫਿਲਮ ਦੇ ਵਿੱਚ, ਗਾਣੇ ਨਵੇਂ ਲਾਏ ਆ, ਅਸੀਂ ਕਹਿੰਦੇ ਨਹੀਂ ਬਿਕੋਜ਼ ਉਹਨਾਂ ਵਿਚਾਰਿਆਂ ਦਾ ਕਸੂਰ ਨਹੀਂ ਹੈ, ਉਹਨਾਂ ਨੂੰ ਪਤਾ ਹੀ ਨਹੀਂ ਰੀਮਾਸਟਰਿੰਗ ਹੁੰਦੀ ਕੀ, ਕਿਉਂਕਿ ਆਪਣੇ ਹੋਈ ਨਹੀਂ ਜੀ ਪਹਿਲਾਂ ਕਦੇ। ਹੋਈ ਨਹੀਂ ਪਹਿਲਾਂ ਕਦੇ। ਸੋ ਬਟ ਜਦੋਂ ਉਹਨਾਂ ਨੂੰ ਸਾਰੀ ਗੱਲ ਦਾ ਪਤਾ ਲੱਗ ਜਾਂਦਾ ਫਿਰ ਬੜੇ ਖੁਸ਼ ਹੋ ਜਾਂਦੇ, ਫਿਰ ਤਾਂ ਕਹਿੰਦੇ ਅੱਛਾ ਜੀ ਅਸੀਂ ਵੀ ਦੇਖਾਂਗੇ, ਸਾਡੀ ਫੈਮਿਲੀ ਵੀ ਦੇਖੂਗੀ। ਸੋ ਇਟਸ ਅ ਵੈਰੀ ਹੰਬਲਿੰਗ ਐਂਡ ਗ੍ਰੇਟ ਐਕਸਪੀਰੀਅੰਸ। ਮੇਰੇ ਖਿਆਲ ਇੱਕ ਪਹਿਲਾ ਫਿਲਮ ਨਾਨਕ ਨਾਮ ਜਹਾਜ਼ ਸ਼ਾਇਦ ਅਪਗ੍ਰੇਡ ਕੀਤੀ ਹੈ ਜੀ ਇਸ ਤਰੀਕੇ ਨਾਲ। ਇਸ ਤਰ੍ਹਾਂ ਜੀ ਨਾਨਕ ਨਾਮ ਜਹਾਜ਼ ਜਿਹੜੀ ਆ ਉਹ ਕੀਤੀ ਆ, ਪਰ ਇਸ ਤਰ੍ਹਾਂ ਨਹੀਂ ਕੀਤੀ। ਉਹਨਾਂ ਨੇ ਕੀਤਾ ਹੈ ਕਿ ਉਹਨਾਂ ਨੇ ਮਤਲਬ ਜਲਦੀ ਦੇ ਵਿੱਚ ਹੀ ਉਹਨੂੰ ਡਿਜੀਟਾਈਜ਼ ਹੈ, ਪਤਾ ਨਹੀਂ ਡਿਜੀਟਾਈਜ਼ ਕੀਤਾ ਕਿ ਨਹੀਂ ਉਹਨਾਂ ਨੇ ਹਾਂਜੀ ਸਿਮਰਨ ਤੁਸੀਂ ਕੀ ਕਹਿਣਾ? ਹਾਂਜੀ ਆਈ ਥਿੰਕ ਜੋ ਮੇਰੀ ਅੰਡਰਸਟੈਂਡਿੰਗ ਆ ਕਿ ਨਾਨਕ ਨਾਮ ਜਹਾਜ਼ ਨੂੰ ਉਹਨਾਂ ਨੇ ਜਿਵੇਂ ਅਸੀਂ 35mm ਪ੍ਰਿੰਟ origignal ਕੱਢ ਕੇ ਉਹਨੂੰ ਰੀਮਾਸਟਰ ਕੀਤਾ ਫਰਮ ਦ ਮਾਸਟਰ ਨੈਗੇਟਿਵ, ਉਹ ਰੀਮਾਸਟਰ ਨਹੀਂ ਕੀਤਾ ਗਿਆ। ਤੇ ਜਸਟ ਜਿਹੜੀ ਪੁਰਾਣੀ ਡਿਜੀ ਬੀਟਾ ਸੀ ਕਹਿ ਲਓ ਵੀਡੀਓ ਟੇਪ ਬੇਸਿਕਲੀ, ਤੇ ਉਹਨੂੰ ਦੁਬਾਰਾ ਥੋੜੀ ਜਿਹੀ ਉਹਨੂੰ ਕਲਰ ਚੱਕਤੇ ਜਾਂ ਜੋ ਵੀ ਆ, ਉਹਦੀ ਸਾਊਂਡ ਨੂੰ ਬਿਲਕੁਲ ਟੱਚ ਨਹੀਂ ਕੀਤਾ। ਸੋ it in my personal and professional opinion, I would not really call that a remaster. That was just a reissue, you know, of the original film. Jo asi kita, this is, I believe, jo mere understanding de naal, this is the first genuine, authentic remaster from the master negative of a Punjabi film that has ever been done. Jo mere khayal ch hai, I could be mistaken, but I believe it's the first time. ਬਿਲਕੁਲ ਤੁਸੀਂ ਬਿਲਕੁਲ ਠੀਕ ਹੋ ਸਕਦੇ। ਡਾਕਟਰ ਸਿੱਧੂ ਇਹ ਦੱਸਿਓ, ਮੈਂ ਇਸ ਤੋਂ ਪਹਿਲਾਂ ਕਿ ਅਗਲਾ ਦੌਰ ਦੇ ਵਿੱਚ ਆਵਾਂ, ਕੋਈ ਹੋਰ ਸੁਪਨਾ ਤਾਂ ਨਹੀਂ ਲਿਆ ਤੁਹਾਡੀ ਟੀਮ ਨੇ ਇਸ ਐਕਸਪੀਰੀਅੰਸ ਤੋਂ ਕਿ ਬੜਾ ਚੰਗਾ ਅਨੁਭਵ ਹੋ ਰਿਹਾ ਤੇ ਬਹੁਤ ਵਧੀਆ ਤੁਸੀਂ ਮਿਲੇ ਇਕੱਠੇ ਹੋਏ, ਤੇ ਕੋਈ ਹੋਰ ਖਿਆਲ ਆ ਗਿਆ ਹੋਵੇ ਕਿ ਇਸ ਤਰ੍ਹਾਂ ਦਾ ਕੋਈ ਕੰਮ ਅਸੀਂ ਦੁਬਾਰਾ ਕਰੀਏ ਜਾਂ ਫਿਲਮ ਨੂੰ ਰੀਮਾਸਟਰ ਕਰੀਏ ਜਾਂ ਨਵੀਂ ਫਿਲਮ ਬਣਾਈਏ, ਕੋਈ ਇਸ ਤਰ੍ਹਾਂ ਦਾ ਸੁਪਨਾ ਲਿਆ? ਨਹੀਂ, ਨਵੀਂ ਫਿਲਮ ਤਾਂ ਬਣਾਵਾਂਗੇ ਕਿਉਂਕਿ ਉਹ ਦੇਖੋ ਅੱਛਾ ਸਿਮਰਨ ਨੂੰ ਵੀ ਦਿਖਾ ਰਹੇ ਨੇ ਤੁਹਾਨੂੰ ਪਰਦੇਸੀ ਪਾਰਟ 2 ਹੋ ਗਿਆ ਨਵੀਂ ਫਿਲਮ ਇਹਦੇ ਬਾਰੇ। ਹਾਂਜੀ, and still respecting the history, I देखो, based on characters by Baldev Gill, so it's still we are respecting the past. Basically script is actually you'll see was a second draft dated 2021. ਇਸ ਤੋਂ ਬਾਅਦ actually ਕਾਫੀ ਹੋਰ draft ਵੀ ਕੀਤੇ ਹੋਏ ਨੇ। So I'm still working on revisions. Chanpradesi remaster ਨਾਲ ਅਸੀਂ ਥੋੜੇ busy ਹੋ ਗਏ ਆ, ਤੇ ਇਸ ਤੋਂ ਬਾਅਦ ਮੇਰਾ ਹੁਣ ਬੇਟਾ ਵੀ ਹੋਇਆ, my second child, so I want to spend some time with family for the next month, ਤੇ rest ਵੀ ਕਰਨਾ ਥੋੜਾ ਜਿਹਾ ਕਰਨਾ। Papa deserves rest as well, he's been very busy, ਸਾਰੇ ਬਹੁਤ busy ਰਹੇ ਆ। ਤੇ then I'm going to complete the script, ਤੇ then we're going to work on a Punjabi translation, and then we're going to do the full production process the way it's done ਜਿਵੇਂ ਇੰਟਰਨੈਸ਼ਨਲੀ ਕੀਤਾ ਜਾਂਦਾ। ਅਸੀਂ ਉਹ ਗੱਲ ਨਹੀਂ ਕਰਨੀ ਕਿ ਯਾਰ ਸੈੱਟ ਤੇ ਪਹੁੰਚਦੇ ਆ, ਅੱਧਾ ਦਿਨ ਨਿਕਲ ਗਿਆ, ਪੂਰਾ ਦਿਨ ਨਿਕਲ ਗਿਆ, ਹੁਣ ਦੇਖੀਏ ਕਿਹੜਾ ਡਾਇਲੌਗ ਬੋਲੀਏ, ਅਸੀਂ ਉਹ ਕੰਮ ਨਹੀਂ ਕਰਨਾ। we're going to do the proper, we're going to make a proper film. ਅਸੀਂ ਸਿਨੇਮਾ ਦੀ ਬੇਅਦਬੀ ਨਹੀਂ ਕਰਨਾ, ਅਸੀਂ ਸਿਨੇਮਾ ਦੀ ਅਦਬੀ ਕਰਨਾ ਹੈ। that's our goal, ਤੇ ਪੰਜਾਬੀ ਸਿਨੇਮਾ ਖਾਸ ਕਰਕੇ। ਸੋ ਇਹ ਸਾਡਾ ਗੋਲ ਹੈ, ਐਂਡ ਬਸ ਸਾਡੀ ਮਿਹਨਤ ਹੈ at the end of the day। ਉਸ ਤੋਂ ਬਾਅਦ ਕੀ ਹੁੰਦਾ ਉਹ ਕੁਦਰਤ ਤੇ ਹੀ ਛੱਡਣਾ ਚਾਹੀਦਾ। ਮੇਰਾ ਖਿਆਲ ਇਹ ਵੀ ਇੱਕ ਡਾਇਸਪੋਰੇ ਦੀ ਭੂਮਿਕਾ ਕਹੀ ਜਾ ਸਕਦੀ ਹੈ ਕਿ ਤੁਹਾਡੀ ਜਿਹੜੀ ਉਧਰਲੀ ਸੈਂਸਿਬਿਲਿਟੀ ਆ ਜਾਂ ਉਧਰਲਾ ਵਰਕ ਕਲਚਰ ਆ, ਉਹਨੂੰ ਤੁਸੀਂ ਇੱਧਰਲੇ ਪੰਜਾਬੀ ਸਿਨੇਮੇ ਨਾਲ ਜੋੜ ਕੇ ਇੱਕ ਨਵੀਂ ਰਾਹ ਤਲਾਸ਼ ਰਹੇ ਹੋ। ਵੈਸੇ ਹੁਣ ਸ਼ਾਇਦ ਇੱਧਰ ਵੀ ਪੰਜਾਬੀ ਸਿਨੇਮਾ ਬਹੁਤ ਪ੍ਰੋਫੈਸ਼ਨਲ, ਅਜੀਬ ਹੋਰੀ ਸੋਚ ਰਹੇ ਹੋਣਗੇ ਕਿ ਇੱਧਰ ਵੀ ਜਦੋਂ ਅਸੀਂ ਜਾਂਦੇ ਹਾਂ ਸੈੱਟ ਤੇ ਤਾਂ ਕਾਫੀ ਚੀਜ਼ਾਂ ਕਲੀਅਰ ਹੁੰਦੀਆਂ ਨੇ, ਪਰ ਬਹਿਰਹਾਲ ਤੁਹਾਡੀ ਜਿਹੜਾ ਪ੍ਰੋਫੈਸ਼ਨਲ ਤੁਸੀਂ ਟ੍ਰੇਨਿੰਗ ਲਈ ਆ ਉਹ ਜ਼ਰੂਰ ਹੀ ਮਦਦਗਾਰ ਹੋਊਗੀ, ਤੇ ਜਿਹੜੀ ਤੁਹਾਡੀ ਸੈਂਸਿਬਿਲਿਟੀ ਆ ਉੱਥੇ ਦੇਸ਼ ਦੇ ਵਿੱਚ ਰਹਿਣ ਦੀ ਤੇ ਪੰਜਾਬੀ ਕਲਚਰ ਨੂੰ, ਪੰਜਾਬੀ ਸਮਾਜ ਨੂੰ ਨਵੀਂ ਨਜ਼ਰ ਤੋਂ ਦੇਖਣ ਦੀ, ਉਹ ਜ਼ਰੂਰ ਹੀ ਪੰਜਾਬੀ ਸਿਨੇਮੇ ਨੂੰ ਪ੍ਰਭਾਵਿਤ ਕਰੂਗੀ। ਤੇ ਅਸੀਂ ਤੁਹਾਨੂੰ ਸ਼ੁਭ ਕਾਮਨਾਵਾਂ ਵੀ ਦਿੰਦੇ ਹਾਂ ਕਿ ਤੁਹਾਡੀ ਫਿਲਮ ਜਿਹੜੀ ਛੇਤੀ ਬਣੇ ਤੇ ਅਸੀਂ ਛੇਤੀ ਉਹਨੂੰ ਪਰਦਿਆਂ ਤੇ ਦੇਖੀਏ। ਤੇ ਹਾਂਜੀ, ਮੈਂ ਪ੍ਰੋਫੈਸਰ ਪ੍ਰੀਤਮ ਸਿੰਘ ਹੋਰਾਂ ਤੋਂ ਪੁੱਛਣਾ ਚਾਹੁੰਦਾ ਕਿ ਪ੍ਰੋਫੈਸਰ ਸਾਹਿਬ, ਇੱਕ ਨਾ ਜਿਹੜੀ ਪੰਜਾਬੀ ਅਕੈਡਮੀ ਆ ਜਾਂ ਪੰਜਾਬੀ ਚਿੰਤਨ ਆ, ਉਹਦੇ ਵਿੱਚ ਨਾ ਪਾਪੂਲਰ ਕਲਚਰ ਨੂੰ ਬਹੁਤ ਦੇਰ ਇਗਨੋਰ ਕੀਤਾ ਗਿਆ ਕਿ ਉਹ ਪ੍ਰਸਿੱਧ ਤਾਂ ਰਿਹਾ, ਲੋਕਾਂ ਨੇ ਮਾਣਿਆ ਤਾਂ ਬਹੁਤ, ਪਰ ਉਹਦੇ ਤੇ ਕਿਤਾਬਾਂ ਨਹੀਂ ਲਿਖੀਆਂ ਗਈਆਂ, ਯੂਨੀਵਰਸਿਟੀਜ਼ ਦੇ ਵਿੱਚ ਗੱਲਾਂ ਨਹੀਂ ਹੋਈਆਂ ਹੈਗੀਆਂ, ਜਾਂ ਜਿਹੜੇ ਲੋਕ ਪੜ੍ਹਨ ਲਿਖਣ ਵਾਲੇ ਸੀ ਉਹ ਬਹੁਤ ਗਿਣਤੀ ਸਮਝਦੇ ਸੀ ਕਿ ਸਿਨੇਮਾ ਦਾ ਮਤਲਬ ਆਮ ਲੋਕਾਂ ਦੀ ਜਾਂ ਗਾਣੇ ਦਾ, ਇਹ ਤੇ ਕੋਈ ਰਿਸਰਚ ਕਰਨ ਦੀ, PhD ਕਰਨ ਦੀ ਜਾਂ ਕੋਈ ਜ਼ਰੂਰਤ ਨਹੀਂ ਹੈਗੀ। ਤੁਸੀਂ ਆਪਦੇ ਬਾਹਰਲੀ ਪੜ੍ਹਾਈ ਲਿਖਾਈ ਦੇ ਹਵਾਲੇ ਨਾਲ ਜਾਂ ਯੂਨੀਵਰਸਿਟੀਜ਼ ਦੇ ਵਿੱਚ ਦੇਖ ਸਕਦੇ, ਇੱਕ ਤਾਂ ਉਹ ਅਨੁਭਵ ਸ਼ੇਅਰ ਕਰੋ ਕਿ ਉੱਥੇ ਪਾਪੂਲਰ ਕਲਚਰ ਦੀ
ਕਿਸ ਤਰ੍ਹਾਂ ਦੀ ਭੂਮਿਕਾ, ਕੀ ਪਪੂਲਰ ਕਲਚਰ ਨੂੰ ਅਸੀਂ ਐਕੈਡੈਮਿਕਸ ਦਾ ਪਾਰਟ ਬਣਾਉਣਾ ਚਾਹੀਦਾ, ਕਿਸ ਤਰ੍ਹਾਂ ਦੀ ਐਫਰਟਸ ਕੀਤੀਆਂ ਜਾਣੀ ਚਾਹੀਦੀਆਂ ਨੇ ਪੰਜਾਬੀ ਸਿਨੇਮੇ ਜਾਂ ਪੰਜਾਬੀ ਪਪੂਲਰ ਕਲਚਰ ਨੂੰ ਲੈ ਕੇ? ਬਹੁਤ ਵਧੀਆ ਸਵਾਲ ਹੈ ਤੁਹਾਡਾ। ਔਰ ਉਹਦੇ ਚ ਮੇਰਾ ਇਹ ਖਿਆਲ ਹੈ ਕਿ ਜਿਹੜਾ ਸਕਾਲਰਲੀ ਕਮਿਊਨਿਟੀ ਸੀ ਉਹ ਪੰਜਾਬੀ ਸਿਨੇਮੇ ਨੂੰ ਇਸ ਕਰਕੇ ਵੀ ਸੀਰੀਅਸਲੀ ਨਹੀਂ ਲਿਆ। ਉਹਨਾਂ ਨੂੰ ਲੱਗਦਾ ਸੀ ਕਿ ਪਿੰਡਾਂ ਦੀਆਂ ਗੱਲਾਂ ਕਰੀ ਜਾਂਦੇ ਆ, ਲੜਾਈ ਪੜਾਈ ਦੀਆਂ, ਤੇ ਕੁਝ ਪਾਕਿਸਤਾਨੀ ਸਿਨੇਮੇ ਤੋਂ ਵੀ ਇੰਪੈਕਟ ਹੋਇਆ ਸੀ। ਪਰ ਪਾਕਿਸਤਾਨ ਦੇ ਵਿੱਚ ਇੱਕ ਫਿਲਮ ਬਣੀ ਸੀ, ਮੈਨੂੰ ਹੁਣ ਨਾਂ ਭੁੱਲ ਗਿਆ ਉਹਦਾ, ਜਿਹੜੀ ਬਹੁਤ ਪਾਪੂਲਰ ਹੋਈ ਸੀ, ਸ਼ਾਇਦ ਤੁਹਾਨੂੰ ਯਾਦ ਆ ਜਾਵੇ। ਉਹ ਇੱਕ ਪਹਿਲੀ ਫਿਲਮ ਸੀ ਜਿਹਨੇ ਉਰਦੂ ਫਿਲਮਾਂ ਨੂੰ ਮਾਤ ਕਰਤਾ ਸੀ। ਮੌਲਾ ਜੱਟ ਕਹਿ ਰਹੇ ਹੋ? ਮੌਲਾ ਜੱਟ। ਉਹਦਾ ਕੌਣ ਸੀਗਾ ਮੇਨ ਕਰੈਕਟਰ, ਜਿਹੜਾ ਤੁਹਾਨੂੰ ਯਾਦ ਆਵੇ? ਮੈਨੂੰ ਮਤਲਬ ਮੈਂ ਉਹਦੇ ਬਾਰੇ ਪੜ੍ਹਿਆ ਹੋਇਆ, ਤੇ ਕਿਉਂਕਿ ਇੱਕ ਅਮਰੀਕਨ ਸਕਾਲਰ ਹੈ ਜਿਹਨੇ ਕਿ ਪੰਜਾਬੀ ਨੈਸ਼ਨਲਿਜ਼ਮ ਬਾਰੇ ਲਿਖਿਆ, ਉਹਨੇ ਪੇਪਰ 'ਚ ਲਿਖੀ ਸੀ ਗੱਲ, ਤੇ ਮੈਂ ਉਹਦੇ ਨਾਲ ਫਿਰ ਕੰਟੈਕਟ ਕੀਤਾ। ਤਾਂ ਉਹਨੇ ਕਿਹਾ ਕਿ ਉਸ ਫਿਲਮ ਨੇ ਜਿਹੜਾ ਪੰਜਾਬੀ ਸੱਭਿਆਚਾਰ ਨੂੰ ਇੱਕ ਨਵੇਂ ਰੂਪ 'ਚ ਲਿਆਂਦਾ। ਉਦੋਂ ਪਹਿਲਾਂ ਲਾਹੌਰ ਦੇ ਸਿਨੇਮਿਆਂ 'ਚ ਉਰਦੂ ਫਿਲਮਾਂ ਚੱਲਦੀਆਂ ਸੀ, ਉਰਦੂ ਜਾਂ ਹਿੰਦੀ ਫਿਲਮਾਂ ਚੱਲਦੀਆਂ ਸੀਗੀਆਂ, ਤੇ ਉਹ ਫਿਲਮ ਇੰਨੀ ਪਾਪੂਲਰ ਹੋਈ, ਪਿੰਡਾਂ 'ਚੋਂ ਲੋਕੀ ਬੱਸਾਂ ਭਰ ਕੇ, ਟਰੱਕ ਭਰ ਕੇ ਉੱਥੇ ਲਾਉਣ ਲੱਗ ਗਏ। ਤਾਂ ਲੋਕਾਂ ਦੀਆਂ ਜਿਹੜੇ ਫਿਲਮ ਮੇਕਰ ਸੀ ਉਹਨਾਂ ਨੂੰ ਪਤਾ ਲੱਗਾ ਕਿ ਐਡਾ ਵੱਡਾ ਸਾਡਾ ਸੰਸਾਰ ਹੈ, ਅਸੀਂ ਉਹਨੂੰ ਇਗਨੋਰ ਕੀਤਾ ਹੋਇਆ। ਤਾਂ ਉਹਦੇ ਨਾਲ ਫਿਰ ਮਤਲਬ ਪੰਜਾਬੀ ਦੀ ਇੱਕ ਨਵੀਂ ਰੀਕ੍ਰੀਏਸ਼ਨ ਹੋ ਗਈ, ਜਿਵੇਂ ਚੰਨ ਪ੍ਰਦੇਸ਼ੀ ਦੀ ਗੱਲ ਕਰ ਰਹੇ ਹਾਂ ਆਪਾਂ। ਤਾਂ ਉਹਦੇ 'ਚ ਇਹੀ ਸੀਗਾ ਕਿ ਮਤਲਬ ਉਹ ਆਪਸੇ ਜੱਟ ਲੜਦੇ ਆ, ਡਾਂਗਾ ਵਜਾਉਂਦੇ ਆ, ਉੱਚੀ ਬੋਲਦੇ ਆ, ਉਹ ਸੀਗਾ। ਇਹਦੇ 'ਚ ਜਿਹੜਾ ਚੰਨ ਪ੍ਰਦੇਸ਼ੀ ਦੀ ਖਾਸੀਅਤ ਹੈ ਕਿ ਠੀਕ ਹੈ, ਉਹਦੇ 'ਚ ਵਾਇਲੈਂਸ ਦੀ ਐਕਟ ਹੈ, ਔਰ ਉਹ 'ਚ ਸੁਹੱਪਣ ਹੈ, ਉਹਦੇ 'ਚ ਇੱਕ ਨਵਾਂਪਣ ਹੈ ਜਿਹੜਾ ਕਿ ਉਸ ਪੁਰਾਣੇ ਕਿਸਮ ਦਾ ਜਿਹੜਾ ਪੇਂਡੂਪਣ ਸੀਗਾ, ਪੇਂਡੂਪਣ ਦਾ ਨੈਗੇਟਿਵ ਆਸਪੈਕਟ ਸੀ। ਪੇਂਡੂਪਣ ਦੇ ਜਿਵੇਂ ਆਪਾਂ ਪਹਿਲਾਂ ਵੀ ਕਹਿ ਚੁੱਕੇ ਹਾਂ, ਪੋਜ਼ਿਟਿਵ ਆਸਪੈਕਟ ਵੀ ਹੈਗੇ ਆ ਕਿ ਉਹ ਸਾਡੇ ਕਲਚਰ ਨੂੰ ਪ੍ਰੀਜ਼ਰਵ ਕਰਦੇ ਆ, ਔਰ ਉਹਦੇ 'ਚ ਇੱਕ ਰੀਅਲਿਸਟਿਕ ਹੈ, ਉਹਦੇ 'ਚ ਇੱਕ ਸਥਾਰਥਤਾ ਹੈ, ਤੇ ਉਹਦੇ 'ਚ ਕੁਝ ਨੁਕਸ ਵੀ ਹੈਗੇ ਨੇ, ਤੇ ਉਹਨਾਂ 'ਚ ਇਹ ਨੁਕਸ ਵੀ ਹੈ। ਔਰ ਜਿਹੜੀ ਇੱਕ ਤਾਂ ਇਹ ਸੀਗਾ ਪੰਜਾਬੀ ਜਿਹੜੇ ਸਕਾਲਰਲੀ ਕਮਿਊਨਿਟੀ ਦੇ ਵਿੱਚ, ਜਿਹੜੀ ਇੱਥੇ ਦੀ ਸਕਾਲਰਲੀ ਕਮਿਊਨਿਟੀ ਹੈ ਉਹਨੇ ਇੰਗਲਿਸ਼ ਵਰਕਿੰਗ ਕਲਾਸ ਨੂੰ ਬਹੁਤ ਸੀਰੀਅਸਲੀ ਲਿਆ। ਉਹਦਾ ਇੱਕ ਕਾਰਨ ਮੈਨੂੰ ਬੜਾ ਅਜੀਬ ਲੱਗਦਾ ਹੈ ਕਿ ਮੇਰੇ ਕੁਲੀਗਸ ਹੈ ਜਿਹੜੇ ਪ੍ਰੋਫੈਸਰਸ ਨੇ, ਰੀਡਰਸ ਨੇ, ਅੰਗਰੇਜ਼ ਨੇ, ਉਹ ਆਪਣੇ ਆਪ ਨੂੰ ਬੜੇ ਮਾਣ ਨਾਲ ਕਹਿੰਦੇ ਆ ਕਮ ਫਰਮ ਅ ਵਰਕਿੰਗ ਕਲਾਸ ਬੈਕਗਰਾਉਂਡ। ਇਹ ਮੈਨੂੰ ਇੱਕ ਬੜੀ ਨਵੀਂ ਗੱਲ ਲੱਗੀ ਕਿ ਮਤਲਬ ਹਾਲਾਂਕਿ ਉਹ ਹੈ ਨਹੀਂ, ਮਤਲਬ ਅੱਜ ਕੱਲ੍ਹ ਹੈ ਨਹੀਂ, ਉਹ ਮਿਡਲ ਕਲਾਸ ਨੂੰ ਬਿਲੋਂਗ ਕਰਦੇ ਆ, ਪ੍ਰੋਸਪਰਸ ਹੈ, ਪਰ they actually make it a point to say ਕਿ I come from a working class background, my father was a mine worker, ਜਿਹੜਾ ਉਹ ਕੰਮ ਦੀ ਕਦਰ ਹੈ, ਇਹ ਕੰਮ ਕਰਨ ਵਾਲਾ ਬੰਦਾ ਅਸਲ 'ਚ ਵਧੀਆ ਹੁੰਦਾ ਹੈ, ਉਹ ਸਾਡੇ ਪੰਜਾਬੀ ਸੱਭਿਆਚਾਰ ਜਾਤ ਪਾਤ ਹੋਣ ਕਰਕੇ ਨਹੀਂ ਸੀ। ਕਿਉਂਕਿ ਜਿਹੜੇ ਦਲਿਤ ਹੈ ਉਹ ਕੰਮ ਕਰਦੇ ਆ, ਬਾਕੀ ਜਿਹੜਾ ਖਾਂਦਾ ਪੀਂਦਾ ਉਹ ਤਾਂ ਆਰਾਮ ਨਾਲ ਕੰਮ ਕਰਦਾ ਹੈ। ਤੇ ਹਾਲਾਂਕਿ ਪੰਜਾਬੀ ਕਲਚਰ ਕਾਫੀ ਹੱਦ ਤੱਕ ਇਸ ਗੱਲ ਤੋਂ ਆਜ਼ਾਦ ਹੈ। ਜਿਹੜਾ ਜਾਤ ਪਾਤ ਦਾ ਮਸਲਾ ਸੀਗਾ, ਗੁਰੂ ਨਾਨਕ ਦੀ ਸਿੱਖਿਆ ਨੇ ਜਿਹੜਾ ਕਿਰਤ ਹੈ, ਕਿਰਤ ਨੂੰ ਐਸੇ ਉੱਚੇ ਤੱਕ ਪਹੁੰਚਾਤਾ ਸੀਗਾ ਕਿ ਆਮ ਲੋਕੀ ਵੀ ਕਿਰਤ ਕਰਦੇ। ਇਸ ਕਰਕੇ ਪੰਜਾਬੀ ਜਦੋਂ ਬਾਹਰ ਵੀ ਜਾਂਦੇ ਆ ਹਰ ਕੰਮ ਕਰਨ ਲਈ ਤਿਆਰ ਹੈ, ਜਿਹੜੇ ਕਿ ਉਹ ਪੰਜਾਬ ਸ਼ਾਇਦ ਨਾ ਵੀ ਕਰਦੇ ਹੋਣਗੇ, ਕਰਨ ਲਈ ਤਿਆਰ ਹੈ। ਤਾਂ ਜਿਹੜੀ ਇੱਥੋਂ ਦੇ ਸਕਾਲਰਲੀ ਕਮਿਊਨਿਟੀ ਨੇ ਜਿਹੜਾ ਸਿਨੇਮੇ ਨੂੰ ਬਹੁਤ ਸੀਰੀਅਸਲੀ ਲਿਆ, ਉਹਦੇ 'ਚ ਪਾਪੂਲਰ ਕਲਚਰ ਨੂੰ ਇਸ ਤਰ੍ਹਾਂ ਅਡਾਪਟ ਕੀਤਾ ਕਿ ਲੋਕੀ ਦੇ ਫੀਲ ਪ੍ਰਾਈਡ ਐਂਡ ਦੇ ਐਕਸਪ੍ਰੈਸ। ਸੋ ਬਹੁਤ ਵਧੀਆ ਫਿਲਮਾਂ ਜਿਹੜੀਆਂ ਇੰਟਰਨੈਸ਼ਨਲ ਪ੍ਰਾਈਜ਼ ਮਿਲਿਆ, ਉਹ ਇੰਗਲਿਸ਼ ਵਰਕਿੰਗ ਕਲਾਸ ਦੀ ਜਿਹੜੀ ਲਾਈਫ ਹੈ ਉਹਨੂੰ ਰਿਪਰੈਜ਼ੈਂਟ ਕਰਦੀਆਂ। ਇਸੇ ਤਰ੍ਹਾਂ ਹੀ ਜਿਵੇਂ ਚੰਨ ਪ੍ਰਦੇਸੀ ਹੈ, ਉਹ ਪੰਜਾਬੀ ਸੱਭਿਆਚਾਰ ਨੂੰ ਰਿਪਰੈਜ਼ੈਂਟ ਕਰਦੀ ਹੈ। ਤਾਂ ਮੈਂ ਕਹਿੰਦਾ ਕਿ ਇਹ ਜਿਹੜਾ ਨਵਾਂ ਕੰਮ ਸ਼ੁਰੂ ਕੀਤਾ ਹੈ, ਇਹ ਬਹੁਤ ਇਸ ਗੱਲੋਂ ਉਦਮ ਵਾਲਾ ਹੈ। ਠੀਕ ਹੈ, ਇਹਦੇ 'ਚ ਹੁਣ ਅਰਬਨਾਈਜੇਸ਼ਨ ਹੋਈ ਹੈ ਪੰਜਾਬ ਦੇ ਵਿੱਚ, ਇੱਕ ਜਿਹੜੀ ਕੋਈ ਨਵੀਂ ਫਿਲਮ ਬਣੇ ਸਾਨੂੰ ਉਹਦੇ 'ਚ ਅਰਬਨਾਈਜੇਸ਼ਨ ਵੀ ਲਿਆਉਣੀ ਪਊਗੀ। ਤੇ ਜਿਹੜਾ ਇਹ ਡਾਇਸਪੋਰਾ ਦੀ ਡਿਮੈਂਸ਼ਨ ਹੈ, ਜਿਹਦੇ ਵਿੱਚ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਔਰ ਚਿਤਰਾ ਥੋੜਾ ਨੇ ਇਸ ਗੱਲ ਨੂੰ ਕੀਤਾ ਕਿ ਉਹ ਸਾਡੇ ਪੰਜਾਬੀ ਸੱਭਿਆਚਾਰ ਦੀ ਇੱਕ ਨਵੀਂ ਆਸਪੈਕਟ ਹੈ। ਪੰਜਾਬੀ ਕਮਿਊਨਿਟੀ ਗਲੋਬਲ ਪੰਜਾਬੀ ਕਮਿਊਨਿਟੀ ਬਣ ਚੁੱਕੀ ਹੈ। ਓਕੇ, ਸਾਡੀ ਆਇਡੈਂਟੀਟੀ ਵੀ ਪੰਜਾਬੀ ਗਲੋਬਲ ਪੰਜਾਬੀ ਆਇਡੈਂਟੀਟੀ ਬਣ ਚੁੱਕੀ ਹੈ, ਜਿਹਦੇ ਵਿੱਚ ਪਾਕਿਸਤਾਨ ਵੀ ਸਾਡਾ ਹਿੱਸਾ ਹੈ ਤੇ ਬਾਕੀ ਦੁਨੀਆ ਭਰ 'ਚ ਵਸਦੇ ਪੰਜਾਬੀ ਵੀ ਉਹਦਾ ਹਿੱਸਾ ਨੇ। ਔਰ ਪੰਜਾਬ ਤੋਂ ਬਾਹਰ ਬਹਿੰਦੇ ਪੰਜਾਬੀ ਦਿੱਲੀ 'ਚ ਰਹਿੰਦੇ ਨੇ, ਬੰਬਈ 'ਚ ਰਹਿੰਦੇ ਨੇ, ਉਹ ਵੀ ਉਸ ਸਾਰੇ ਦਾ ਹਿੱਸਾ ਨੇ। ਤਾਂ ਉਹਦੇ 'ਚ ਜਿਹੜਾ ਇੱਕ ਨਵਾਂ ਉਦਮ ਹੋਊਗਾ ਉਹਨੂੰ ਵੀ ਐਕਸਪੀਰੀਅੰਸ ਕਰਨ ਦੀ ਲੋੜ ਹੈ। ਔਰ ਇੱਕ ਚਿਤਰਾਰ ਥੁਰੀ ਔਰ ਬਲਦੇਵ ਗਿੱਲ ਸ਼ਾਇਦ ਇਸ ਬਾਰੇ ਜ਼ਿਆਦਾ ਜਾਣਦੇ ਹੋਣਗੇ। ਮੈਨੂੰ ਫਿਲਮ ਇੰਡਸਟਰੀ ਬਾਰੇ ਲੋਕੀ ਦੱਸਦੇ ਆ ਕਿ ਇੱਕ ਕਿਸਮ ਦੀ ਜਿਹੜੀ ਫਿਲਮ ਕਾਮਯਾਬ ਹੁੰਦੀ ਹੈ ਉਹਦੇ ਦੋ ਵੱਡੇ ਕਾਰਨ ਹੁੰਦੇ ਆ, ਜਾਂ ਤਿੰਨ ਕਹਿ ਲਓ, ਤਿੰਨ ਵੱਡੇ ਕਾਰਨ ਹੁੰਦੇ। ਉਹ ਕਹਿੰਦੇ ਇੱਕ ਤਾਂ ਯੂਪੀ 'ਚ ਕਾਮਯਾਬ ਹੋ ਜੇ, ਇੱਕ ਪੰਜਾਬ 'ਚ ਕਾਮਯਾਬ ਹੋ ਜੇ। ਯੂਪੀ 'ਚ ਇਸ ਕਰਕੇ ਕਿ ਉਹ ਪਾਪੂਲੇਸ਼ਨ ਬਹੁਤ ਵੱਡੀ ਹੈ,
ਔਰ ਪੰਜਾਬ ਇਸ ਕਰਕੇ ਕਿ ਪਰ ਕੈਪੀਟਲ ਇਨਕਮ ਪੰਜਾਬ ਦੇ ਵਿੱਚ ਦੂਜੇ ਥਾਵਾਂ ਨਾਲੋਂ ਜ਼ਿਆਦਾ ਲੋਕੀ ਸਿਨੇਮਾ ਦੇਖਦੇ ਆ, ਤੇ ਇੱਕ ਜਿਹੜਾ ਕਿ ਬਾਹਰ ਵਾਚ ਜਾਵੇ। ਇਸ ਕਰਕੇ ਹੁਣ ਹਿੰਦੀ ਫਿਲਮਾਂ ਦੇ ਵਿੱਚ ਵੀ ਇੱਕ ਅੱਧਾ ਸੀਨ ਹੈ ਉਹ ਬਾਅਦ ਦਾ ਵਿੱਚ ਪੰਜਾਬੀ ਲੋਕਾਂ ਦਾ ਜ਼ਿੰਦਗੀ ਦਾ ਉਹਦੇ ਚ ਲਿਆਉਣ ਦੀ ਕੋਸ਼ਿਸ਼ ਕਰ ਰਿਹਾ। ਤਾਂ ਇਹਨੂੰ ਆਪਾਂ ਨੂੰ ਅੱਗੇ ਲਿਜਾਣ ਦੀ ਲੋੜ ਹੈ। ਔਰ ਮੈਨੂੰ ਲੱਗਦਾ ਕਿ ਸਿਮਰਨ ਇਜ਼ ਏ ਪਾਇਨੀਅਰ ਇਨ ਦੈਟ, ਬੜਾ ਮਾਣ ਹੈ, ਬੜੀ ਖੁਸ਼ੀ ਹੈ ਸਾਡੇ ਇਹਨਾਂ ਬੱਚਿਆਂ ਤੋਂ, ਤੇ ਇਸ ਕੰਮ ਨੂੰ ਅੱਗੇ ਲੈ ਕੇ ਜਾਣਗੇ। ਮੈਂ ਇਸੇ ਐਸਪੈਕਟ ਤੋਂ ਇੱਕ ਹੋਰ ਸਵਾਲ ਪੁੱਛਣਾ ਚਾਹੁੰਦਾ ਹਾਂ, ਸ਼ਾਇਦ ਚਿਤਰਾਰਥ ਹੋਣੀ ਉਸ ਬਾਰੇ ਕਰਨ ਜਾਂ ਸਿਮਰਨ ਹੋਰਾਂ ਦੀ ਉਹਦੇ ਬਾਰੇ ਅੰਡਰਸਟੈਂਡਿੰਗ ਹੋਊਗੀ, ਕਿ ਉਹਨਾਂ ਨੇ ਇਹ ਕਿਹਾ ਕਿ ਚਿਤਰਾਰਥ ਹੋਰਾਂ ਨੇ ਕਿ ਅਸੀਂ ਇਸ ਫਿਲਮ ਨੂੰ ਉਹ ਸੀਨ ਲੈਣਾ ਚਾਹੁੰਦੇ ਸੀ ਜੋ ਲੋਕਾਂ ਨੂੰ ਖੁਸ਼ ਕਰਨ ਵਾਸਤੇ ਨਹੀਂ, ਬਟ ਜਿਹੜਾ ਕਿ ਸਾਨੂੰ ਲੱਗਦਾ ਸੀ ਕਿ ਲੌਜਿਕ ਚੋਂ ਪੈਦਾ ਹੁੰਦਾ ਹੈ। ਤਾਂ ਉਹਦੇ ਚ ਮੇਹਰ ਮਿੱਤਲ ਦਾ ਰੋਲ ਹੈ, ਉਹ ਬੜਾ ਇੰਟਰਸਟਿੰਗ ਸੀ। ਉਹ ਅਸੀਂ ਬਾਅਦ ਚ ਜੋ ਪ੍ਰੀਮੀਅਰ ਫਿਲਮ ਵੇਖਣ ਤੋਂ ਬਾਅਦ ਗੱਲਬਾਤ ਵੀ ਕੀਤੀ ਸੀ ਸਿਮਰਨ ਨਾਲ, ਕਿ ਇੱਕ ਪਾਸੇ ਤਾਂ ਉਹ ਥੋੜਾ ਜਿਹਾ ਲੱਗਦਾ ਹੈ ਕਿ ਮੇਹਰ ਮਿੱਤਲ ਨੂੰ ਕਿਵੇਂ ਲਿਆਂਦਾ ਗਿਆ, ਔਰ ਦੂਜੇ ਪਾਸੇ ਇਹ ਵੀ ਲੱਗਦਾ ਕਿ ਮੇਹਰ ਮਿੱਤਲ ਨੂੰ ਲਿਆਂਦਾ ਗਿਆ ਪਰ ਉਹ ਇੰਟੈਗਰੇਟ ਲੱਗਦਾ ਉਸ ਪਾਰਟ ਦਾ, ਉਹ ਦੇਸ਼ ਨਹੀਂ ਲੱਗਦਾ। ਤੇ ਜੇ ਚਿਤਰਾਰਥ ਹੋਰੀ ਇੱਕ ਮਿੰਟ ਲਈ ਜਾਂ ਸਿਮਰਨ ਇਹਦੇ ਬਾਰੇ ਸ਼ੇਅਰ ਕਰਨਾ ਚਾਹਣ ਕਿ ਮੇਹਰ ਮਿੱਤਲ ਦਾ ਰੋਲ ਕਿਵੇਂ ਆਇਆ, ਉਹ ਵੀ ਬੜਾ ਇੰਟਰਸਟਿੰਗ ਹੋਏਗਾ। ਜੀ ਹਾਂਜੀ ਬਲਦੇਵ ਗਿੱਲ ਜੀ ਤਾਂ ਬਿਲਕੁਲ ਹਾਂਜੀ ਇਹ ਦੱਸਣਗੇ ਬਲਦੇਵ ਗਿੱਲ ਹੋਣੀ ਜਾਂ ਮੈਂ ਦੱਸੂਗਾ। ਹਾਂਜੀ, ਇਹ ਜ਼ਿਆਦਾ ਸਿੱਧੂ ਸਾਹਿਬ ਦੱਸਣਗੇ ਜੀ ਕਿ ਅਸੀਂ ਕਿਵੇਂ ਗਏ। ਹਾਂਜੀ ਜੀ ਉਹਨਾਂ ਨੇ ਦੋ ਸਵਾਲ ਕੀਤੇ ਨੇ, ਇੱਕ ਤਾਂ ਕਿ ਮੇਹਰ ਮਿੱਤਲ ਹੋਰੀ ਕਿਵੇਂ ਆਏ, ਦੂਸਰਾ ਸਵਾਲ ਇਹ ਹੈ ਕਿ ਪਹਿਲਾਂ ਕਿਵੇਂ ਆਏ। ਹਾਂ ਠੀਕ ਹੈ, ਪਹਿਲਾਂ ਕਿਵੇਂ ਆਏ ਤੇ ਲੈ ਲਈਏ ਕਿਵੇਂ ਮੈਂ ਤੁਹਾਨੂੰ ਦੱਸਦਾ ਤੇ ਬਾਕੀ ਕੰਮ ਇਹਨਾਂ ਨੇ ਬਾਅਦ ਚ ਕੀਤਾ ਹੈ ਦੱਸੂਗੇ। ਇਸ ਤਰ੍ਹਾਂ ਹੈ ਕਿ ਜਦੋਂ ਫਿਲਮਾਂ ਦੇ ਗਾਣੇ ਰਿਕਾਰਡ ਕਰਕੇ ਬੰਬੇ ਤੋਂ ਆ ਗਏ ਨਾ, ਚੰਡੀਗੜ੍ਹ ਆਏ, ਤਾਂ ਮੈਨੂੰ ਕਹਿੰਦੇ ਕਿ ਉਸ ਤੋਂ ਪਹਿਲਾਂ ਹੁੰਦਾ ਸੀ ਕਿ ਗਾਣੇ ਰਿਕਾਰਡ ਕਰ ਲੈਂਦੇ ਸੀ ਫਿਲਮਾਂ ਦੇ ਪਹਿਲਾਂ ਹੀ, ਔਰ ਉਸ ਤੋਂ ਬਾਅਦ ਫਿਰ ਇਹਨਾਂ ਨੇ ਕਹਿਣਾ ਕਿ ਜੇ ਐਕਟਰ ਸਾਈਨ ਕਰ ਲਏ ਆ ਤੇ ਦੈਨ ਫਿਰ ਇਹ ਜਾਂਦੇ ਸੀਗੇ ਡਿਸਟਰੀਬਿਊਟਰ ਕੋਲ। ਉਦੋਂ ਡਿਸਟਰੀਬਿਊਟਰ ਫੰਡ ਕਰਦੇ ਸੀ ਫਿਲਮਾਂ, ਤੇ ਮੈਨੂੰ ਕਹਿੰਦੇ ਕਿ ਤੁਹਾਨੂੰ ਕੋਈ ਡਿਸਟਰੀਬਿਊਟਰ ਜਾਣਦਾ? ਮੈਂ ਕਿਹਾ ਹਾਂ, ਮੇਰੇ ਇੱਕ ਦੋਸਤ ਨੇ ਜਲੰਧਰ ਹੈਗੇ ਨੇ। ਮੈਂ ਕਿਹਾ ਨਰਿੰਦਰ ਸਿੰਘ ਸ਼ੇਰਗਿੱਲ, ਉਹਨਾਂ ਦਾ ਨਰਿੰਦਰ ਪੈਲੇਸ ਸਿਨੇਮਾ ਹੈ, ਸ਼ਾਇਦ ਤੁਸੀਂ ਕਦੇ ਦੇਖਿਆ ਹੋਵੇ, ਆਪਣੇ ਜਲੰਧਰ ਬੱਸ ਸਟੈਂਡ ਦੇ ਸਾਹਮਣੇ। ਤੇ ਉਹ ਮੇਰੇ ਇੱਕ ਰੂਮ ਛੱਡ ਕੇ ਮੇਰੇ ਹੌਸਟਲ 'ਚ ਮੇਰੇ ਨਾਲ ਰਹਿੰਦੇ ਸੀ, ਤੇ ਉਹ ਆਪਣੇ ਕੋਈ IAS ਵਗੈਰਾ ਦੀ ਤਿਆਰੀ ਕਰ ਰਹੇ ਸੀ, ਤੇ ਉਹਨਾਂ ਨੇ ਦਾਜ ਫਿਲਮ ਲੈ ਕੇ ਡਿਸਟਰੀਬਿਊਟ ਕੀਤੀ ਸੀ। ਤੇ ਉਹਨੇ ਜਦੋਂ ਮੇਰੇ ਕੋਲ ਆਏ ਮੈਨੂੰ ਕਹਿੰਦੇ ਯਾਰ ਉਹ ਫਿਲਮ ਤਾਂ ਬੜੀ ਚੱਲੀ ਵੈਦਾ ਹੋ ਗਿਆ। ਮੈਂ ਕਿਹਾ ਯਾਰ ਉਹ ਇੱਕ ਬੰਦਾ ਜਾਣਦਾ ਡਿਸਟਰੀਬਿਊਟਰ ਮੈਨੂੰ। ਯੁਵਰਾਜ ਹੋਣਾ ਨੇ ਤੇ ਗਿੱਲ ਸਾਹਿਬ ਨੇ ਤੇ ਮੈਂ ਅਸੀਂ ਤਿੰਨਾਂ ਨੇ ਬੱਸ ਫੜੀ ਚੰਡੀਗੜ੍ਹੋਂ, ਤੇ ਅਸੀਂ ਚਲੇ ਗਏ ਜਲੰਧਰ। ਉੱਥੇ ਸਿਨੇਮੇ ਤੁਰ ਕੇ ਗਏ, ਉੱਥੇ ਚੌਕੀਦਾਰ ਕਿ ਮੈਨੂੰ ਪੁੱਛਿਆ ਕਿੰਨੇ ਸਰਦਾਰ ਹੋਣੀ, ਕਹਿੰਦੇ ਜੀ ਉਹ ਤਾਂ ਬਾਹਰ ਗਏ ਆ, ਆਉਣ ਵਾਲੇ ਆ। ਮੈਂ ਕਿਹਾ ਚਲ ਅਸੀਂ ਉੱਥੇ ਕਿੰਗਸ ਉੱਥੇ ਹੋਟਲ ਹੈਗਾ ਰੈਸਟੋਰੈਂਟ, ਅਸੀਂ ਉੱਥੇ ਜਾ ਕੇ ਬਹਿ ਗਏ। ਤੇ ਮੈਨੂੰ ਕਹਿੰਦੇ ਉਹਨਾਂ ਨੂੰ ਕਿਉਂ ਵੀ ਅਸੀਂ ਉੱਥੇ ਬੈਠੇ ਹਾਂ। ਅਸੀਂ ਜਾ ਕਾਫੀ ਕੂਫੀ ਆਰਡਰ ਕਰਕੇ ਉਹ ਆ ਗਏ ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਸਾਡੇ ਦੋਸਤ ਨੇ ਤੇ ਇਹ ਫਿਲਮ ਬਣਾ ਰਹੇ ਆ, ਤੇ ਇਹ ਇਹਨਾਂ ਡਿਸਟਰੀਬਿਊਟਰ ਕੋਈ ਇਹਨਾਂ ਨੂੰ ਚਾਹੀਦਾ ਜਿਹੜਾ ਉਹ ਫਿਲਮ ਨੂੰ ਸਪੋਰਟ ਕਰੇ। ਤੇ ਕਹਿੰਦੇ ਅੱਛਾ ਜੀ ਦੱਸੋ ਫਿਰ, ਦੱਸੋ ਜੀ ਕਿਹੜੇ ਐਕਟਰ ਕਿਹੜੇ ਆ? ਕਹਿੰਦੇ ਜੀ ਰਾਜ ਬੱਬਰ। ਕਹਿੰਦੇ ਉਹ ਕੌਣ ਆ? ਕਹਿੰਦੇ ਜੀ ਅਮਰੀਸ਼ ਪੁਰੀ। ਉਹ ਕੌਣ ਆ? ਓਮਪੁਰੀ ਆ। ਉਹ ਕੌਣ ਆ? ਕੁਲਭੂਸ਼ਣ ਬੰਦਾ। ਉਹ ਕੌਣ ਆ? ਰਮਾ ਵਿੱਚ। ਕਹਿੰਦਾ ਯਾਰ ਤੁਹਾਨੂੰ ਕੋਈ ਚੱਜ ਦਾ ਐਕਟਰ ਨਹੀਂ ਮਿਲਿਆ। ਕਹਿੰਦੇ ਮੇਹਰ ਮਿੱਤਲ ਹੈਗਾ। ਕਹਿੰਦੇ ਮੇਹਰ ਮਿੱਤਲ ਹੈ। ਕਹਿੰਦੇ ਮੇਹਰ ਮਿੱਤਲ ਹੈਗਾ। ਕਹਿੰਦੇ ਨਹੀਂ, ਅਸੀਂ ਤਾਂ ਮਤਲਬ ਇੱਕ ਵਧੀਆ ਸੀਰੀਅਸ ਫਿਲਮ ਬਣਾਉਣਾ ਚਾਹੁੰਦੇ ਹਾਂ। ਤੇ ਉਹ ਮਤਲਬ ਫਿਰ ਉੱਥੇ ਅਸੀਂ ਬੈਠੇ ਸੀ ਤੇ ਉਹਨਾਂ ਨੇ ਕਿਹਾ ਤੁਸੀਂ ਨਾਂ ਕੀ ਰੱਖਿਆ ਫਿਲਮ ਦਾ? ਇਹਨਾਂ ਨੇ ਉਦੋਂ ਚਾਹੇ ਸੱਜਣਾਬਾਜ਼ ਹਨੇਰਾ ਆਇਆ, ਇੱਕ ਪਹਿਲਾਂ ਹੋਰ ਵੀ ਨਾਂ ਸੀ ਹਨੇਰਾ। ਤੁਸੀਂ ਏਦਾਂ ਕਰੋ ਬਣਾ ਕੇ ਘਰੇ ਹੀ ਦੇਖਿਓ। ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਰੋਲ ਲਿਖਿਆ ਸਾਰਾ। ਹਾਂਜੀ, ਉਹ ਕਹਿੰਦੇ ਕਿਤੇ ਵੀ ਫਿਲਮ ਬਣਾਉਣ ਵਾਸਤੇ ਜਾਂ ਤਾਂ ਸਟਾਕ ਜ਼ਰੂਰੀ ਹੈ ਜਾਂ ਮੇਹਰ ਮਿੱਤਲ ਜ਼ਰੂਰੀ ਹੈ। ਜੇ ਮੇਹਰ ਮਿੱਤਲ ਨਹੀਂ ਹੈ ਤਾਂ ਫਿਰ ਘਰੇ ਦੇਖੋ, ਲੋਕੀ ਦੇਖਣ ਨਹੀਂ ਹੋਣਗੇ। ਇੰਨਾ ਮੇਹਰ ਮਿੱਤਲ ਹੋਣਾ ਸੀ। ਪਰ ਜਦੋਂ ਉਹਦਾ ਰੋਲ ਅਸੀਂ ਲਿਖ ਕੇ ਵਿੱਚ ਪਾਇਆ, ਉਹ ਆਊਟ ਨਹੀਂ ਲੱਗਾ, ਬਿਲਕੁਲ ਨਹੀਂ ਲੱਗਾ, ਇਮਰਜ ਹੋਇਆ ਉਹਦੇ ਵਿੱਚ। ਇਹ ਕੁਦਰਤੀ ਹੋਇਆ ਪਰ ਇਹਦਾ ਜ਼ਰੂਰ ਸੀਗਾ ਕਿ ਸਾਨੂੰ ਇੰਨਾ ਪਤਾ ਲੱਗਿਆ ਕਿ ਮੇਹਰ ਮਿੱਤਲ ਤੋਂ ਬਗੈਰ ਪੰਜਾਬੀ ਫਿਲਮ ਉਹਨਾਂ ਦਿਨਾਂ 'ਚ ਨਾ ਬਣੀ ਸੀ, ਨਾ ਬਣ ਸਕਦੀ। ਮਤਲਬ ਫਿਲਮ ਨੂੰ ਰੌਚਕ ਤੇ ਵੇਖਣਯੋਗ ਬਣਾਉਣ ਲਈ ਮੇਹਰ ਮਿੱਤਲ ਉਹਦੀ ਪੱਕੇ ਹੀ ਸੀ ਜੀ। ਹਾਂਜੀ। ਰਜੀਵ ਜੀ, ਜਿਹੜੀ ਮੈਂ ਡਾਕਟਰ ਪ੍ਰੀਤਮ ਸਿੰਘ ਹੋਰਾਂ ਤੋਂ ਗੱਲ ਕੀਤੀ ਸੀ ਕਿ ਜਦੋਂ ਇੱਕ ਫਿਲਮਕਾਰ ਫਿਲਮ ਬਣਾਉਂਦਾ ਤਾਂ ਇੱਕ ਤਾਂ ਚੀਜ਼ ਉਹਨੂੰ ਪ੍ਰਭਾਵਿਤ ਕਰਦੀ ਹੈ ਕਿ ਉਹਦੇ ਅੰਦਰ ਚਾਹਤ ਹੈ ਕਿ ਉਹ ਕਲਾ ਦਾ ਪੀਸ ਬਣਾਵੇ, ਦੂਜੀ ਉਹ ਫਿਲਮ ਚੱਲੇ ਵੀ। ਤਾਂ ਤੀਜੀ ਗੱਲ ਕਿ ਫਿਲਮ
ਕਿਸ ਤਰ੍ਹਾਂ ਦੀ ਬਣੇ, ਉਹਨੂੰ ਪ੍ਰਭਾਵਿਤ ਕਰਨ ਲਈ ਇੱਕ ਪੰਜਾਬ ਦੇ ਲੋਕਾਂ ਦਾ ਚਿੰਤਕ ਵਰਗ ਦੀ ਭੂਮਿਕਾ ਹੋਣੀ ਚਾਹੀਦੀ ਹੈ, ਜਿਹੜੀ ਤੁਹਾਨੂੰ ਲੱਗਦਾ ਕਿ ਕਿਤੇ ਖਾਰਜ ਰਹੀ। ਦੂਜਾ ਸਵਾਲ ਮੈਂ ਇਹ ਕਰਨਾ ਚਾਹੁੰਦਾ ਕਿ ਜਦੋਂ ਸਿੰਗਲ ਸਕਰੀਨ ਥੀਏਟਰ ਸੀ ਤਾਂ ਇੱਕ ਅਲੱਗ ਤਰ੍ਹਾਂ ਦੀ ਕਲਾਸ ਸਿਨੇਮਾ ਦੇਖਣ ਜਾਂਦੀ ਸੀ, ਤੇ ਹੁਣ ਜਦੋਂ ਮਲਟੀਪਲੈਕਸਿਸ ਨੇ, ਜਦੋਂ ਟਿਕਟ ਦਾ ਰੇਟ ਇੰਨਾ ਵੱਧ ਗਿਆ ਤਾਂ ਇੱਕ ਅਲੱਗ ਤਰ੍ਹਾਂ ਦੀ ਕਲਾਸ ਫਿਲਮ ਦੇਖਣ ਜਾਂਦੀ ਹੈ। ਕੀ ਇਸ ਨੇ ਫਿਲਮ ਦੇ ਕੰਟੈਂਟ ਨੂੰ ਪ੍ਰਭਾਵਿਤ ਕੀਤਾ? ਕੀਤਾ ਹੋਏਗਾ ਡੈਫੀਨਿਟਲੀ, ਕਿਉਂਕਿ ਹੁਣ ਜਦੋਂ ਸਿੰਗਲ ਸਕਰੀਨ ਸਿਨੇਮਾ ਸੀਗੇ ਉਦੋਂ ਵਰਕਿੰਗ ਕਲਾਸ ਫਿਲਮ ਦੇਖਣ ਜਾਂਦੀ ਸੀ। ਜਿੱਦਾਂ ਪ੍ਰੀਤਮ ਜੀ ਕਹਿ ਰਹੇ ਨੇ ਕਿ ਇੰਗਲੈਂਡ ਦੇ ਵਿੱਚ ਵਰਕਿੰਗ ਕਲਾਸ ਦੀ ਬੜੀ ਕਦਰ ਕਰਦੇ ਆ ਲੋਕੀ, ਤੇ ਉਹਦੇ ਨਾਲ ਜੁੜੇ ਰਹਿਣ 'ਚ ਮਾਣ ਮਹਿਸੂਸ ਕਰਦੇ ਆ, ਕਿਉਂਕਿ ਟਿਕਟਸ ਦੇ ਰੇਟ ਵਗੈਰਾ ਉਦਾਂ ਦੇ ਹੁੰਦੇ ਸੀਗੇ। ਹੁਣ ਮਲਟੀਪਲੈਕਸਿਸ ਜਿਹੜਾ ਸਿਨੇਮਾ ਹੈਗਾ ਉਹਦੇ ਇੱਕ ਤਾਂ ਰੇਟਸ ਬਹੁਤ ਜ਼ਿਆਦਾ ਨੇ, ਔਰ ਉਹਦੇ ਨਾਲ ਨਾਲ ਜਿਹੜੇ ਉੱਥੇ ਹੋਰ ਬਾਕੀ ਦੀਆਂ ਚੀਜ਼ਾਂ, ਕਿਸੇ ਨੇ ਕੋਈ ਪੌਪਕਾਰਨ ਖਾਣੇ ਆ, ਕਿਸੇ ਨੇ ਕੋਈ ਕੋਲਡ ਡਰਿੰਕ ਲੈਣਾ, ਤੇ ਸਿਨੇਮਾ ਵਿਊਇੰਗ ਐਕਚੁਅਲੀ ਬਹੁਤ ਮਹਿੰਗੀ ਹੋ ਗਈ। ਤਾਂ ਜਿਹੜੀ ਵਰਕਿੰਗ ਕਲਾਸ ਹੈ ਉਹ ਤੇ ਮਾਈਨਸ ਹੋ ਗਈ ਹੈ ਸਿਨੇਮਾ ਵਿਊਇੰਗ ਦੇ ਵਿੱਚ ਕਾਫੀ ਸਾਰੀ। ਮੈਨੂੰ ਇਹ ਲੱਗਦਾ ਕਿ ਜ਼ਿਆਦਾਤਰ ਜਿਹੜੀ ਸਿਨੇਮਾ ਵਿਊਇੰਗ ਇਸ ਵੇਲੇ ਮਲਟੀਪਲੈਕਸਿਸ 'ਚ ਹੋ ਰਹੀ ਹੈ, ਉਹ ਜਿਨ੍ਹਾਂ ਕੋਲ ਪਰਚੇਜ਼ਿੰਗ ਪਾਵਰ ਹੈਗੀ ਹੈ, ਮਤਲਬ ਬੇਸਿਕਲੀ ਮਿਡਲ ਕਲਾਸ, ਅਪਰ ਮਿਡਲ ਕਲਾਸ, ਉਹ ਫੈਮਿਲੀਜ਼ ਹੀ ਜਾ ਪਾਉਂਦੀਆਂ ਨੇ। ਤੇ ਜਿਹੜੇ ਲੋਕ ਸਿੰਗਲ ਸਕਰੀਨ 'ਚ ਫਿਲਮਾਂ ਦੇਖ ਪਾਉਂਦੇ ਸੀਗੇ, ਮੈਨੂੰ ਲੱਗਦਾ ਉਹਨਾਂ ਦੇ ਲਈ ਥੋੜਾ ਜਿਹਾ ਮੁਸ਼ਕਿਲ ਹੋ ਗਿਆ ਸਿਨੇਮਾ ਦੇਖਣਾ। ਸੋ ਹੋ ਸਕਦਾ ਇਸ ਕਰਕੇ ਜਿਹੜੇ ਸਬਜੈਕਟਸ ਨੇ ਉਹਨਾਂ 'ਚ ਵੀ, ਸਬਜੈਕਟ ਮੈਟਰ 'ਚ ਵੀ ਵਰਕਿੰਗ ਕਲਾਸ ਮਾਈਨਸ ਹੋ ਗਿਆ ਹੋਵੇ, ਹੋ ਸਕਦਾ ਇਹੀ ਗੱਲ ਹੋਵੇ। ਕਿਉਂਕਿ ਵਰਕਿੰਗ ਕਲਾਸ ਦੀਆਂ ਜਿੱਦਾਂ ਜਿਹੜੀਆਂ ਹਿੰਦੀ ਸਿਨੇਮਾ ਵੀ ਸੀਗਾ ਜਿਹੜਾ, ਉਹਦੇ ਵਿੱਚ ਜ਼ਿਆਦਾਤਰ ਜਿਹੜੇ ਕਰੈਕਟਰ ਸੀਗੇ ਉਹ ਕਾਫੀ ਸਾਰੇ ਰੂਰਲ ਰਿਪਰੈਜ਼ੈਂਟੇਸ਼ਨ ਕਾਫੀ ਹੁੰਦੀ ਸੀ ਹਿੰਦੀ ਸਿਨੇਮੇ 'ਚ, ਜਿਹੜਾ ਪਹਿਲਾਂ ਦਾ ਸਿਨੇਮਾ ਸੀਗਾ ਰਾਜ ਕਪੂਰ ਹੋਣਾ ਦਾ ਜਾਂ ਬਾਕੀ ਦਾ ਸਿਨੇਮਾ। ਪਰ ਹੁਣ ਸਾਰਾ ਦਾ ਸਾਰਾ ਜਿਹੜਾ ਹਿੰਦੀ ਸਿਨੇਮਾ ਉਹ ਅਰਬਨ ਸਿਨੇਮਾ ਹੋ ਗਿਆ, ਜਦੋਂ ਕਿ ਸਾਰਾ ਭਾਰਤ ਸ਼ਹਿਰਾਂ 'ਚ ਤਾਂ ਰਹਿੰਦਾ ਨਹੀਂਗਾ, ਬਹੁਤ ਸਾਰੇ ਪਿੰਡਾਂ 'ਚ ਵੀ ਰਹਿੰਦੇ ਆ। ਬਟ ਮੇ ਵੀ ਜਿਹੜੇ ਪਿੰਡਾਂ ਵਾਲਿਆਂ ਦੀ ਪਰਚੇਜ਼ਿੰਗ ਪਾਵਰ ਆ ਜਿਹੜਾ ਹਿੰਦੀ ਫਿਲਮਾਂ ਦੇ ਕੰਟੈਕਸਟ 'ਚ ਉਹ ਉਨੀ ਨਹੀਂ ਰਹੀ ਜਿੰਨੀ ਸ਼ਹਿਰਾਂ ਵਾਲਿਆਂ ਦੀ ਹੈ। ਸੋ ਸਬਜੈਕਟ ਮੈਟਰ ਡੈਫੀਨਿਟਲੀ ਹਿੰਦੀ ਫਿਲਮਾਂ 'ਚ ਤਾਂ ਸਾਫ਼-ਸਾਫ਼ ਨਜ਼ਰ ਆ ਰਿਹਾ ਕਿ ਮਲਟੀਪਲੈਕਸਿਸ ਕਰਕੇ ਜਿਹੜੇ ਸਬਜੈਕਟ ਮੈਟਰ ਆ ਉਹ ਪ੍ਰਭਾਵਿਤ ਹੋ ਗਏ। ਬਟ ਪੰਜਾਬੀ ਫਿਲਮਾਂ ਹਲੇ ਵੀ ਜਿਹੜੀ ਪਰਚੇਜ਼ਿੰਗ ਪਾਵਰ ਆ ਉਹ ਸਾਡੇ ਜਿਹੜੇ ਪਿੰਡਾਂ 'ਚੋਂ ਸ਼ਹਿਰ ਆਉਂਦੇ ਆ ਲੋਕ, ਉਹਨਾਂ ਕੋਲੇ ਹੈਗੀ ਹੈ, ਜਾਂ ਐਨ ਆਰ ਆਈ ਜਿਹੜੇ ਸਾਡੇ ਭੈਣ ਭਰਾ ਨੇ ਉਹਨਾਂ ਕੋਲ ਪਰਚੇਜ਼ਿੰਗ ਪਾਵਰ ਹੈ। ਇਸ ਕਰਕੇ ਜਿੱਦਾਂ ਪ੍ਰੀਤਮ ਜੀ ਵੀ ਕਹਿ ਰਹੇ ਸੀ ਕਿ ਹਿੰਦੀ ਫਿਲਮਾਂ 'ਚ ਵੀ ਤੁਹਾਨੂੰ ਐਨ ਆਰ ਆਈ ਕਰੈਕਟਰ ਦਿਖ ਜਾਣਗੇ, ਤੇ ਪੰਜਾਬੀ ਫਿਲਮਾਂ ਵੀ ਕਾਫੀ ਸਾਰੀਆਂ ਹੁਣ ਜਿਹੜੀਆਂ ਹੈਗੀਆਂ ਉਹਨਾਂ ਦੇ ਵਿੱਚ ਵੀ ਜਿਹੜੀ ਐਨ ਆਰ ਆਈ ਲੋਕੇਸ਼ਨਸ ਹੋ ਗਈਆਂ, ਐਨ ਆਰ ਆਈ ਕਰੈਕਟਰਸ ਹੋ ਗਏ, ਡਾਇਸਪੋਰਿਕ ਕਰੈਕਟਰਸ ਹੋ ਗਏ, ਉਹ ਕਾਫੀ ਇੰਪੋਰਟੈਂਟ ਹਿੱਸਾ ਹੋ ਗਿਆ। ਜਿੱਦਾਂ ਹੁਣ ਇੰਗਲੈਂਡ ਦੇ ਵਿੱਚ ਸ਼ਾਇਦ ਸਬਸਿਡੀ ਦਾ ਕੋਈ ਸਿਸਟਮ ਹੈਗਾ, ਇਸ ਕਰਕੇ ਇੰਨੀਆਂ ਸਾਰੀਆਂ ਫਿਲਮਾਂ ਜਿਹੜੀਆਂ ਹੈਗੀਆਂ, ਹਰ ਦੂਜੀ ਫਿਲਮ ਦੀ ਜਿਹੜੀ ਲੋਕੇਸ਼ਨ ਹੈਗੀ ਆ ਉਹ ਇੰਗਲੈਂਡ ਦੀ ਹੈ। ਸੋ ਡੈਫੀਨੇਟਲੀ ਮੈਨੂੰ ਲੱਗਦਾ ਜਿਹੜਾ ਇਕਨੋਮਿਕਸ ਹੈਗਾ ਉਹਨੇ ਕਾਫੀ ਪ੍ਰਭਾਵਿਤ ਕੀਤਾ। ਉਹ ਭਾਵੇਂ ਟਿਕਟਾਂ ਕੌਣ ਖਰੀਦੂਗਾ, ਫਿਲਮ ਬਣਾਉਣੀ ਕਿਹਦੇ ਲਈ ਹੈ, ਇਸ ਐਂਗਲ ਤੋਂ ਹੋਵੇ, ਜਾਂ ਸਬਸਿਡੀ ਕਿੱਥੋਂ ਮਿਲ ਜੂਗੀ, ਪੈਸੇ ਕੌਣ ਲਾ ਸਕਦਾ ਫਿਲਮਾਂ ਬਣਾਉਣ ਦੇ ਲਈ, ਭਾਵੇਂ ਇਸ ਐਂਗਲ ਤੋਂ ਹੋਵੇ। ਤੇ ਜਿੱਦਾਂ ਬਲਦੇਵ ਜੀ ਕਹਿ ਰਹੇ ਕਿ ਜਾਂ ਚਿਤਾਰ ਜੀ ਕਹਿ ਰਹੇ ਸੀ ਕਿ ਇਹਨਾਂ ਨੇ ਜਦੋਂ ਫਿਲਮ ਬਣਾਈ ਇਹ ਬਿਲਕੁਲ ਨਵੇਂ ਸੀ ਤੇ ਬਹੁਤ ਪਿਓਰ ਸੋਲ ਸੀ ਇਹਨਾਂ ਦੀ, ਅਨਕਰਪਟਡ ਸੀ। ਬਲਦੇਵ ਜੀ ਨੇ ਕਿਹਾ ਕਿ ਚਲੋ ਜਿਹੜਾ ਓਰੀਜਨਲ ਸੋਲ ਸੀ ਫਿਲਮ ਦੀ ਉਹਨੂੰ ਬਿਨਾਂ ਡਿਸਟਰਬ ਕੀਤੇ ਇਹਨਾਂ ਨੇ ਮੇਰ ਮਿੱਤਲ ਨੂੰ ਕਹਿ ਲਓ ਫਾਈਨੈਂਸ਼ੀਅਲ ਕੰਪਲਸ਼ਨ ਲਈ ਪਾਇਆ, ਪਰ ਜਿਹੜਾ ਓਰੀਜਨਲ ਬੇਸ ਸੀਗਾ ਫਿਲਮ ਦਾ ਉਹ ਬਹੁਤ ਹੀ ਪਿਓਰ ਸੀਗਾ। ਤੇ ਉਦਾਂ ਦਾ ਸਿਨੇਮਾ ਮੈਨੂੰ ਲੱਗਦਾ ਉਸ ਪਿਓਰਿਟੀ ਨਾਲ ਬਣਾਉਣਾ ਅੱਜ ਦੇ ਟਾਈਮ 'ਚ ਉਹਦੀ ਪੋਸੀਬਿਲਿਟੀਜ਼ ਕਾਫੀ ਘੱਟ ਨੇ, ਕਿਉਂਕਿ ਮੈਨੂੰ ਲੱਗਦਾ ਇਕਨੋਮਿਕਸ ਜਿਹੜੀ ਹੈਗੀ ਆ ਉਹ ਆਰਟ ਤੋਂ ਜ਼ਿਆਦਾ ਇੰਪੋਰਟੈਂਟ ਹੋ ਗਈ ਹੈ ਸਿਨੇਮੇ ਦੇ ਵਿੱਚ, ਮਤਲਬ ਇਹ ਮੇਰਾ ਮੰਨਣਾ ਹੈਗਾ। ਸਿਮਰਨ ਤੁਸੀਂ ਕੁਝ ਕਹਿਣਾ ਚਾਹੁੰਦੇ ਸੀ? ਹਾਂਜੀ, ਨਹੀਂ ਇਹ ਗੱਲ ਜੋ ਭਾਜੀ ਹੁਣਾਂ ਨੇ ਕੀਤਾ ਬਿਲਕੁਲ ਸਹੀ ਗੱਲ ਹੈ। ਐਂਡ ਐਕਚੁਅਲੀ ਜਦੋਂ 10 ਸਾਲ ਪਹਿਲਾਂ ਜਦੋਂ ਅਸੀਂ ਇਹ ਗੱਲ ਸ਼ੁਰੂ ਕੀਤੀ ਸੀ ਚੰਨ ਪ੍ਰਦੇਸੀ ਰੀਮਾਸਟਰ ਦੀ, ਐਂਡ ਆਈ ਵਾਸ ਥਿੰਕਿੰਗ ਕਿ ਮੇਰਾ ਪਹਿਲਾ ਪ੍ਰੋਜੈਕਟ ਕੀ ਹੋਵੇਗਾ, ਫੀਚਰ ਪ੍ਰੋਜੈਕਟ। ਸ਼ਾਰਟ ਫਿਲਮਾਂ ਕੀਤੀਆਂ ਹੋਈਆਂ ਸੀ, ਬਟ ਮਨਮੋਹਨ ਅੰਕਲ ਨੇ ਬੜੀ ਮਤਲਬ ਐਕਚੁਅਲੀ ਮਨਮੋਹਨ ਅੰਕਲ ਦਾ ਇੱਕ ਸਟਾਈਲ ਹੈਗਾ ਨਾ, ਬੋਲਦੇ ਘੱਟ ਹੈ ਪਰ ਜਦੋਂ ਕੁਝ ਕਹਿੰਦੇ ਨੇ ਹੀ ਹਿਟਸ ਦ ਸਪੌਟ, ਟੀਚੇ ਤੇ ਐ ਮਾਰਦੇ ਨੇ। ਐਨੀ ਸਰ ਕਿ ਸਿਮਰਨ ਦੇਖ ਜਿਹੜਾ ਐਨ ਆਰ ਆਈ ਐਕਸਪੀਰੀਅੰਸ ਹੈ ਉਹ ਸਾਡਾ ਹੁਣ ਪੰਜਾਬੀਅਤ ਦਾ ਹਿੱਸਾ ਬਣ ਗਿਆ, ਠੀਕ ਹੈ ਨਾ, ਆਥੈਂਟਿਕ ਪੰਜਾਬੀਅਤ ਦਾ। ਪਰ ਕਹਿੰਦੇ ਕਿ ਜੋ ਅਸੀਂ ਫਿਲਮ ਮੇਕਰ ਇੱਥੋਂ ਅਸੀਂ ਜਾਂਦੇ ਹਾਂ, ਅਸੀਂ ਦੇਖਦੇ ਹਾਂ, ਸੁਣਦੇ, ਕਹਾਣੀਆਂ ਸੁਣਦੇ ਹਾਂ,
ਅਸੀਂ ਇੰਡੀਆ ਤੋਂ ਜਾ ਕੇ ਈਸਟ ਪੰਜਾਬ ਤੋਂ ਜਾ ਕੇ ਅਸੀਂ ਬਾਹਰ ਜਾਂਦੇ ਵੀ ਮੇਕ ਫਿਲਮਸ NRI ਬਾਰੇ, ਪਰ ਅਸੀਂ ਉਹ ਜਿਹੜੀ ਲਾਈਫ ਆ, ਉਹ ਜਿਹੜੀ ਚੀਜ਼ ਆ, ਅਸੀਂ ਖੁਦ ਹੰਡਾਇਆ ਨਹੀਂ ਹੋਇਆ, ਅਸੀਂ ਬਸ ਦੇਖ ਕੇ ਅਸੀਂ ਕਹਾਣੀਆਂ ਬਣਾ ਰਹੇ। ਕਹਿੰਦਾ ਪੁੱਤ ਤੂੰ ਤਾਂ ਉਸ ਕਲਚਰ ਵਿੱਚੋਂ ਆ, ਤੂੰ ਮਤਲਬ ਯੂ ਆਰ ਐਕਚੁਅਲੀ ਫੋਰਨ ਬੋਰਨ ਪੰਜਾਬੀ। ਕਹਿੰਦਾ ਉਹ ਜਿਹੜਾ ਸਬਜੈਕਟ ਬਾਰੇ ਅਸੀਂ ਅੰਦਾਜ਼ਾ ਨਾਲ ਅਸੀਂ ਬਣਾ ਰਹੇ ਆ, ਕਹਿੰਦਾ ਤੂੰ ਉਹ ਚੀਜ਼ ਹੰਡਾਏ ਹੋਇਆ, ਯੂ ਕਮ ਥਰੂ ਦੈਟ, ਯੂ ਨੋ ਇਟ। ਤੇ ਬਿਕਾਜ਼ ਮੇਰਾ ਤੇਰਾ ਕਹਿੰਦੇ ਕਿ ਪੁੱਤ ਮੇਰਾ ਰეკਮੈਂਡੇਸ਼ਨ ਆਹੀ ਹੋਵੇਗਾ ਕਿ ਤੂੰ ਉੱਥੋਂ ਦਾ ਐਕਸਪੀਰੀਅੰਸ ਦਾ ਬਾਰੇ ਬਣਾ, ਬਿਕਾਜ਼ ਯੂ ਨੋ ਦੈਟ ਬੈਟਰ ਦੈਨ ਐਨੀਬਡੀ ਐਲਸ ਹੂ ਇਜ਼ ਵਰਕਿੰਗ ਇਨ ਪੰਜਾਬੀ ਸਿਨੇਮਾ। ਤੇ ਐਕਚੁਅਲੀ ਐਜ਼ ਅ ਰਿਜ਼ਲਟ ਆਫ ਦੈਟ, ਉਹਦੇ ਕਰਕੇ ਜਿਹੜਾ ਹੁਣ ਅਸੀਂ ਚੰਦ ਪ੍ਰਦੇਸੀ ਦਾ ਸੀਕੁਅਲ ਬਣਾ ਰਹੇ ਹਾਂ, ਹੁਣ ਦੇਖੋ ਜਿਹੜੀ ਓਰੀਜਨਲ ਚੰਦ ਪ੍ਰਦੇਸੀ ਸੀ ਉਹ 2 ਪੀੜ੍ਹੀਆਂ ਦੀ ਕਹਾਣੀ ਹੈ। ਫਰੋਮ ਉਹ ਪਿੰਡ ਤੋਂ ਜਾ ਕੇ ਹਲ ਬਾਉਣ ਵਾਲਾ ਜਿਹੜਾ ਸੀਗਾ ਸੀਨ ਐਟ ਦ ਬਿਗਿਨਿੰਗ ਕੁਲਭੂਸ਼ਣ ਕਰਬੰਦਾ ਦੇ ਨਾਲ, ਫਿਰ ਇੰਟਰਮਿਸ਼ਨ ਤੋਂ ਬਾਅਦ ਵੀ ਜੰਪ ਫੋਰਵਰਡ ਜਨਰੇਸ਼ਨ, ਸਾਡੇ ਕੋਲ ਰਾਜ ਬੱਬਰ ਆਉਂਦਾ ਆ, ਕਾਲਜ ਜਾ ਰਿਹਾ, ਟਰੈਕਟਰ ਚਲਾਉਂਦਾ, ਸਾਰਾ ਕੁਝ। ਹੁਣ ਬੜੀ ਨੈਚੁਰਲ ਤਰੀਕੇ ਦੇ ਨਾਲ ਅਸੀਂ ਹੁਣ ਇੱਕ ਹੋਰ ਜਨਰੇਸ਼ਨ ਅਸੀਂ ਅੱਗੇ ਹੁਣ ਨੈਚੁਰਲੀ ਅਸੀਂ ਆ ਗਏ ਹਾਂ। ਉਹ ਸਾਰੇ ਕਰੈਕਟਰ ਹੁਣ ਐਕਚੁਅਲੀ ਇੱਕ ਜਨਰੇਸ਼ਨ ਅੱਗੇ ਆ ਗਏ ਨੇ, ਠੀਕ ਹੈ ਨਾ। ਸੋ ਉਹ ਸਾਰੇ ਕਰੈਕਟਰ ਨੈਚੁਰਲੀ ਓਵੇਜ ਆ ਗਏ ਨੇ। ਸੋ ਦ ਨੈਚੁਰਲ ਥਿੰਗ ਇਜ਼ ਕਿ ਚੰਦ ਪ੍ਰਦੇਸੀ ਦੀ ਜਿਹੜੀ ਸੀਕੁਅਲ ਹੋਵੇਗੀ that will take place in the next generation, and ਉਹ ਜਿਹੜੀ next generation ਹੈ ਉਹ shift ਹੋਗੀ to the west. So I'm trying to use ਕਿ ਕਿਤੇ ਨਾ ਕਿਤੇ ਜਿਹੜਾ ਚੰਦ ਪ੍ਰਦੇਸੀ ਦਾ ਜਿਹੜਾ ਉਹ through line ਹੈ, generational change, progress, ਕਿਉਂਕਿ ਠੀਕ ਹੈ ਵਰਕਿੰਗ ਕਲਾਸ ਬਿਲਕੁਲ ਸਹੀ ਆ, ਪਰ ਵਰਕਿੰਗ ਕਲਾਸ ਦੇ ਵਿੱਚੋਂ ਹੀ ਫਿਰ ਮਿਡਲ ਕਲਾਸ ਤੇ ਦੂਸਰੇ ਕਲਾਸਿਸ ਨਿਕਲਦੇ ਨੇ ਜੋ ਅਸਪਾਇਰ ਕਰਦੇ ਨੇ, ਤੇ ਉਹ ਆਪਣੇ ਪੰਜਾਬ ਤੋਂ ਬਾਹਰ ਵੀ ਜਾਂਦੇ ਨੇ, ਹੋਰ ਵੀ ਮਤਲਬ ਕਰਦੇ ਨੇ। ਸੋ ਉਹ ਜਿਹੜੀ ਉਸ ਫੈਮਿਲੀ ਦੀ ਪ੍ਰੋਗਰੈਸ਼ਨ ਮੈਂ ਦੇਖਣਾ ਚਾਹੁੰਦਾ ਕਿ ਐਕਚੁਅਲੀ ਹਾਊ ਦੇ ਪ੍ਰੋਗਰੈਸ। ਤੇ ਜਿਹੜਾ ਰਾਜ ਬੱਬਰ ਦਾ ਕਰੈਕਟਰ ਹੈ ਤੁਸੀਂ ਦੇਖੋਗੇ ਉਹ ਕਾਫੀ ਐਂਬੀਸ਼ੀਅਸ ਹੈ, ਕਿ ਉਹ ਆਪਣੇ ਮਾਂ ਨੂੰ ਕਹਿੰਦਾ ਕਿ ਮੇਰੇ ਕੋਈ ਮਤਲਬ ਜਗੀਰਦਾਰ ਵਾਲੇ ਘਰ ਨੂੰ ਦੇਖੋ, ਉਹਦੇ ਵਿੱਚ ਮੇਰਾ ਵਿਆਹ ਕਰਾਓ। ਸੋ ਯੂ ਕੈਨ ਸੀ ਉਹਦੇ ਵਿੱਚ ਕਾਫੀ ਐਂਬੀਸ਼ਨ ਹੈ, ਐਂਡ ਯੂ ਕੈਨ ਸੀ ਕਿ ਉਹ ਜਿਹਾ ਕਰੈਕਟਰ ਉਹ ਬਾਹਰ ਜਾ ਕੇ ਕਿਵੇਂ ਕਾਮਯਾਬ ਹੋ ਸਕਦਾ ਸੀ, ਯੂ ਨੋ ਹੀ ਹੈਜ਼ ਦੈਟ ਥਿੰਗ। ਤੇ ਸੋ ਉਹ ਜਿਹੜੀ ਹੁਣ ਅਸੀਂ ਕਰ ਰਹੇ ਗੱਲ ਡਾਇਸਪੋਰਾ ਬਾਰੇ, ਚੰਦ ਪ੍ਰਦੇਸੀ ਦੀ ਜਿਹੜੀ ਸੀਕੁਅਲ ਹੈ ਉਹ ਉਸੇ ਥਰੂ ਲਾਈਨ ਨੂੰ ਲੈ ਕੇ ਅਸੀਂ ਡਾਇਸਪੋਰਾ ਤੱਕ ਅਸੀਂ ਹੁਣ ਪਹੁੰਚਣਾ ਹੈ ਇਨ ਦ ਨੈਕਸਟ ਫਿਲਮ। ਤੇ ਜੋ ਭਾਜੀ ਨੇ ਕਿਹਾ ਆਪਣੇ ਫਾਈਨੈਂਸ਼ੀਅਲ ਇੰਪੈਰੇਟਿਵਸ ਬਾਰੇ, ਬਿਲਕੁਲ ਤੁਹਾਡੀ ਗੱਲ ਸਹੀ ਆ। ਤੇ ਜਿਹੜਾ ਅਸੀਂ ਹੁਣ ਕੰਮ ਕੀਤਾ ਵਿਦ ਚੰਦ ਪ੍ਰਦੇਸੀ ਰੀਮਾਸਟਰਡ, ਇਹ ਕੋਈ ਠੀਕ ਹੈ ਅਸੀਂ ਉਮੀਦ ਕਰਦੇ ਹਾਂ ਕਿ ਇਹਦੇ ਵਿੱਚੋਂ ਪੈਸੇ ਬਣੂਗੇ, ਪਰ ਕੋਈ ਗਾਰੰਟੀ ਨਹੀਂ ਹੈ। ਦਿਸ ਇਜ਼ ਅ ਰਿਸਕ, ਇਟਸ ਅ ਫਾਈਨੈਂਸ਼ੀਅਲ ਰਿਸਕ। ਮੈਂ ਤੇ ਪਾਪਾ ਦੋਵਾਂ ਅਸੀਂ ਨੈਚੁਰਲ ਬੌਰਨ ਰਿਸਕ ਟੇਕਰਸ ਹਾਂ ਦੋਵਾਂ ਨੇ, ਸਪੈਸ਼ਲੀ ਪਾਪਾ, ਬਿਕਾਜ਼ ਦੇਖੋ ਆਪਣੀ ਰੈਪੂਟੇਸ਼ਨ ਤੇ ਰਿਸਕ ਲੈਣਾ ਇੱਕ ਗੱਲ ਹੁੰਦੀ ਹੈ, ਪਰ ਪੈਸੇ ਤੇ ਰਿਸਕ ਲੈਣਾ ਇਜ਼ ਕੋਈ ਨਹੀਂ ਕਰਦਾ ਕੰਮ, ਨੋਬਡੀ ਡਸ ਦੈਟ। ਤੇ ਜੋ ਅਸੀਂ ਕੀਤਾ ਆ ਪਾਪਾ ਨੇ ਆਪਣੇ ਇਨਵੈਸਟਮੈਂਟ ਨਾਲ ਕੀਤੀ ਆ, ਬਿਕਾਜ਼ ਪਾਪਾ ਬਿਲੀਵਸ ਇਨ ਇਟ। ਤੇ ਨੈਕਸਟ ਪ੍ਰੋਜੈਕਟ ਵੀ ਜਿਹੜਾ ਅਸੀਂ ਕਰਾਂਗੇ ਪੂਰੀ ਐਕਸਪੈਰੀਮੈਂਟੇਸ਼ਨ, ਪੂਰੀ ਮਤਲਬ ਜ਼ੋਰ ਦੇ ਨਾਲ, ਉਹ ਵੀ ਉਸ ਪੈਸ਼ਨ ਦੇ ਨਾਲ ਹੋਵੇਗਾ। ਸੋ this is ਇੱਕ ਹੋਰ ਸਵਾਲ ਆ ਰਿਹਾ ਸੀ ਤੁਹਾਡੇ ਲਈ ਕਿ ਤੁਸੀਂ ਸ਼ਾਰਟ ਫਿਲਮਸ ਬਣਾਈਆਂ ਨੇ, ਹਨਾ, ਤੇ ਇੱਕ ਪਾਸੇ ਫੀਚਰ ਫਿਲਮ ਆ, ਇੱਕ ਪਾਸੇ ਸ਼ਾਰਟ ਫਿਲਮ ਆ, ਤੇ ਤੀਜੇ ਹੁਣ OTT ਪਲੇਟਫਾਰਮ ਨੇ। ਤੁਸੀਂ ਸ਼ਾਰਟ ਫਿਲਮ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਇਹ ਸ਼ੁਰੂ ਦੇ ਵਿੱਚ ਕਿਸੇ ਫਿਲਮ ਮੇਕਰ ਲਈ ਉਹਦੀ ਕ੍ਰੀਏਟੀਵਿਟੀ ਨੂੰ ਸਾਫ਼ ਕਰਨ ਲਈ ਜਾਂ ਕੰਟੈਂਟ ਦੇ ਪੱਖ ਤੋਂ ਕਿਵੇਂ ਇੰਪੋਰਟੈਂਟ ਹੈ ਇਹ ਵਿਧਾ, ਇਹ ਜਨਰ ਕਿਵੇਂ ਇੰਪੋਰਟੈਂਟ ਹੈ ਸ਼ਾਰਟ ਫਿਲਮ? ਇੱਕ ਨਾ ਕਾਫੀ ਖਾਸ ਰਾਈਟਰ ਸੀਗਾ, ਉਹਦਾ ਨਾਮ ਹੁਣ ਭੁੱਲ ਗਿਆ, ਪਰ ਉਹ ਕਹਿੰਦਾ ਸੀਗਾ ਕਿ ਉਹ ਨੋਵਲ ਵੀ ਲਿਖਦਾ ਹੁੰਦਾ ਸੀਗਾ, ਸ਼ਾਰਟ ਸਟੋਰੀ ਵੀ ਲਿਖਦਾ ਹੁੰਦਾ ਸੀ। ਕਹਿੰਦਾ ਜਦੋਂ ਮੇਰੇ ਕੋਲ ਟਾਈਮ ਘੱਟ ਹੁੰਦਾ ਨਾ ਫਿਰ ਮੈਂ ਨੋਵਲ ਲਿਖਦਾ, ਜਦੋਂ ਟਾਈਮ ਜ਼ਿਆਦਾ ਹੁੰਦਾ ਦੈਨ ਆਈ ਰਾਈਟ ਇਟ ਐਜ਼ ਅ ਸ਼ਾਰਟ ਸਟੋਰੀ। ਉਹਦਾ ਮਤਲਬ ਸੀਗਾ ਕਿ ਜੋ ਸ਼ਾਰਟ ਸਟੋਰੀ ਦੇ ਅੰਦਰ ਜੋ ਤੁਸੀਂ ਪਾ ਸਕਦੇ ਆ, ਕਿਉਂਕਿ ਗੱਲ ਜੋ ਤੁਹਾਡਾ ਅਰਥ ਹੈ ਤੁਸੀਂ ਉਹੀ ਕਰਨਾ ਹੈ, ਪਰ ਟਾਈਮ ਤੁਹਾਡਾ ਘੱਟ ਆ। ਸੋ ਜ਼ਿਆਦਾ ਗੱਲ ਕਰਨੀ ਛੋਟੇ ਟਾਈਮ ਦੇ ਵਿੱਚ ਉਹਦੇ ਵਾਸਤੇ ਐਕਚੁਅਲੀ ਸਕਿੱਲ ਕਾਫੀ ਜ਼ਿਆਦਾ ਚਾਹੀਦਾ ਹੈ। ਸੋ ਐਂਡ ਸ਼ਾਰਟ ਫਿਲਮ ਦੇ ਵਿੱਚ ਇੱਕ ਹੋਰ ਵੀ ਗੱਲ ਹੈ ਕਿ ਲੌਜਿਸਟਿਕਲੀ ਸੌਖਾ ਹੁੰਦਾ ਹੈ। ਸੋ ਉਹਦੇ ਵਾਸਤੇ ਕਹਿੰਦਾ ਕਿ ਸ਼ਾਰਟ ਫਿਲਮ ਦੀ ਜਿਹੜੀ ਟ੍ਰੇਨਿੰਗ ਗਰਾਊਂਡ ਹੁੰਦੀ ਆ ਬਹੁਤ ਮਤਲਬ ਇਟਸ ਵੈਰੀ ਪੋਟੈਂਟ। ਜਿਹੜੇ ਬੰਦੇ ਨੇ ਸ਼ਾਰਟ ਫਿਲਮਾਂ ਕਾਫੀ ਬਣਾਈਆਂ ਨੇ, ਕਾਫੀ ਵਧੀਆ ਟ੍ਰੇਨਿੰਗ ਗਰਾਊਂਡ ਹੁੰਦੀ ਆ। ਤੇ so that's the thing, and but I would say ਕਿ ਸ਼ਾਰਟ ਫਿਲਮਾਂ ਨੂੰ also as a inferior art form ਨਹੀਂ ਦੇਖਣਾ ਚਾਹੀਦਾ। ਸ਼ਾਰਟ ਫਿਲਮ ਵੀ ਇੱਕ ਆਪਣਾ ਇੰਡੀਪੈਂਡੈਂਟ ਢਾਂਚਾ ਆ, you know, so ਇੱਕ ਟ੍ਰੇਨਿੰਗ ਗਰਾਊਂਡ ਵੀ ਆ, ਪਰ ਇੱਕ ਆਪਣੇ ਜਗ੍ਹਾ ਤੇ ਉਹ ਇੱਕ authentic art form ਵੀ ਹੈ as compared to feature films। ਤੇ ਕਾਫੀ ਇੰਪੋਰਟੈਂਟ ਹੈ। ਇੰਟਰਨੈਟ ਦੇ ਜ਼ਮਾਨੇ ਦੇ ਵਿੱਚ ਹੁਣ ਸ਼ਾਰਟ ਫਿਲਮ ਦੀ ਡਿਸਟ੍ਰੀਬਿਊਸ਼ਨ ਬਹੁਤ ਸੌਖੀ ਤਰ੍ਹਾਂ ਹੋ ਸਕਦੀ ਹੈ, ਜਿਹੜਾ ਪਹਿਲਾਂ ਨਹੀਂ ਹੋ ਸਕਦਾ। ਪਹਿਲਾਂ ਤੁਹਾਨੂੰ ਫਿਲਮ ਫੈਸਟੀਵਲ ਜਾਣਾ ਹੀ ਪੈਂਦਾ ਸੀ, ਤੁਹਾਨੂੰ
ਪ੍ਰੋਗਰਾਮ ਲੱਭਣੇ ਪੈਂਦੇ ਸੀ ਜਗ੍ਹਾ ਜਗ੍ਹਾ ਜਾ ਕੇ ਕਲੱਬਸ ਜਾ ਕੇ you don't have to do that now ਹੁਣ ਸਾਰਾ ਵੈਬ ਤੇ ਪੇਸ਼ ਹੈ so and this is it's a very good thing and so ਹੁਣ ਦੇਖਦੇ ਕਿ ਅੱਗੇ ਦਾ ਸ਼ਾਰਟ ਫਿਲਮਾਂ ਦਾ ਕੀ ਬਣਦਾ but I believe in short films as a medium ਹਾਂਜੀ ਮੈਨੂੰ ਖਿਆਲ ਆ ਗਿਆ ਡਾਕਟਰ ਚੰਨ ਸਿੰਘ ਸਿੱਧੂ ਤੁਹਾਡੇ ਮਨ 'ਚ ਵੀ ਆਇਆ ਹੋਣਾ ਜਾਂ ਤੁਹਾਨੂੰ ਕਿਹਾ ਹੋਣਾ ਕਿਸੇ ਨੇ ਕਿ ਫਿਲਮ ਆਪਾਂ ਥੀਏਟਰਸ ਦੇ ਵਿੱਚ ਰਿਲੀਜ਼ ਨਹੀਂ ਕਰਦੇ ਹੈਗੇ OTT ਪਲੇਟਫਾਰਮ ਹੈਗੇ ਆਪਾਂ ਉੱਥੇ ਰਿਲੀਜ਼ ਕਰ ਦਿੰਦੇ ਆ ਕੀ ਇਸ ਤਰ੍ਹਾਂ ਦੀ ਕੋਈ ਦੁਬਿਧਾ ਜਾਂ ਇਸ ਤਰ੍ਹਾਂ ਦਾ ਸਵਾਲ ਤੁਹਾਡੇ ਸਾਹਮਣੇ ਆਇਆ ਸੀ ਕਿ ਥੀਏਟਰਸ ਦੇ ਵਿੱਚ ਰਿਸਕ ਨਾ ਲਈਏ ਆਪਾਂ OTT ਪਲੇਟਫਾਰਮ ਤੇ ਕਿਸੇ ਤੇ ਰਿਲੀਜ਼ ਕਰ ਦਈਏ ਬਹੁਤ ਵਧੀਆ ਕੁਐਸਚਨ ਹੈ ਜੀ ਬਿਲਕੁਲ ਹੋਇਆ ਇਸ ਤਰ੍ਹਾਂ ਹੀ ਕਿ ਸਾਨੂੰ ਅਖੀਰ ਤੱਕ ਜਦੋਂ ਅਸੀਂ ਰਿਲੀਜ਼ ਕਰਨ ਦਾ ਪ੍ਰੋਗਰਾਮ ਬਣਾ ਲਿਆ ਉਦੋਂ ਤਾਂ ਕਹਿੰਦੇ ਰਹੇ ਨੇ ਛੱਡੋ ਜੀ ਇਹ ਬੜਾ ਇਹਦੇ 'ਚ ਬਹੁਤ ਪੈਸਾ ਲੱਗਦਾ ਹੈ ਜਦੋਂ ਫਿਲਮ ਰਿਲੀਜ਼ ਕਰਨੀ ਹੁੰਦੀ ਆ ਤੇ ਤੁਸੀਂ OTT ਪਲੇਟਫਾਰਮ ਤੇ ਇਹਨੂੰ ਰਿਲੀਜ਼ ਕਰ ਦਿਓ ਪਰ ਮੈਂ ਸਮਝਦਾ ਕਿ ਜਿਹੜੀ ਜੋ ਨਜ਼ਾਰਾ ਫਿਲਮ ਦਾ ਥੀਏਟਰ 'ਚ ਜਾ ਕੇ ਦੇਖਣ ਦਾ ਹੈ ਔਰ ਸਪੈਸ਼ਲੀ ਏਦਾਂ ਦੀ ਫਿਲਮ ਕਿ ਇਹਨਾਂ ਦਾ ਜੋ ਨਜ਼ਾਰਾ ਥੀਏਟਰ ਜਾ ਕੇ ਦੇਖਣ ਦਾ ਹੈ ਨਾ ਉਹ TV ਤੇ ਜਾਂ ਆਪਣੇ ਫੋਨ ਤੇ ਜਾਂ ਵਟਐਵਰ ਤੁਸੀਂ ਦੇਖਦੇ ਹੋ ਉਹ ਨਹੀਂ ਆ ਸਕਦਾ ਔਰ ਦੂਸਰਾ ਇਹ ਹੈ ਕਿ ਆਈ ਥਿੰਕ ਕਿ ਸਿਨੇਮਾ ਜਿਹੜਾ ਹੈ ਨਾ ਸਿਨੇਮਾ ਇਜ਼ a very important part ਖਾਸ ਕਰਕੇ ਆਪਣੇ ਪੰਜਾਬੀਆਂ ਦਾ ਖਾਸ ਕਰਕੇ ਇੰਡੀਅਨਸ ਦਾ ਕਿ ਇਹ ਜਿਹੜੇ ਆਪਣੇ ਲੋਕ ਆ ਉਹ ਸਿਨੇਮਾ ਇੱਕ ਸਾਡਾ is the only source of entertainment which is recognized by or loved by everybody so ਮੈਂ ਦਾ ਮੇਰੀ ਸਮਝ ਤੇ ਮੇਰੀ ਦੋਨਾਂ ਦੀ ਸਾਡੀ ਖਾਸ ਸੀਗੀ ਕਿ ਅਸੀਂ ਫਿਲਮ ਨੂੰ ਅਸੀਂ ਰਿਲੀਜ਼ ਕਰੀਏ ਸਿਨੇਮਾ ਦੇ ਵਿੱਚ but I'm very happy ਕਿ ਅਸੀਂ ਇਹਨੂੰ ਕੀਤਾ ਹੈ ਹੁਣ ਤੇ ਬਾਕੀ ਹੁਣ ਦੇਖਦੇ ਹਾਂ ਕਿੱਦਾਂ ਦਾ ਰਿਸਪੌਂਸ ਆਉਂਦਾ ਹੈ ਪਰ ਲੋਕਾਂ ਦਾ ਮੈਨੂੰ ਲੱਗਦਾ ਕਿ ਪਿਆਰ ਬਹੁਤ ਮਿਲੇਗਾ ਔਰ ਸਭ ਜਿਹੜੇ ਕੋਈ ਕਹਿੰਦੇ ਜੀ ਅਸੀਂ 50 ਬੰਦਿਆਂ ਨੂੰ 50 ਟਿਕਟਾਂ ਲੈ ਕੇ ਤੇ ਕੋਈ ਕਹਿੰਦਾ 100 ਟਿਕਟਾਂ ਲੈ ਕੇ ਕੋਈ 20 ਅਸੀਂ ਦਿਖਾਵਾਂਗੇ ਲੋਕਾਂ ਨੂੰ ਸੋ ਇਟਸ ਵੈਰੀ ਪੋਜ਼ਿਟਿਵ ਹੈਗਾ ਰਿਸਪੌਂਸ ਆ ਬਿਲਕੁਲ ਕਿਹਾ ਲੋਕਾਂ ਨੇ ਉਹ ਤਾਂ ਸਾਨੂੰ ਪਹਿਲਾਂ ਵੀ ਕਹਿੰਦੇ ਸੀ ਤੁਸੀਂ ਇੱਕ ਕਰਨ ਲੱਗੀਆਂ ਰੀਮਾਸਟਰਿੰਗ ਵਾਲਾ ਕੰਮ ਉਹ ਵੀ ਸਾਨੂੰ ਬੜਾ ਰੋਕਿਆ ਕਿ ਤੁਸੀਂ ਪ੍ਰੋਡਿਊਸਰ ਹੋ ਤੁਹਾਡਾ ਬੇਟਾ ਡਾਇਰੈਕਟਰ ਆ ਤੁਸੀਂ ਨਵੀਂ ਫਿਲਮ ਬਣਾਓ ਤੇ ਲੇਕਿਨ ਉਹ ਹੁਣ ਟਾਈਮ ਆ ਗਿਆ 8-10 ਸਾਲ ਦਾ ਟਾਈਮ ਸੀਗਾ ਤੇ ਲੰਘ ਗਿਆ ਤੇ ਲੇਕਿਨ ਮੇਰੇ ਖਿਆਲ ਟਾਈਮ ਨਾਲੋਂ ਜ਼ਿਆਦਾ ਜ਼ਰੂਰੀ ਆ ਕਿ ਚੀਜ਼ ਸਹੀ ਬਣੇ ਟਾਈਮ ਭਾਵੇਂ ਜ਼ਿਆਦਾ ਲੱਗ ਜੇ ਐਂਡ ਸਿਮਰਨ ਦਾ ਵੀ ਇਹੀ ਸਟਾਈਲ ਆ ਕਿ ਕੰਮ ਟਾਈਮ ਭਾਵੇਂ ਜ਼ਿਆਦਾ ਲੱਗ ਜੇ ਪਰ ਚੀਜ਼ ਪਰਫੈਕਟ ਬਣੇ ਸੋ ਮੈਂ ਗੁਰਮੁਖ ਇੱਕ ਮੈਂ ਗੱਲ ਕਰਨੀ ਚਾਹੁੰਦਾ ਸੀ ਇੱਕ ਮਿੰਟ ਹੈ ਤਾਂ ਜੀ ਸਰ ਹਾਂਜੀ ਮੈਂ ਜਿਹੜਾ ਸਿਨੇਮਾ ਦੀ ਕਲਚਰ ਵਾਸਤੇ ਕਿੰਨੀ ਇੰਪੋਰਟੈਂਸ ਹੈ ਉਹ ਖਾਸ ਤੌਰ ਤੇ ਲੈਂਗੁਏਜ ਦੇ ਪੁਆਇੰਟ ਨਾਲ ਕਿਉਂਕਿ ਪੰਜਾਬੀ ਯੂਨੀਵਰਸਿਟੀ ਪੰਜਾਬੀ ਡਿਪਾਰਟਮੈਂਟ ਵੱਲੋਂ ਤੁਸੀਂ ਕਰਾ ਲਿਓ ਆਪਾਂ ਡਾਇਸਪੋਰਾ ਬਾਰੇ ਗੱਲ ਕੀਤੀ ਸੀ ਕਿ ਬੰਗਾਲੀ ਲੋਕ ਬੰਗਾਲੀ ਲੈਂਗੁਏਜ ਨੂੰ ਬਹੁਤ ਪਿਆਰ ਕਰਦੇ ਆ ਮਲਿਆਲੀ ਲੋਕ ਮਲਿਆਲੀ ਲੈਂਗੁਏਜ ਨੂੰ ਬਹੁਤ ਪਿਆਰ ਕਰਦੇ ਆ ਪਰ ਉਹਦੇ ਵਿੱਚ ਜਿਹੜਾ ਬੰਗਾਲੀ ਸਿਨੇਮੇ ਦਾ ਰੋਲ ਹੈ ਲੋਕਾਂ ਨੂੰ ਆਪਣੀ ਲੈਂਗੁਏਜ ਤੇ ਪ੍ਰਾਈਡ ਹੋਣ ਤੇ ਬੜਾ ਮਹੱਤਵਪੂਰਨ ਹੈ ਸਤਿਆਜੀਤ ਰੇ ਦੀਆਂ ਫਿਲਮਾਂ ਦੁਨੀਆ ਭਰ 'ਚ ਦੇਖੀਆਂ ਜਾਂਦੀਆਂ ਓਕੇ ਮੈਨੂੰ ਇੱਕ ਵਾਰ ਪੰਜਾਬੀ ਟੀਚਰ ਜਿਹੜੇ ਪੜ੍ਹਾਉਂਦੇ ਨੇ ਉਹਨਾਂ ਨੇ ਆਪਣੇ ਐਨੂਅਲ ਲੈਕਚਰ ਵਾਸਤੇ ਸੱਦਿਆ ਤੇ ਮੈਂ ਇਹ ਗੱਲ ਕੀਤੀ ਸੀ ਮੈਂ ਕਿਹਾ ਵੀ ਸਾਨੂੰ ਵੀ ਹੈਵ ਟੂ ਪ੍ਰੋਡਿਊਸ ਸਮਥਿੰਗ ਬ੍ਰਿਲੀਅੰਟ ਓਕੇ ਵੈਦਰ ਇਟਸ ਏ ਡਰਾਮਾ ਵੈਦਰ ਇਟਸ ਏ ਸਿਨੇਮਾ ਔਰ ਜਿਵੇਂ ਚਾਨਣ ਨੇ ਕਿਹਾ ਕਿ ਜਿਹੜਾ ਸਿਨੇਮਾ ਇਜ਼ ਏ ਮਾਸ ਐਂਟਰਟੇਨਮੈਂਟ ਓਕੇ ਭਾਵੇਂ OTT ਪਲੇਟਫਾਰਮ ਤੇ ਹੋਵੇ ਜਾਂ ਭਾਵੇਂ ਸਿਨੇਮਾ ਦੇ ਵਿੱਚ ਹੋਵੇ ਜਿਹੜੀ ਬੰਗਾਲੀ ਸਿਨੇਮੇ ਨੂੰ ਇੰਟਰਨੈਸ਼ਨਲ ਰੈਕੋਗਨੀਸ਼ਨ ਮਿਲੀ ਹੈ ਔਰ ਇੰਟਰਨੈਸ਼ਨਲ ਰਿਸੈਪਸ਼ਨ ਮਿਲੀ ਹੈ ਉਹਨੇ ਬੰਗਾਲੀ ਲੋਕਾਂ ਨੂੰ ਆਪਣੀ ਲੈਂਗੁਏਜ ਦੇ ਵਿੱਚ ਪ੍ਰਾਈਡ ਕਰਨ 'ਚ ਰੋਲ ਪਲੇ ਕੀਤਾ ਹੈ ਇਸੇ ਤਰ੍ਹਾਂ ਮਲਿਆਲੀ ਫਿਲਮਾਂ ਦੇ ਵਿੱਚ ਹੈ ਇਸੇ ਤਰ੍ਹਾਂ ਹੀ ਜਿਹੜਾ ਮੈਂ ਕਹਿੰਦਾ ਕਿ ਜਿਹੜਾ ਚੰਦ ਪਰਦੇਸੀ ਨੂੰ ਹੁਣ ਮਿਲ ਰਹੀ ਹੈ ਇਹਨੀ ਰੈਕੋਗਨੀਸ਼ਨ ਇਹਦੇ ਨਾਲ ਜਿਹੜੇ ਲੋਕੀ ਆਪਣੀ ਮਾਂ ਬੋਲੀ ਤੋਂ ਕਿਸੇ ਕਾਰਨ ਦੂਰ ਵੀ ਹੋਏ ਆ ਉਹਨਾਂ ਨੂੰ ਨਾਲ ਜੁੜਨ ਦਾ ਮੌਕਾ ਮਿਲੇਗਾ ਇਸ ਕਰਕੇ ਵਧੀਆ ਪੰਜਾਬੀ ਫਿਲਮ ਜਿਹੜਾ ਬਣਾਉਣਾ ਹੈ ਉਹ ਪੰਜਾਬੀ ਲੈਂਗੁਏਜ ਨੂੰ ਪੰਜਾਬੀ ਕਲਚਰ ਨੂੰ ਮਾਣ ਦੇਣ ਦਾ ਔਰ ਇਹ 'ਚ ਮੈਂ ਇੱਕ ਇੰਟਰਸਟਿੰਗ ਗੱਲ ਦੱਸਣੀ ਚਾਹੁੰਦਾ ਹੈ ਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਪਿਛਲੇ ਦੋ ਦਹਾਕੇ ਦੇ ਵਿੱਚ ਪੰਜਾਬੀ ਭੰਗੜਾ ਬਹੁਤ ਪਪੂਲਰ ਹੋਇਆ ਓਕੇ ਇੰਗਲੈਂਡ ਦੇ ਵਿੱਚ ਵੀ ਹੈ ਅਮਰੀਕਾ 'ਚ ਵੀ ਹੈ ਸਾਰੇ ਹੀ ਹੈ ਔਰ ਉਹਨੇ ਕਈ ਨਾਨ ਪੰਜਾਬੀ ਲੋਕਾਂ ਨੂੰ ਪੰਜਾਬੀ ਲੈਂਗੁਏਜ ਸਿੱਖਣ ਲਈ ਕੀਤਾ ਮੈਨੂੰ ਇਹ ਗੁਜਰਾਤੀ ਫੈਮਿਲੀ ਬਾਰੇ ਬੜਾ ਉਹਨਾਂ ਦੇ ਬੱਚੇ ਕਹਿੰਦੇ ਅਸੀਂ ਪੰਜਾਬੀ ਬੋਲਣੀ ਸਿੱਖਣੀ ਹੈ ਮੇਨ ਕਾਰਨ ਇਹੀ ਭੰਗੜਾ ਸਿੱਖਣਾ ਇੱਕ ਮੇਰੀ ਰਿਲੇਟਿਵ ਹੈ ਕੁੜੀ ਉਹ ਬੰਬਈ ਰਹਿੰਦੀ ਹੈ ਤੇ ਉਹਦੀਆਂ ਬੇਟੀਆਂ ਉਹਨਾਂ ਨੇ ਹਿੰਦੀ 'ਚ ਬੋਲਦੀਆਂ ਕਈ ਪੰਜਾਬੀ ਹਿੰਦੂਆਂ ਦੇ ਵਿੱਚ ਹੈ ਕਲਚਰ ਉਹਦੀਆਂ ਬੇਟੀਆਂ ਕਹਿੰਦੀਆਂ ਅਸੀਂ ਪੰਜਾਬੀ ਸਿੱਖਣੀ ਹੈ
ਉਹ ਕਹਿੰਦੀ ਕਿਉਂ? ਕਹਿੰਦੀ ਅਸੀਂ ਭੰਗੜੇ 'ਚ ਪਾਰਟਿਸਿਪੇਟ ਕਰਨਾ। ਸੋ ਜਿਹੜੀ ਭੰਗੜੇ ਦੀ ਪਪੂਲੈਰਿਟੀ ਸੀ ਉਹਨੇ ਲੋਕਾਂ ਨੂੰ ਪੰਜਾਬੀ ਲੈਂਗੁਏਜ ਵੱਲ ਲਿਆਂਦਾ। ਇਸੇ ਤਰ੍ਹਾਂ ਹੀ ਜਿਹੜਾ ਸਿਨੇਮੇ ਦੀ ਪਪੂਲੈਰਿਟੀ ਹੈ ਉਹ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ, ਕਿਉਂਕਿ ਇਹਦੇ 'ਚ ਜ਼ਿਆਦਾ ਕੰਪਲੈਕਸ ਹੈ। ਗਾਣਾ ਜਿਹੜਾ ਭੰਗੜਾ ਉਹ ਤੇ ਗਾਣਾ ਹੋਇਆ ਤੇ ਉਦੋਂ ਗੱਲ ਖਤਮ ਹੋ ਗਈ। ਇਹਦੇ 'ਚ ਦੀ ਲਾਈਫ ਦੀ ਟੋਟੈਲਿਟੀ ਹੈ, ਜਿਹੜੀ ਹੋਲਸਮਨੈਸ ਹੈ। ਇਸ ਕਰਕੇ ਜਿਹੜਾ ਉਦਮ ਹੈ ਮੈਂ ਇਤਿਹਾਸਿਕ ਤੌਰ ਤੇ ਇੰਪੋਰਟੈਂਟ ਹੈ, ਫਿਲਮ ਵੀ ਇੰਪੋਰਟੈਂਟ ਹੈ, ਜਿਹੜਾ ਇਹਨਾਂ ਨੇ ਉਦਮ ਕੀਤਾ ਹੈ ਉਹ ਇਸ ਪੱਖੋਂ ਇੰਪੋਰਟੈਂਟ ਹੈ ਕਿ ਸਾਨੂੰ ਪੰਜਾਬੀ ਲੈਂਗੁਏਜ ਦੀ ਇੰਪੋਰਟੈਂਸ ਔਰ ਸਾਡੀ ਮਾਂ ਬੋਲੀ ਨਾਲ ਜੁੜਨ ਦੀ ਇੰਪੋਰਟੈਂਸ ਔਰ ਮਾਂ ਬੋਲੀ ਨਾਲ ਜਿਹੜੇ ਸਾਡੇ ਸੱਭਿਆਚਾਰਕ ਵਿਕਾਸ ਦੀ ਇੰਪੋਰਟੈਂਸ ਹੈ ਉਹ ਸਾਹਮਣੇ ਆਏਗੀ। ਉਹ ਇੱਕ ਬਹੁਤ ਵੱਡੀ ਇੰਪੋਰਟੈਂਟ ਕੰਟਰੀਬਿਊਸ਼ਨ। ਮੇਰਾ ਖਿਆਲ ਤੁਸੀਂ ਬਿਲਕੁਲ ਠੀਕ ਕਰ ਰਹੇ ਹੋ ਕਿ ਹਾਲੇ ਸਾਡੇ ਕੋਲ ਡਾਟਾ ਨਹੀਂ ਹੈਗਾ, ਪਰ ਮੈਂ ਇਹ ਪੱਕਾ ਕਹਿ ਸਕਦਾ ਕਿ ਪਪੂਲਰ ਪੰਜਾਬੀ ਕਲਚਰ ਨੇ, ਪੰਜਾਬੀ ਸਿਨੇਮੇ ਨੇ ਪੰਜਾਬੀ ਭਾਸ਼ਾ ਨੂੰ ਤੇ ਪੰਜਾਬੀ ਕਲਚਰ ਨੂੰ ਅਗਲੀਆਂ ਜਨਰੇਸ਼ਨ ਵਿੱਚ ਪਹੁੰਚਾਉਣ ਦੇ ਵਿੱਚ ਜਾਂ ਉਹਨਾਂ ਦਾ ਜੁੜਾਅ ਪੈਦਾ ਕਰਨ ਦੇ ਵਿੱਚ ਬਹੁਤ ਅਹਿਮ ਭੂਮਿਕਾ ਅਦਾ ਕੀਤੀ ਹੈ। ਜਿਉਂ-ਜਿਉਂ ਚੰਗਾ ਸਿਨੇਮਾ ਬਣੂਗਾ ਉਹ ਭੂਮਿਕਾ ਹੋਰ ਤੀਬਰ ਹੁੰਦੀ ਜਾਊਗੀ, ਕਿਉਂਕਿ ਸਾਰੇ ਬੱਚਿਆਂ ਨੇ ਤਾਂ ਲਿਟਰੇਚਰ ਨਹੀਂ ਨਾ ਪੜ੍ਹ ਲੈਣਾ ਜੀ, ਨਾ ਸਾਰਿਆਂ ਨੇ ਪੰਜਾਬ ਆ ਜਾਣਾ। ਉਹਨਾਂ ਕੋਲ ਜਿਹੜੀਆਂ ਆਰਟ ਫਾਰਮਸ ਨੇ ਇਹਨਾਂ ਰਾਹੀਂ ਬਹੁਤ ਕੁਝ ਪਹੁੰਚਦਾ। ਹਾਂਜੀ ਸਿਮਰਨ ਕੀ ਕਹਿਣਾ ਚਾਹੁੰਦੇ? ਹਾਂਜੀ, ਇਹ ਜਿਹੜੀ ਹੁਣ ਅਸੀਂ ਕਰ ਰਹੇ ਗੱਲ ਪੰਜਾਬੀਅਤ ਬਾਰੇ, ਠੀਕ ਹੈ ਨਾ, ਤੇ ਕੋਈ ਕਹਿ ਸਕਦਾ ਕਿ ਯਾਰ ਤੁਸੀਂ ਬੜੀ ਇਨਸੂਲਰ ਜੀ ਗੱਲ ਕਰ ਰਹੇ ਹੋ ਆਪਣੇ ਕਲਚਰ ਬਾਰੇ, ਆਪਣਾ ਸਾਰਾ ਕੁਝ। ਮੈਂ ਇੱਕ ਪੜ੍ਹ ਰਿਹਾ ਸੀ ਆਰਟੀਕਲ ਰੀਸੈਂਟਲੀ ਜਿਹਦੇ ਵਿੱਚ ਨਾ ਦੁਨੀਆ ਦੇ ਜਿਹੜੇ ਹੌਟ ਸਪੌਟਸ ਜਿੱਥੇ ਕੌਨਫਲਿਕਟਸ ਵਗੈਰਾ ਹੁੰਦੀਆਂ ਨੇ ਜਾਂ ਜਿੱਥੇ ਕਹਿੰਦੇ ਕਿ ਵਰਲਡ ਵਾਰ 3 ਇਹੋ ਜਿਹੀ ਜਗ੍ਹਾ ਤੋਂ ਸ਼ੁਰੂ ਹੋ ਸਕਦੀ ਆ, ਨੀਅਰ ਦ ਟੌਪ ਆਫ ਦ ਲਿਸਟ ਵਾਜ਼, ਜਦੋਂ ਮੈਂ ਨਕਸ਼ੇ ਵੱਲ ਦੇਖਿਆ ਮੈਂ ਕਿ ਯਾਰ ਇਹ ਤਾਂ ਪੰਜਾਬ ਆ, ਤੇ ਐਕਚੁਅਲੀ ਇਟ ਵਾਜ਼ ਦ ਇੰਡੀਆ ਪਾਕਿਸਤਾਨ ਬੋਰਡਰ। ਸੋ ਆ ਜਿਹੜਾ ਰੀਜਨ ਹੈ, ਜਿਹੜਾ ਪੰਜਾਬ ਆ, ਪੰਜਾਬ ਦੇ ਵਿੱਚ ਜਿਹੜਾ ਇਸ ਰੀਜਨ ਦਾ ਜਿਹੜਾ ਪਾਵਰ ਹੈ ਸਾਨੂੰ ਐਕਚੁਅਲੀ ਵੀ ਡੋਂਟ ਫੁੱਲੀ ਅੰਡਰਸਟੈਂਡ ਯੈਟ। ਅਸੀਂ ਬਾਲੀਵੁੱਡ ਸਿਨੇਮਾ ਦੀ ਗੱਲ ਕਰ ਰਹੇ ਹਾਂ। ਬਾਲੀਵੁੱਡ ਸਿਨੇਮਾ ਵਟ ਵੀ ਥਿੰਕ ਆਫ ਐਜ਼ ਮੁੰਬਈ ਸਿਨੇਮਾ, ਇਹ ਸ਼ੁਰੂ ਹੋਈ ਸੀ ਆਪਣੇ 1947 ਤੋਂ ਪਹਿਲਾਂ, ਓਕੇ, ਐਂਡ 1947 ਤੋਂ ਪਹਿਲਾਂ ਇਟ ਵਾਜ਼ ਇਨ ਲਾਹੌਰ। Sorry, my daughter is here. Hello, darling. You want to say hi? Okay, do you want to go now? Okay, sorry. I'll let you guys carry on. I'll be right back. Just continue करो मैं। Okay, डॉक्टर सुरजीत कुछ कहना चाਹੁੰਦੇ ਸੀ? ਪ੍ਰੋਫੈਸਰ ਪ੍ਰੀਤਮ ਸਿੰਘ ਨੇ ਜਿਹੜੀ ਗੱਲ ਕਹੀ ਸੀ ਕਿ ਪੰਜਾਬ ਤੋਂ ਬਾਹਰ ਖਾਸ ਕਰਕੇ ਜਿਹੜੇ ਲੋਕ ਵਸਦੇ ਨੇ ਉਹ ਪੰਜਾਬੀ ਭਾਸ਼ਾ ਨਾਲ ਜੁੜਨ ਲਈ ਕਿਵੇਂ ਜਿਹੜਾ ਪਪੂਲਰ ਕਲਚਰ ਹੈ, ਸਿਨੇਮਾ ਹੈ, ਸੰਗੀਤ ਹੈ, ਉਹਦੇ ਰਾਹੀਂ ਕਿਵੇਂ ਆਪਣੀ ਯਾਤਰਾ ਜਿਹੜੀ ਹੈਗੀ ਆ ਉਹ ਤੈਅ ਕਰਦੇ ਨੇ। ਉਹਦਾ ਇੱਕ ਛੋਟਾ ਜਿਹਾ ਐਕਸਪੀਰੀਅੰਸ, ਮੈਂ ਜਦੋਂ ਅਲੀਗੜ੍ਹ ਯੂਨੀਵਰਸਿਟੀ 'ਚ ਪੜ੍ਹਾਉਂਦਾ ਸੀਗਾ, ਉੱਥੇ ਜਿਹੜੇ ਇੱਥੇ ਲੋਕਲ ਪੰਜਾਬੀ ਵਸੋਂ ਸੀ, ਦੋ ਉਹਨਾਂ ਦੀਆਂ ਮੋਟੀਵੇਸ਼ਨ ਸੀਗੀਆਂ, ਦੋ ਪ੍ਰੇਰਕ ਸੀ ਜਿਸ ਕਰਕੇ ਉਹ ਪੰਜਾਬੀ ਸਿੱਖਣ ਲਈ ਮੇਰੇ ਕੋਲ ਆਉਂਦੇ ਸੀ। ਇੱਕ ਤਾਂ ਗੁਰੂ ਗ੍ਰੰਥ ਸਾਹਿਬ ਨਾਲ ਜੁੜਨ ਵਾਸਤੇ, ਸਿੱਧੇ ਤੌਰ ਤੇ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਸਕਣ ਦੀ ਯੋਗਤਾ ਹਾਸਲ ਕਰਨ ਵਾਸਤੇ। ਦੂਸਰੇ ਜਿਹੜੇ ਸੀਗੇ ਉਹ ਪੰਜਾਬੀ ਵੀ ਆਏ ਮੇਰੇ ਕੋਲ, ਤੇ ਕਮਾਲ ਦੀ ਗੱਲ ਹੋਈ ਕਿ ਬੰਗਾਲੀ ਮੇਰੇ ਕੋਲ ਇਸ ਲਈ ਆਏ ਕਿ ਉਹਨਾਂ ਨੂੰ ਕਹਿੰਦੇ ਸਾਨੂੰ ਦਲੇਰ ਮਹਿੰਦੀ ਚੰਗਾ ਲੱਗਦਾ, ਜਿਸ ਨੂੰ ਅਸੀਂ ਕਦੇ ਵੀ ਨਹੀਂ ਪਸੰਦ ਕੀਤਾ ਸੀ। ਤੇ ਮੈਨੂੰ ਲੱਗਿਆ ਕਿ ਦਲੇਰ ਮਹਿੰਦੀ ਕਿਵੇਂ ਪੰਜਾਬੀ ਦਾ ਐਂਬੈਸਡਰ ਬਣਿਆ ਹੋਇਆ, ਕਿ ਲੋਕਾਂ ਦੀ ਦਿਲਚਸਪੀ ਜਿਹੜੀ ਹੈਗੀ ਆ ਉਹ ਪੈਦਾ ਹੋ ਰਹੀ ਹੈ ਕਿ ਉਸਦੇ ਗੀਤਾਂ ਨੂੰ ਸਮਝਣਾ ਚਾਹੁੰਦੇ ਨੇ, ਉਹਦੀ ਸ਼ਬਦਾਵਲੀ ਨੂੰ ਸਮਝਣਾ ਚਾਹੁੰਦੇ ਨੇ। ਤਾਂ ਉਦੋਂ ਤੋਂ ਮੈਨੂੰ ਇਹ ਗੱਲ ਸਿੱਖਣ ਨੂੰ ਮਿਲੀ ਕਿ ਪਪੂਲਰ ਕਲਚਰ ਪੰਜਾਬੀ ਭਾਸ਼ਾ ਨੂੰ ਪਪੂਲਰਾਈਜ਼ ਕਰਨ ਵਿੱਚ, ਲੋਕਾਂ ਦੀ ਦਿਲਚਸਪੀ ਉਹਦੇ ਵਿੱਚ ਮੁੜ ਤੋਂ ਪੈਦਾ ਕਰਨ ਦੇ ਵਾਸਤੇ ਕਾਫੀ ਵਧੀਆ ਰੋਲ ਅਦਾ ਕਰਦਾ। ਤੇ ਇਹ ਗੱਲ ਵਿਦੇਸ਼ਾਂ ਦੇ ਵਿੱਚ ਵੀ ਹੈ ਤੇ ਭਾਰਤ ਦੇ ਵਿੱਚ ਵੀ ਜਿਹੜੇ ਪੰਜਾਬੀ ਵੱਸਦੇ ਨੇ ਉਹ ਵੀ ਪਪੂਲਰ ਕਲਚਰ ਦੇ ਰਾਹੀਂ ਪੰਜਾਬੀ ਨਾਲ ਮੁੜ ਤੋਂ ਜਿਹੜਾ ਹੈਗਾ ਜੋੜ ਪੈਦਾ ਕਰਦੇ ਨੇ। ਤੇ ਹੁਣ ਜਦੋਂ ਅਸੀਂ ਦੇਖਦੇ ਹਾਂ ਕਿ ਮੁੰਬਈ ਫਿਲਮ ਇੰਡਸਟਰੀ ਦੇ ਵਿੱਚ ਪੰਜਾਬੀਆਂ ਦਾ ਖੈਰ ਸ਼ੁਰੂ ਤੋਂ ਹੀ ਉੱਥੇ ਬੋਲਬਾਲਾ ਰਿਹਾ ਹੈ, ਪਰ ਪੰਜਾਬੀ ਸੰਗੀਤ, ਪੰਜਾਬੀ ਰੈਫਰੈਂਸਿਸ, ਪੰਜਾਬੀ ਆਰਕੀਟਾਈਪਸ, ਉਹ ਸਾਰੇ ਕਿਸੇ ਨਾ ਕਿਸੇ ਤਰੀਕੇ ਨਾਲ ਬਾਲੀਵੁੱਡ ਦੇ ਵਿੱਚ ਵੀ ਪੰਜਾਬੀ ਭਾਸ਼ਾ ਦੇ ਪ੍ਰਤੀ ਜਿਹੜੀ ਦਿਲਚਸਪੀ ਹੈ ਤੇ ਖਿੱਚ ਹੈ ਉਹ ਪੈਦਾ ਕਰਨ ਦਾ ਕਾਰਨ ਬਣਦੇ। ਜੀ ਬਿਲਕੁਲ ਠੀਕ। ਰਜੀਵ, ਤੁਸੀਂ, ਸਾਡੇ ਕੋਲ ਟਾਈਮ ਬਹੁਤ ਥੋੜਾ ਰਹਿ ਗਿਆ, ਹੁਣ ਸਮਝ ਲਓ ਕਿ ਆਖਰੀ ਟਿੱਪਣੀਆਂ ਮੈਂ ਤੁਹਾਡੀਆਂ ਲੈਣੀਆਂ ਨੇ ਜੀ। ਰਜੀਵ, ਤੁਸੀਂ ਚੰਨ ਪਰਦੇਸੀ ਨੂੰ ਯਾਦ ਕਰਦਿਆਂ ਹੋਇਆ ਪੰਜਾਬੀ, ਮੇਰੇ ਇੱਕ ਨਾ ਮਨ ਚ ਆ ਰਿਹਾ ਕਿ ਤੁਸੀਂ ਉਹ ਐਕਸਪੀਰੀਅੰਸ ਸਾਂਝਾ ਕਰੋ ਇਸ ਤੋਂ ਪਹਿਲਾਂ ਕਿ ਮੈਂ ਇਹ ਗੱਲ ਕਰਾਂ ਕਿ ਤੁਸੀਂ ਆਪਣੀ ਫਿਲਮ ਥੀਏਟਰ ਦੇ ਵਿੱਚ ਰਿਲੀਜ਼ ਨਹੀਂ ਕੀਤੀ ਸੀ, ਲੋਕਾਂ ਨੂੰ ਚੰਮ ਫਿਲਮ ਜਾ ਕੇ ਦਿਖਾਈ ਸੀ। ਉਹ ਐਕਸਪੀਰੀਅੰਸ ਸਾਡੇ ਨਾਲ ਸ਼ੇਅਰ ਕਰੋ ਵੀ ਉਹ ਕਿਵੇਂ ਫਿਲਮ ਬਣੀ, ਕਿਵੇਂ ਇਹ ਖਿਆਲ ਆਇਆ ਕਿ ਮੈਂ ਇਸ ਤਰ੍ਹਾਂ ਲੋਕਾਂ ਤੱਕ ਤੇ ਥੀਏਟਰ ਤੱਕ, ਉਹ ਜਿਨ੍ਹਾਂ ਦੀ ਇਹ ਫਿਲਮ ਆ, ਜੇ ਉਹ ਸਿਨੇਮਾ ਤੱਕ ਨਹੀਂ ਆ ਸਕਦੇ, ਮੈਂ ਉਹਨਾਂ ਨੂੰ, ਇਸ ਫਿਲਮ ਨੂੰ ਉਹਨਾਂ ਤੱਕ ਲੈ ਜਾਊਂ।
ਐਕਚੁਅਲੀ ਮੈਨੂੰ ਇਹ ਲੱਗਦਾ ਕਿ ਜਿਹੜੇ ਸਿਨੇਮੇ ਨੇ, ਸਿਨੇਮਿਆਂ ਦੀ ਵੀ ਕਿਸਮ ਹੈ। ਸਿਨੇਮਾ ਅਕੈਰੀ ਜਿਹੜੀ ਆਇਡੈਂਟੀਟੀ ਨਹੀਂ ਹੈਗੀ। ਕਈ ਵਾਰੀ ਅਸੀਂ ਜਿਹੜਾ ਹਾਲੀਵੁੱਡ ਦਾ ਇਨਸਪਾਇਰਡ ਸਿਨੇਮਾ ਹੈਗਾ, ਉੱਥੋਂ ਦੇ ਡਿਸਟ੍ਰੀਬਿਊਸ਼ਨ ਤੋਂ ਇਨਸਪਾਇਰਡ ਸਿਨੇਮਾ ਹੈਗਾ, ਉਹਨੂੰ ਹੀ ਸਿਨੇਮਾ ਐਜ਼ ਐਨ ਹੋਲ ਲੈ ਲੈਂਦੇ ਹਾਂ ਵੀ ਸਿਨੇਮੇ ਦਾ ਮਤਲਬ ਇਹੀ ਹੈ। ਪਰ ਦੁਨੀਆ ਦੇ ਵਿੱਚ ਹੋਰ ਕਈ ਤਰ੍ਹਾਂ ਦੇ ਸਿਨੇਮੇ ਜਿਹੜੇ ਆ ਐਗਜ਼ਿਸਟ ਕਰਦੇ ਆ। ਜਿੱਦਾਂ ਜਿਹੜਾ ਹਾਲੀਵੁੱਡ ਦਾ ਸਿਨੇਮਾ, ਸਾਡਾ ਜਿਹੜਾ ਬਾਲੀਵੁੱਡ ਦਾ ਸਿਨੇਮਾ, ਉਹ ਕਾਫੀ ਸਾਰਾ ਉਹ ਤੋਂ ਇਨਫਲੂਐਂਸਡ ਹੈ, ਸਬਜੈਕਟ ਮੈਟਰ ਨੂੰ ਵੀ ਲੈ ਕੇ ਤੇ ਉਹਦਾ ਡਿਸਟ੍ਰੀਬਿਊਸ਼ਨ ਸਿਸਟਮ ਨੂੰ ਵੀ ਲੈ ਕੇ, ਉਹਦਾ ਪਰਪਸ ਕੀ ਹੈ ਉਹਨੂੰ ਵੀ ਲੈ ਕੇ। ਪਰ ਜਿਹੜਾ ਯੂਰਪੀਅਨ ਸਿਨੇਮਾ ਹੈਗਾ ਉਹ ਹਾਲੀਵੁੱਡ ਦੇ ਸਿਨੇਮੇ ਤੋਂ ਅਲੱਗ ਹੈ। ਤੇ ਜਿਹੜਾ ਲੈਟਿਨ ਅਮਰੀਕਾ ਦਾ 60s ਦਾ ਸਿਨੇਮਾ ਸੀਗਾ, ਜਿਹਨੂੰ ਥਰਡ ਸਿਨੇਮਾ ਕਹਿੰਦੇ ਆ ਆਪਾਂ, ਉਹਦੇ ਤੋਂ ਬਿਲਕੁਲ ਅਲੱਗ ਹੈ। ਜਿੱਦਾਂ ਹੁਣ ਪ੍ਰੋਫੈਸਰ ਪ੍ਰੀਤਮ ਸਿੰਘ ਹੁਣੀ ਕਹਿ ਰਹੇ ਸੀਗੇ ਕਿ ਸਤਿਆਜੀਤ ਰੇ ਉਹਨਾਂ ਦੀਆਂ ਫਿਲਮਾਂ ਦੁਨੀਆ ਭਰ ਦੇ ਲੋਕ ਦੇਖਦੇ ਆ, ਸੋ ਸਾਨੂੰ ਐਕਸੀਲੈਂਟ ਸਿਨੇਮਾ ਬਣਾਉਣਾ ਚਾਹੀਦਾ ਤਾਂ ਕਿ ਲੋਕੀ ਦੇਖਣ। ਹੁਣ ਉਹਦੇ ਖਿਲਾਫ ਆਰਗੂਮੈਂਟ ਇਹ ਵੀ ਹੈ, ਲੈਟਿਨ ਅਮਰੀਕਨ ਜਿਹੜਾ ਥਰਡ ਸਿਨੇਮਾ, ਤੇ ਉਹ ਕਹਿੰਦਾ ਸਿਨੇਮਾ ਤਾਂ ਇੰਪਰਫੈਕਟ ਹੋਣਾ ਚਾਹੀਦਾ ਹੈ। ਸੋ ਸਾਨੂੰ, ਮੈਨੂੰ ਲੱਗਦਾ, ਆਪਣੇ ਆਪ ਨੂੰ ਐਜੂਕੇਟ ਕਰਨਾ ਚਾਹੀਦਾ ਹੈ ਕਿ ਸਿਨੇਮਾ ਸਿਰਫ ਇੱਕ ਤਰ੍ਹਾਂ ਦਾ ਨਹੀਂ ਹੁੰਦਾ, ਸਿਨੇਮਾ ਬਹੁਤ ਤਰ੍ਹਾਂ ਦਾ ਹੁੰਦਾ ਹੈ। ਔਰ ਹਰੇਕ ਬੰਦੇ ਦਾ, ਮੈਨੂੰ ਲੱਗਦਾ, ਆਰਟ ਫਾਰਮ ਨੂੰ ਲੈ ਕੇ, ਉਹਦੇ ਪਰਪਸ ਨੂੰ ਲੈ ਕੇ ਆਪਣਾ ਅਲੱਗ-ਅਲੱਗ ਓਪੀਨੀਅਨ ਹੁੰਦਾ। ਤੇ ਕਈ ਵਾਰੀ ਹੁੰਦਾ ਇਹ ਕਿ ਅਸੀਂ ਉਹਦੇ ਇੱਕੋ ਹੀ ਸਰੂਪ ਨੂੰ ਲੈ ਕੇ ਹੀ ਡਿਸਕਸ਼ਨ ਉਹਦੇ ਆਲੇ ਦੁਆਲੇ ਰੱਖਦੇ ਹਾਂ। ਮੈਂ ਐਕਚੁਅਲੀ ਸਿਮਰਨ ਨਾਲ ਡਾਇਰੈਕਟਲੀ ਸੰਬੋਧਿਤ ਹੋਣਾ ਚਾਹੁੰਦਾ ਸੀਗਾ, ਉਹ ਚਲੇ ਗਏ, ਬਟ ਨਹੀਂ ਹੈਗੇ ਆ ਜੀ, ਆਗੇ ਤੁਸੀਂ ਹੋਵੋ, ਬੈਠੇ ਨੇ ਹੋ। ਸਿਮਰਨ ਉਹਨਾਂ ਦਾ ਤੁਸੀਂ ਔਨ ਕਰ ਦਿਓ, ਮੈਂ ਡਾਇਰੈਕਟਲੀ, ਮੈਨੂੰ ਦਿਖਣ ਹੋ ਤਾਂ ਕਿ ਮੈਂ ਡਾਇਰੈਕਟਲੀ ਉਹਨਾਂ ਨਾਲ ਗੱਲ ਕਰ ਸਕਾਂ। ਨਹੀਂ, ਉਹ ਔਨ ਹੈ ਜੀ, ਸਾਨੂੰ ਦੇਖ ਰਹੇ ਨੇ, ਤੁਹਾਡੀ ਸਕਰੀਨ ਹਾਂਜੀ। ਓਕੇ ਸਿਮਰਨ, ਮੇਰੀ ਬੇਟੀ ਆ ਗਈ ਸੀ ਅੰਦਰ, ਓਕੇ ਨਾਟ ਅ ਪ੍ਰੋਬਲਮ। ਸਿਮਰਨ, ਮੈਂ ਨਾ ਹੁਣ ਕੁਝ ਤੁਹਾਡੇ ਨਾਲ ਸਿੱਧੀ ਗੱਲਬਾਤ ਕਰਨੀ ਹੈ ਕਿਉਂਕਿ ਯੂ ਆਰ ਆਵਰ ਫਿਊਚਰ, ਠੀਕ ਹੈ। ਬਲਦੇਵ ਭਾਜੀ, ਚਿਤਰਾਰਥ ਜੀ, ਮਨਮੋਹਨ ਜੀ ਇੱਕ ਜਨਰੇਸ਼ਨ ਸੀਗਾ, ਮੈਂ ਨੈਕਸਟ ਜਨਰੇਸ਼ਨ ਹੈ, ਤੇ ਤੁਸੀਂ ਸਾਡੇ ਤੋਂ ਨੈਕਸਟ ਜਨਰੇਸ਼ਨ ਹੋ, ਤੇ ਤੁਸੀਂ ਹੈਗੇ ਹੋ ਥਰਡ ਸਪੇਸ ਦੇ ਵਿੱਚ। ਮਤਲਬ ਮੈਂ ਕਿਉਂਕਿ ਰਿਸਰਚ ਕਰ ਰਿਹਾ ਡਾਇਸਪੋਰਿਕ ਸਿਨੇਮਾ ਤੇ ਡਾਇਸਪੋਰਿਕ ਕਮਿਊਨਿਟੀ ਤੇ, ਤੁਸੀਂ ਹੈਗੇ ਹੋ ਥਰਡ ਸਪੇਸ ਤੇ। ਜਿੱਦਾਂ ਇੱਕ ਵੱਡੇ ਸਕਾਲਰ ਭਾਬਾ, ਉਹ ਥਰਡ ਸਪੇਸ ਤੁਹਾਨੂੰ ਕਹਿੰਦੇ ਆ। ਥਰਡ ਸਪੇਸ ਦਾ ਮਤਲਬ ਤੁਸੀਂ ਕੁਝ ਚੀਜ਼ਾਂ ਆਪਣੇ ਪੁਰਾਣੇ ਕਲਚਰ ਤੋਂ ਲਿੱਤੀਆਂ, ਪੰਜਾਬ ਤੋਂ, ਕੁਝ ਚੀਜ਼ਾਂ ਤੁਸੀਂ ਜਿਹੜਾ ਤੁਹਾਡਾ ਹੋਸਟ ਕਲਚਰ ਹੈਗਾ ਇੰਗਲੈਂਡ, ਉਹਦੇ ਤੋਂ ਲਿੱਤੀਆਂ, ਰਾਈਟ। ਤਾਂ ਤੁਸੀਂ ਜਿਹੜਾ ਹੁਣ ਚੰਨ ਪਰਦੇਸੀ ਦਾ ਪਾਰਟ 2 ਬਣਾਓਗੇ, ਉਹ ਸਾਡੇ ਲਈ ਬਹੁਤ ਇੰਟਰਸਟਿੰਗ ਹੋਏਗਾ। ਪਰ ਮੈਂ ਕੁਝ ਚੀਜ਼ਾਂ, ਜਿਹੜਾ ਮੇਰਾ ਐਕਸਪੀਰੀਅੰਸ ਹੈਗਾ ਹੁਣ ਤੱਕ ਦਾ, ਜਿਹੜਾ ਡਾਇਸਪੋਰਾ ਸਿਨੇਮਾ ਬਣਿਆ, ਉਹਦੇ ਬਾਰੇ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗਾ। ਮੇਰੇ ਕੰਸਰਨਸ ਨੇ, ਜਿੱਦਾਂ ਸਾਡਾ ਨਾ ਜਿਹੜਾ ਸਾਡਾ ਡਾਇਸਪੋਰਿਕ ਸਿਨੇਮਾ ਹੁਣ ਤੱਕ ਬਣਿਆ, ਉਹਦਾ ਜਿਹੜਾ ਤੁਹਾਡਾ ਹੋਸਟ ਕਲਚਰ ਹੈ, ਉਹਦੇ ਨਾਲ ਨਾ ਡਾਇਲੌਗ ਨਹੀਂ ਗਾ। ਅਸੀਂ ਉਹ ਆਪਣੀਆਂ ਫਿਲਮਾਂ 'ਚ ਉਹਨਾਂ ਦਾ ਮਜ਼ਾਕ ਉਡਾਉਂਦੇ ਹਾਂ। ਜਿੱਦਾਂ ਇੱਕ ਐਗਜ਼ਾਮਪਲ ਮੈਂ 2 ਕਰੂੜ ਫਿਲਮਾਂ ਦੀ ਦੇਵਾਂਗਾ। ਪੰਜਾਬ ਦੀਆਂ 2 ਫਿਲਮਾਂ ਦੇ ਵਿੱਚ ਸਾਡੇ ਕਰੈਕਟਰ ਫੋਰਨਰਸ ਨੂੰ ਵਿਆਹ ਕੇ ਪੰਜਾਬ ਲੈ ਕੇ ਆਉਂਦੇ ਆ, 2 ਫੀਮੇਲਸ ਨੂੰ ਵਿਆਹ ਕੇ ਅਲੱਗ-ਅਲੱਗ ਫਿਲਮਾਂ 'ਚ ਲੈ ਕੇ ਆਉਂਦੇ ਆ। ਹੁਣ ਉਹਨਾਂ ਦੀ ਕੰਟਰੀ ਦੇ ਵਿੱਚ ਮਤਲਬ ਠੰਡਾ ਮੌਸਮ ਹੈ, ਸਾਡੀ ਕੰਟਰੀ ਦੇ ਵਿੱਚ ਗਰਮ ਮੌਸਮ ਹੈ। ਉਹਨਾਂ ਦੀ ਕੰਟਰੀ ਦੇ ਵਿੱਚ ਸਨਬਾਥ ਕਰਨਾ ਘੱਟ ਕੱਪੜਿਆਂ 'ਚ ਮਾੜਾ ਨਹੀਂ ਸਮਝਿਆ ਜਾਂਦਾ, ਅਸੀਂ ਉਹਨੂੰ ਅਲੱਗ ਤਰੀਕੇ ਨਾਲ ਲੈਂਦੇ ਹਾਂ। ਤੇ ਉਹ 2 ਕਰੈਕਟਰਸ ਦੀ ਨਾ ਬਹੁਤ ਮਿਸ ਰੀਪ੍ਰੈਜ਼ੈਂਟੇਸ਼ਨ ਸੀਗੀ। ਤੇ ਅਲਟੀਮੇਟਲੀ ਬਜਾਏ ਇਹ ਕਿ ਅਸੀਂ ਆਪਣੇ ਮੇਲਸ ਨੂੰ ਕਹੀਏ ਕਿ ਇਹ ਉਹਨਾਂ ਦਾ ਕਲਚਰ ਹੈ, ਉਹ ਲੂਜ਼ ਕਰੈਕਟਰਸ ਨਹੀਂ ਗਈਆਂ ਫੀਮੇਲਸ। ਅਸੀਂ ਉਹਨਾਂ ਨੂੰ ਹੀ ਉਹਨਾਂ ਫਿਲਮਾਂ ਦੇ ਸੰਦਰਭ 'ਚ ਗੱਲ ਕਰ ਰਹੇ ਹਾਂ ਤੁਹਾਡੇ ਨਾਲ, ਕਿ ਇਹ ਕਿਹਾ ਜਾਂਦਾ ਕਿ ਇਹ ਇੱਥੇ ਸਾਡੇ ਪੰਜਾਬ 'ਚ ਰਹਿਣਾ ਤਾਂ ਸਾਡੇ ਕਲਚਰ ਦੇ ਮੁਤਾਬਕ ਰਹੋ। ਤੇ ਜੇ ਅਸੀਂ ਦੂਸਰੇ ਕਲਚਰ ਨੂੰ ਇਦਾਂ ਕਹਾਂਗੇ ਤੇ ਸਾਡੇ ਕੋਲ ਕਿਹੜਾ ਰਾਈਟ ਹੋਏਗਾ ਕਿ ਇੰਗਲੈਂਡ ਦੇ ਵਿੱਚ ਜੇ ਉਹ ਕਲਚਰ ਵਾਲੇ ਸਾਨੂੰ ਕਹਿਣਗੇ ਕਿ ਤੁਸੀਂ ਸਾਡੇ ਕਲਚਰ ਮੁਤਾਬਕ ਇੱਥੇ ਰਹੋ, ਤੇ ਅਸੀਂ ਆਪਣਾ ਡਾਇਲੋਗ ਕਿਵੇਂ ਕਰ ਸਕਾਂ। ਸੋ ਇਸ ਕਿਸਮ ਦੀ ਕਾਫੀ ਫਾਲਟ ਲਾਈਨ ਹੈਗੀ ਹੈ ਸਾਡੀ ਡਾਇਸਪੋਰਿਕ ਸਿਨੇਮਾ ਦੇ ਵਿੱਚ। ਸਿੰਸ ਤੁਸੀਂ ਸਾਡੀ ਨੈਕਸਟ ਜਨਰੇਸ਼ਨ ਹੋ, ਮੈਨੂੰ ਇਹ ਜ਼ਰੂਰ ਹੈਗਾ ਕਿ ਜਦੋਂ ਤੁਸੀਂ ਸਿਨੇਮਾ ਕ੍ਰੀਏਟ ਕਰੋ, ਉਹ ਫਾਲਟ ਲਾਈਨ ਨੂੰ ਦੂਰ ਕਰਨ ਦਾ ਕੋਸ਼ਿਸ਼ ਕਰਨਾ। ਸਿਨੇਮਾ ਇਨਕਲੂਸਿਵ ਬਣਾਓ, ਇੰਟਰਟੇਨਿੰਗ ਬਣਾਓ, ਬਟ ਇਨਕਲੂਸਿਵ, ਜਿਸ 'ਚ ਸੋਸਾਇਟੀ ਦੀ ਰਿਪਰੈਜ਼ੈਂਟੇਸ਼ਨ ਹੋਵੇ, ਰਾਈਟ। ਹੁਣ ਤੁਹਾਡੇ ਕੋਲ 2 ਲੈਗਸੀਜ਼ ਨੇ, ਇੱਕ ਹੈਗੀ ਹੈ ਬਲਦੇਵ ਭਾਜੀ, ਚਿਤਰਾਰਥ ਜੀ ਤੇ ਮਨਮੋਹਨ ਜੀ ਦੀ, ਇੱਕ ਤੁਹਾਡੇ ਕੋਲ ਲੈਗੇਸੀ ਹੈਗੀ ਹੈ ਗੁਰਿੰਦਰ ਚੱਡਾ ਦੀ, ਜਿਹੜੇ ਇੰਗਲੈਂਡ 'ਚ ਹੀ ਬੌਰਨ ਹੋਏ। ਸੋ ਤੁਹਾਡਾ ਸਿਨੇਮਾ ਦੇਖਣਾ ਬਹੁਤ ਇੰਟਰਸਟਿੰਗ ਹੋਏਗਾ। ਪਰ ਇੱਛਾ ਮੇਰੀ ਇਹੀ ਹੈ ਕਿ ਜਿਹੜੀ ਫਾਲਟ ਲਾਈਨ ਹੈਗੀ ਸਾਡੀ ਹੁਣ ਤੱਕ ਦੀ ਸਿਨੇਮਾ ਦੀ,
ਉਹ ਤੁਹਾਡੇ ਸਿਨੇਮੇ ਦੇ ਵਿੱਚ ਜ਼ਰੂਰ ਦੂਰ ਹੋਏ। ਬੈਸਟ ਵਿਸ਼ੇਸ ਤੁਹਾਨੂੰ। ਐਕਚੁਅਲੀ ਹਾਂ ਸੌਰੀ ਭਾਜੀ ਮੇਰਾ ਖਿਆਲ ਸੌਰੀ ਸਿਮਰਨ ਮੈਂ ਵੀ ਨਾਲ ਜੋੜ ਦੇਣਾ ਕਿ ਸਾਡੇ ਪੰਜਾਬੀ ਸਿਨੇਮੇ ਸ਼ਾਇਦ ਆਥੈਂਟਿਕ ਜਿਹੜਾ ਡਾਇਸਪੋਰਿਕ ਸੈਲਫ ਆ ਉਹ ਨਹੀਂ ਪੇਸ਼ ਹੋਇਆ। ਅਸੀਂ ਉਹ ਡਾਇਸਪੋਰਿਕ ਸੈਲਫ ਪੇਸ਼ ਕੀਤਾ ਜਿਹੜਾ ਅਸੀਂ ਚਾਹੁੰਦੇ ਆ ਵੀ, ਜਾਂ ਸਾਨੂੰ ਸਾਡੀ ਸਟੀਰੀਓਟਿਪੀਕਲ ਸੋਚ ਆ ਕਿ ਇਦਾਂ ਦਾ, ਤੇ ਜਦੋਂ ਤੁਸੀਂ ਬਣਾਓ ਤਾਂ ਜਿਹੜਾ ਆਥੈਂਟਿਕ ਡਾਇਸਪੋਰਿਕ ਸੈਲਫ ਆ ਉਹ ਪੇਸ਼ ਹੋਵੇ। ਜਿਹੜੇ ਨਾ ਭਾਜੀ ਉਹਨੇ ਕੀਤੀ ਗੱਲ ਥਰਡ ਸਪੇਸ ਬਾਰੇ ਤੇ ਵੱਖਰੇ ਜਨਰੇਸ਼ਨਸ ਤੇ ਵੱਖਰੇ ਇਨਫਲੂਐਂਸਸ ਦੇ, ਐਕਚੁਅਲੀ ਦਿਸ ਇਜ਼ ਫੀਡਿੰਗ ਇਨਟੂ ਐਗਜ਼ੈਕਟਲੀ ਜੋ ਮੈਂ ਗੱਲ ਪਹਿਲਾਂ ਕਰਨ ਲੱਗਾ ਸੀ ਬਿਫੋਰ ਮਾਈ ਡੋਟਰ ਵੋਕਡ ਇਨ। ਜੋ ਪੰਜਾਬ ਦੀ ਜਿਹੜੀ ਖਾਸੀਅਤ ਆ, ਸਾਡੀ ਸਟਰੈਂਥ ਕਿੱਥੋਂ ਆਉਂਦੀ ਹੈ ਕਿ ਦੁਨੀਆ ਦਾ ਹਰ ਕਲਚਰ ਪੰਜਾਬ ਵਿੱਚ ਆ ਕੇ ਰਹਿ ਗਿਆ, ਠੀਕ ਹੈ ਨਾ। ਭਾਵੇਂ ਗ੍ਰੀਕਸ ਹੋਣ, ਭਾਵੇਂ ਜਿਹੜੇ ਓਰੀਜਨਲ ਆਰੀਅਨ ਜਿਹੜੇ ਆਏ ਸੀ 7000 ਸਾਲ ਪਹਿਲਾਂ, ਜਿਹੜੇ ਡਰਵੀਡੀਅਨਸ ਓਰੀਜਨਲ ਜਿਹੜੇ ਇੱਥੇ ਸੀਗੇ, ਹੜੱਪਨ ਸਿਵਲਾਈਜੇਸ਼ਨ ਨੂੰ ਉਹਨਾਂ ਨੇ ਸਜਾਇਆ, ਤੇ ਔਰ ਜਿਹੜੇ ਸਾਰੇ ਜਿਹੜੇ ਕਲਾਸਿਕਸ ਆ, ਵੇਦ ਵੀ ਸਾਰੇ ਪੰਜਾਂ ਦਰਿਆਵਾਂ ਦੀ ਧਰਤੀ ਦੇ ਉੱਪਰ ਲਿਖੇ ਗਏ ਸਾਰੇ। ਆਪਣੇ ਰਾਮਾਇਣ ਵਾਲਮੀਕੀ ਸਾਹਿਬ ਦੀ ਆਸ਼ਰਮ ਉੱਥੇ ਆ, ਮਤਲਬ ਦਰਬਾਰ ਸਾਹਿਬ ਦੇ ਬਿਲਕੁਲ ਲਾਗੇ। ਆਪਣੇ ਵਿਆਸ ਸਾਹਿਬ ਨੇ ਜੋ ਭਗਵਦ ਗੀਤਾ ਲਿਖੀ ਉਹ ਵੀ ਰਾਵਲਪਿੰਡੀ ਦੇ ਨਾਲ, ਜਿੱਥੇ ਦੁਨੀਆ ਦਾ ਪਹਿਲਾ ਤਖਤ ਛਲਾਇਆ। ਜਿਹੜੇ ਜਦੋਂ ਮੁਸਲਮਾਨ ਮੈਡੀਵਲ ਈਰਾ ਆਇਆ, ਜਦੋਂ ਇਸਲਾਮਿਕ ਈਰਾ ਆਇਆ, ਸਾਰੇ ਜਿਹੜੇ ਸਾਡੇ ਕਲਾਸਿਕ ਲਵ ਸਟੋਰੀਜ਼ ਉਹ ਮੁਸਲਮਾਨ ਕਾਦੀਆਂ ਨੇ ਮੈਡੀਵਲ ਪੰਜਾਬੀ ਦੇ ਵਿੱਚ ਲਿਖੇ ਸਾਰੇ। ਜੋ ਹੁਣ ਅਸੀਂ ਇਹ ਜਿਹੜੀਆਂ ਸਾਰੀ ਜਿਹੜੀ ਹੈਰੀਟੇਜ ਹੁਣ ਪੈਨ ਇੰਡੀਅਨ ਮੰਨੀ ਜਾਂਦੀ ਹੈ, ਠੀਕ ਹੈ ਨਾ। ਐਂਡ 2 ਸਾਡੇ ਚਾਈਨੀਜ਼ ਇਨਵੇਜਨਸ ਵੀ ਹੋਏ ਪੰਜਾਬ ਦੇ ਵਿੱਚ, ਸਾਡੇ ਉੱਥੇ ਗ੍ਰੀਕ ਐਂਪਰਰਸ ਵੀ ਰਹੇ, ਸਾਰਾ ਮਤਲਬ। ਐਂਡ ਜਿਹੜਾ ਪੰਜਾਬ ਹੁਣ ਜਿਹੜਾ ਦਹੀਂ ਜਾਂ ਚਨੇ, ਇਹ ਇੰਡੀਆ ਦੇ ਡੋਮੈਸਟਿਕ ਨਹੀਂ ਹੈ। ਘੋੜੇ, ਇਹ ਸਾਰੇ ਬਾਹਰੋਂ ਆਏ ਚੀਜ਼ਾਂ, ਜਿਹੜੇ ਹੁਣ ਅਸੀਂ ਇਸ ਚੀਜ਼ ਨੂੰ ਮਤਲਬ ਵਧੀਆ ਇਹਨੂੰ ਮਤਲਬ ਕੱਟੜ ਪੰਜਾਬੀਅਤ ਸਮਝਦੇ ਹਾਂ। ਪੰਜਾਬੀਅਤ is a beautiful ਖਿਚੜੀ, ਠੀਕ ਹੈ ਨਾ, ਬਿਊਟੀਫੁਲ ਖਿਚੜੀ। ਇਹ ਪੰਜਾਬ ਦੀ ਸਟਰੈਂਥ ਆ, ਤੇ ਬਾਕੀ ਹਿੰਦੁਸਤਾਨ ਤੇ ਪਾਕਿਸਤਾਨ ਤੇ ਪੂਰੇ ਸਬ ਕੰਟੀਨੈਂਟ ਨੂੰ ਇਸ ਪੰਜਾਬ ਵਿੱਚੋਂ, ਇਸ ਪੰਜਾਬੀਅਤ ਵਿੱਚੋਂ ਤਾਕਤ ਮਿਲਦੀ ਆ ਅੱਜ ਤੱਕ। ਤੇ ਜਿਹੜੀਆਂ ਪ੍ਰੋਬਲਮਸ ਉੱਥੇ ਉਸ ਰੀਜਨ ਦੇ ਵਿੱਚ ਹੈਗੀਆਂ ਨੇ, ਸੋਲੂਸ਼ਨਸ ਵੀ ਉੱਥੇ ਹੈਗੀਆਂ ਨੇ। ਐਂਡ ਆਈ ਥਿੰਕ ਜੇ ਤੁਸੀਂ ਪੈਨ ਸਬ ਕੰਟੀਨੈਂਟਲਿਜ਼ਮ ਜੇ ਤੁਸੀਂ ਢਾਂਚਾ ਰੱਖਦੇ ਆ, ਉਹਦਾ ਜਿਹੜਾ ਰਸਤਾ ਹੈ, ਉਹਦਾ ਮਾਰਗ ਪੰਜਾਬ ਵਿੱਚੋਂ ਹੀ ਜਾਂਦਾ ਆ, ਠੀਕ ਹੈ ਨਾ। ਹੁਣ ਜੋ ਤੁਸੀਂ ਸਿਨੇਮੈਟਿਕ ਤੁਸੀਂ ਗੱਲ ਕੀਤੀ ਭਾਜੀ ਅਬਾਊਟ ਦੀ ਜਿਹੜਾ the reason why Punjabi diaspora like me fit so easily into the ਜਿਹੜੀ ਪੰਜਾਬੀ ਜਿਹੜੀ back and forth ਜਿਹੜੀ ਸਾਡੀ dialogue ਹੁੰਦੀ ਆ, because mix ਹੋਣਾ ਤੇ ਨਵੀਆਂ ਆਈਡੀਆਜ਼, ਵਧੀਆ ਆਈਡੀਆਜ਼ ਨੂੰ ਅਪਣਾਉਣਾ, ਇਹ ਐਕਚੁਅਲੀ ਸਾਡੇ ਪੰਜਾਬੀਆਂ ਨੂੰ ਬੜੀ ਨੈਚੁਰਲ ਆਉਂਦੀ ਆ। we're very good at this because ਇਹ ਹਜ਼ਾਰਾਂ ਸਾਲਾਂ ਵਾਸਤੇ ਅਸੀਂ ਇਹੋ ਕੁਛ ਹੀ ਕਰਦੇ ਆਏ ਹਾਂ। that's why ਜਦੋਂ ਪੰਜਾਬੀ abroad ਜਾਂਦੇ ਆ, ਸਾਡੀ ਜਿਹੜੀ as a community we're extraordinarily successful. You know, obviously Pritam uncle is a macroeconomist, he can give you the details, but our Punjabi community is generally very successful. There ek karan hai, ek wajah hai. And so even jada sada language sara kuch evolve hunda hai cinematically. Why I'm tusi keh rahe ki tusi curious hai ki main kidda da cinema banaunga, bhaji main bhi bahut curious hu, minnu bhi I have no idea exactly, because I'm not thinking in terms of third space or labels or anything. I'm as Simran Sidhu, as a passionate Punjabi and a passionate Englishman at the same time, I'm trying to see ke mere bachon keho ja cinema nikal raha hai. Even I don't know yet. So naturally jo stories nikal rahi hain, because I'm not working class really. I'm basically from middle class background, but main working classes de naal raya hoya, school vi gaya hoya. So Paji main bhi bahut curious hu to see ki jehda ki nawa Punjabi diasporic cinema जो मैं बनाऊंगा वो कितना होगा, and who knows, it might inspire other people to try something similar. So देखते हैं, पर मेरे वास्ते थोड़ी कोई जवाब नहीं है हजे तो टाइम लगेगा, वक्त लगेगा, ते जो समा आवेगा, वेला आवेगा, फिर ਅਸੀਂ we'll see कि what kind of cinema we produce. ਸ਼ੁਕਰੀਆ ਸਿਮਰਨ। ਆਪਾਂ ਹੁਣ ਕਨਕਲੂਡ ਕਰਦੇ ਹਾਂ ਤੇ ਲਾਸਟ ਟਿੱਪਣੀਆਂ ਲੈਣਾ ਚਾਹੂੰਗਾ, ਖਾਸ ਤੌਰ ਤੇ ਜਦੋਂ ਕੱਲ ਚੰਨ ਪਰਦੇਸੀ ਰਿਲੀਜ਼ ਹੋ ਰਹੀ ਆ, ਤੇ ਉਸ ਵੇਲੇ ਤੁਸੀਂ ਲੋਕਾਂ ਨੂੰ ਇਸ ਮੂਮੈਂਟ ਤੇ ਸਾਨੂੰ ਸਾਰਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ, ਉਹ ਤੁਸੀਂ ਆਖਰੀ ਕਮੈਂਟ ਸਾਹਿਬ ਦੇ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ। ਹਾਂਜੀ, ਡਾਕਟਰ ਚੰਨ ਸਿੰਘ ਸਿੱਧੂ ਜੀ ਤੋਂ ਆਪਾਂ ਸ਼ੁਰੂ ਕਰਦੇ ਹਾਂ। ਹਾਂਜੀ, ਮੈਂ ਇਹੀ ਕਹਿਣਾ ਚਾਹਾਂਗਾ ਕਿ ਮੈਂ ਥੈਂਕਸ ਕਰਨਾ ਚਾਹੁੰਦਾ ਹਾਂ
ਕਿ ਜਿੰਨੇ ਵੀ ਰਾਈਟਰਸ ਫਿਲਮ ਇੰਡਸਟਰੀ ਵਾਲੇ ਔਰ ਉਹਨਾਂ ਨੇ ਸਾਨੂੰ ਇੰਨੀਆਂ ਐਂਡੋਰਸਮੈਂਟਸ ਭੇਜੀਆਂ ਆ, ਇੰਨੇ ਉਹਨਾਂ ਨੇ ਮੈਸੇजेस ਭੇਜੇ ਆ ਆਪਣੇ ਰਿਕਾਰਡ ਕਰ ਕਰਕੇ, ਬਿਕਾਜ਼ ਦੇ ਆਰ ਆਲ ਇਨ ਦ ਮੀਡੀਆ ਨਾਓ। ਮੈਂ ਉਹਨਾਂ ਦੇ ਵਿੱਚ ਇੱਕ ਸਭ ਤੋਂ ਵਧੀਆ ਕਮੈਂਟ, ਤੁਸੀਂ ਸਤਿਆਜੀਤ ਰੇ ਦੀ ਗੱਲ ਕੀਤੀ ਤਾਂ ਮੈਨੂੰ ਖਿਆਲ ਆ ਗਿਆ ਕਿ ਜਾਵੇਦ ਅਖਤਰ ਜੀ ਨੇ ਸਾਨੂੰ ਇੱਕ ਮੈਸੇਜ ਭੇਜਿਆ ਤੇ ਉਹਨਾਂ ਨੇ ਉਹੀ ਕਿਹਾ ਕਿ ਸਤਿਆਜੀਤ ਰੇ ਦੀਆਂ ਫਿਲਮਾਂ ਜੇ ਅਗਰ ਇਸਮਾਈਲ ਮਰਚੈਂਟ ਨਾ ਹੁੰਦੇ ਤਾਂ ਫਿਲਮਾਂ ਖਤਮ ਹੋ ਜਾਣੀਆਂ ਸੀਗੀਆਂ। ਤੇ ਹੁਣ ਜਿਹੜਾ ਚੰਨ ਪਰਦੇਸੀ ਦਾ ਕੀਤਾ, ਉਹ ਕਹਿੰਦਾ ਜਦੋਂ ਮੈਂ ਫਿਲਮ ਦੇਖੀ ਸੀ ਮੈਂ ਹਿੱਲ ਗਿਆ ਸੀ। ਉਹ ਪੰਜਾਬੀ ਨਹੀਂ ਗਏ। ਮੈਂ ਕਹਿ ਰਿਹਾ ਕਿ ਇਹ ਜਿਹੜਾ ਆਰਟ ਫਾਰਮ ਹੈ ਨਾ ਸਿਨੇਮੇ ਦਾ, ਇਹਦੇ ਚ ਲੈਂਗੁਏਜ ਦਾ ਇਹ ਉਹਨਾਂ ਨਹੀਂ ਹੁੰਦਾ ਜਿੰਨਾ ਇਹਦਾ ਸਿਨੇਮਾ ਲੱਗਦਾ ਕਿਸ ਤਰ੍ਹਾਂ ਹੈ। ਐਂਡ ਮੈਂ ਐਕਚੁਅਲੀ ਉਹਨਾਂ ਦੇ ਜਾਵੇਦ ਅਖਤਰ ਸਾਹਿਬ ਦੇ, ਬਿਕੋਜ਼ ਹੀ ਇਜ਼ ਅ ਗ੍ਰੇਟ ਪਰਸਨੈਲਿਟੀ, ਐਂਡ ਫਿਲਮਾਂ ਦਾ ਮੇਰੇ ਖਿਆਲ ਉਹਨਾਂ ਨਾਲੋਂ ਜ਼ਿਆਦਾ ਬਹੁਤ ਘੱਟ ਲੋਕਾਂ ਨੂੰ ਪਤਾ ਹੋਣਾ ਹੈ। ਇੱਕ ਤਾਂ ਮੈਂ ਉਹਨਾਂ ਦਾ ਥੈਂਕਸ ਕਰਨਾ ਚਾਹੁੰਦਾ ਤੁਹਾਡੇ ਇਸ ਮਾਧਿਅਮ ਥਰੂ। ਤੇ ਦੂਸਰਾ, ਅੱਜ ਮਨਮੋਹਨ ਸਿੰਘ ਦੀ ਗੱਲ ਕਰ ਰਹੇ ਸੀਗੇ ਕਿ ਜਦੋਂ ਇਹ ਫਿਲਮ ਬਣੀ ਤੇ ਇਹ ਬਲਦੇਵ ਸਿੰਘ ਹੋਣੀ ਸਾਰੇ ਇਹ ਗਏ ਤਾਂ ਇਹਨਾਂ ਨੇ ਰਾਜਪੂਤ ਸਾਹਿਬ ਨੇ ਫਿਲਮ ਦੇਖੀ ਹੋ ਤੇ ਇਹ ਪਿੱਛੇ ਬੈਠੇ ਸੀ, ਉਹ ਅੱਗੇ ਬੈਠੇ ਸੀ। ਤੇ ਕਹਿੰਦੇ ਜਦੋਂ ਫਿਲਮ ਖਤਮ ਹੋਈ ਤੇ ਉਹ ਸਾਨੂੰ ਕਹਿੰਦੇ ਮੁੰਡਿਓ ਆ ਜਾਓ, ਅੱਗੇ ਆ ਜਾਓ। ਤੇ ਕਹਿੰਦੇ ਅਸੀਂ ਅੱਗੇ ਚਲੇ ਗਏ ਤੇ ਉਹ ਕਹਿੰਦੇ ਉਹਨਾਂ ਅੱਖਾਂ 'ਚ ਆਂਸੂ ਸੀ ਤੇ ਕਹਿੰਦੇ ਮੁੰਡਿਓ ਤੁਹਾਨੂੰ ਪਤਾ ਤੁਸੀਂ ਕੀ ਬਣਾ ਲਿਆ ਹੈ। ਸੋ ਏਦਾਂ ਦੇ ਜਿਹੜੇ ਗ੍ਰੇਟ ਫਿਲਮ ਮੇਕਰਸ ਹੋਏ ਆ, ਉਹਨਾਂ ਦੀ ਇੰਨੀ ਰੈਕਗਨੀਸ਼ਨ ਇਸ ਫਿਲਮ ਬਾਰੇ ਹੈਗੀ ਹੈ। ਦੈਟਸ ਵਨ ਆਫ ਦ ਰੀਜ਼ਨਸ ਕਿ ਮੈਂ ਇਹ ਕੰਮ ਬਿੜਾ ਚੁੱਕਿਆ ਔਰ ਮੈਂ ਸਮਝਦਾ ਕਿ ਦਿਸ ਵਿਲ ਬੀ ਅ ਲੈਂਡਮਾਰਕ ਇਨ ਦੀ ਹਿਸਟਰੀ ਆਫ ਪੰਜਾਬੀ ਸਿਨੇਮਾ। ਮੈਂ ਇੰਨੀ ਗੱਲ ਕਹਿਣੀ ਸੀ। ਥੈਂਕ ਯੂ ਵੈਰੀ ਮਚ। ਬਲਦੇਵ ਭਾਜੀ ਤੁਸੀਂ? ਮੈਂ ਕਹਿੰਦਾ ਸੀ ਜੀ ਕਿ ਮੈਂ ਦੇਖਣਾ ਚਾਹੁੰਦਾ ਕਿ ਨਵੀਂ ਜਨਰੇਸ਼ਨ ਜ਼ਰੂਰ ਇਸ ਫਿਲਮ ਨੂੰ ਦੇਖੇ। ਪਤਾ ਨਹੀਂ ਮੇਰੀ ਕੀ ਹੈ ਇਹ, ਕਿਉਂਕਿ ਜਦੋਂ ਡਿਫਰੈਂਸ ਹੈ ਨਾ ਜਿਹੜਾ ਸਿਨੇਮੇ ਦਾ, ਕਿ ਅੱਜ ਦੇ ਸਿਨੇਮੇ ਦਾ ਤੇ ਪੁਰਾਣੇ ਸਿਨੇਮੇ ਦਾ ਡਿਫਰੈਂਸ ਹੈ, ਸਿੰਸੀਅਰਿਟੀ ਦਾ ਡਿਫਰੈਂਸ ਹੈ। ਅੱਜ ਕੀ ਬਣ ਰਿਹਾ, ਪਿਛਲੀ ਫਿਲਮਾਂ ਕੀ ਬਣ ਰਿਹਾ, ਤੇ ਉਹ ਜ਼ਰੂਰ ਬਹੁਤ ਚੰਗੀ ਤਰ੍ਹਾਂ ਸਮਝ ਆਏਗਾ ਉਹਨਾਂ ਨੂੰ। ਸੋ ਜਿਨ੍ਹਾਂ ਨੇ ਜਿਹੜੇ 40 ਤੋਂ ਉੱਪਰ ਨੇ, ਜਿਨ੍ਹਾਂ ਨੇ ਦੇਖਿਆ ਨਹੀਂ, ਪਹਿਲੇ ਫਿਲਮ ਦੇਖਿਆ, ਉਹ ਤਾਂ ਦੇਖਣ। ਪਰ ਮੈਂ ਚਾਹੁੰਦਾ ਵੀ ਜਿਹੜੀ ਨਵੀਂ ਜਨਰੇਸ਼ਨ ਹੈ ਉਹ ਜ਼ਰੂਰ ਇਸ ਫਿਲਮ ਨੂੰ ਦੇਖ ਲਵੇ, ਸੋ ਦੈਟ ਕਿ ਉਹਨਾਂ ਨੂੰ ਪਤਾ ਲੱਗੇ ਕਿ ਡਿਫਰੈਂਸ ਕੀ ਹੈ। ਬਿਲਕੁਲ ਬੇਸਿਕਲੀ ਤਾਂ ਜੀ ਉਹਨਾਂ ਲਈ ਉਹ ਬਣਾਈ ਗਈ ਹੈ ਇਹ, ਕਿ ਉਹਨਾਂ ਲਈ ਬਣਾਈ ਗਈ। ਅਪਗ੍ਰੇਡ ਵੀ ਇਸੇ ਕਰਕੇ ਕੀਤੀ ਗਈ ਕਿ ਉਹਨਾਂ ਦੀ ਜੀ ਟੈਕਨੀਕ ਦਾ ਟੇਸਟ ਤਾਂ ਉਹਨਾਂ ਨੂੰ ਉੱਪਰ ਆਉਣ ਲੱਗੇ। ਹਾਂਜੀ चित्रार्थ जी, तुसी भी इस मूवमेंट पे कुछ कहो। मैं भी ये बात कहना चाहूंगा कि इस फिल्म में एक बड़ा इनहेरेंट हिडन मैसेज है, जो अक्सर ये कहा जाता है कि एन आई फॉर एन आई, और बहुत सी पंजाबी फिल्में बदले को लेकर बनी है, बदले के जज्बे को लेकर बनी है। लेकिन ये फिल्म जो है ये कहती है, वो उसको फॉलो करते हैं कि एन आई फॉर एन आई अगर होगा तो सब लोग अंधे हो जाएं। मतलब इसमें जो एक हिडन मैसेज है कि वो रमा भी क्लाइमेक्स पे कहती है कि 10-20 साल मैं की खट्टिया। तो एवरीबॉडी हर रिवेंज में जिसको मारा जाता है उसके पीछे कहीं ना कहीं उसकी एक माँ होती है, और ये जो माँओं का जो दर्द है ना, वो इस पिक्चर में निकल के आया है। और ये जो है, ये इस बात को समझना एक, मतलब इट्स ए वेरी इनहेरेंटली नॉन वायलेंट फिल्म। एक ऐसा मैसेज दे के जाती है आपको कि जो मुझे लगता है कि आज की जनरेशन को बहुत ज्यादा जरूरी है जी। ऐसे टाइम पे जबकि बहुत ज्यादा वायलेंस और खून खराबा और एनिमोसिटी सारे सोसाइटी में आई हुई है, ऐसे टाइम पे ऐसी फिल्म बहुत कुछ कह सकती है। इसलिए मैं चाहता हूँ ये फिल्म लोग देखेंगे तो इसको, अगर ये मैसेज चला गया तो हमारी जो मेहनत है वो सफल हो जाएगी। जी शुक्रिया। प्रोफेसर प्रीतम सिंह जी। अनम्यूट कर लो सर, अनम्यूट कर लो जी। हाँ, जो चित्रार्थ होरां ने गल कीती है, मैंने लगता कि बहुत खूबसूरत गल कीती है, क्योंकि ये फिल्म मैं जदों प्रीमियर होया लंडन दे विच 14 मई नूं तां अपनी बेटी नाल देखिया, जिहने कि और जम्मी भी नहीं सी जदों ये फिल्म आई है, जदों मैं पहली बार देखी सी। ते वो फिल्मां च भी इंटरस्टेड है, सिमरन दी भी दोस्त है, ਉਹਦਾ ਹਸਬੈਂਡ ਅੰਗਰੇਜ਼ ਆ, ਉਹ ਵੀ ਸਿਮਰਨ ਦਾ ਦੋਸਤ ਹੈ। ਤੇ
ਉਹਦੇ 'ਚ ਅਸੀਂ ਦੋਨਾਂ ਨੇ ਕਿਹਾ ਕਿ ਜਿਹੜਾ ਫਿਲਮ ਦਾ ਲਾਸਟ ਸੀਨ ਹੈ ਉਹ ਬਹੁਤ ਕਮਾਲ ਹੈ, ਜਿਹਦੇ 'ਚ ਫਰਗਿਵਨੈਸ ਹੈ। ਜਿਹੜਾ ਰਿਵੈਂਜ ਲੈਣਾ ਹੈ ਉਹਨੂੰ ਟ੍ਰਾਂਸੈਂਡ ਕਰ ਗਈ ਫਿਲਮ। ਉਸ ਲਾਸਟ ਸੀਨ ਦੇ ਵਿੱਚ ਉਹ ਟ੍ਰਾਂਸੈਂਡ ਮਤਲਬ ਇੱਕ ਤਾਂ ਇਸ ਗੱਲੋਂ ਕੀਤੀ ਕਿ ਉਹ ਫਰਗਿਵਨੈਸ ਆਪਣੀ ਉਸ ਲਵਰ ਤੋਂ ਲੈਂਦਾ ਹੈ, ਰਮਾ ਵਿਜ ਤੋਂ ਲੈਂਦਾ ਹੈ, ਜਿਹਨੂੰ ਉਹਨੇ ਛੱਡਿਆ ਸੀ ਔਰ ਉਹਨੂੰ ਦੋਸ਼ੀ ਸਮਝਦਾ ਸੀ ਕਿ ਸ਼ੀ ਹੈਜ਼ ਬੀਨ ਰੇਪਡ। ਔਰ ਬਾਕੀ ਉਹ ਜਿਹੜਾ ਬੱਚਾ ਪੈਦਾ ਹੋਇਆ ਰਾਜ ਬੱਬਰ, ਉਹਨੂੰ ਅਡਾਪਟ ਕਰਦਾ। ਇਹ ਇੱਕ ਬੜੀ ਹਿਸਟੋਰਿਕ ਗੱਲ ਸੀ ਸਾਡੇ ਪੰਜਾਬੀ ਕਲਚਰ ਦੇ ਵਿੱਚੋਂ ਕਿ ਰੇਪ ਤੋਂ ਪੈਦਾ ਹੋਏ ਬੱਚੇ ਨੂੰ ਜੈਨੂਅਲੀ ਉਹ ਅਡਾਪਟ ਕਰਦਾ ਆਪਣਾ ਬੇਟਾ, ਔਰ ਉਹ ਔਰਤ ਹੈ ਜਿਹੜੀ ਆਪਣੇ ਬੇਟੇ ਨੂੰ ਔਰ ਆਪਣੇ ਲਵਰ ਨੂੰ, ਜਿਹੜਾ ਉਹਦਾ ਹਸਬੈਂਡ ਸੀ, ਉਹਨੂੰ ਅਡਾਪਟ ਕਰਕੇ। ਤਾਂ ਉਹ ਜਿਹੜਾ ਮੈਸੇਜ ਹੈ ਬਹੁਤ ਕਮਾਲ ਦਾ ਸੀਗਾ, ਉਹ ਹਿਸਟੋਰਿਕ ਹੈ, ਉਹ ਹਿਸਟੋਰਿਕ ਕੰਟਰੀਬਿਊਸ਼ਨ ਹੈ। ਦੂਜੀ ਇੱਕ ਮੈਂ ਹੋਰ ਗੱਲ ਸ਼ੇਅਰ ਕਰਨੀ ਚਾਹਾਂਗਾ ਕਿ ਤਾਨੀਆ ਮੇਰੀ ਬੇਟੀ ਨੇ ਜਦੋਂ ਅਸੀਂ ਨਾ ਫਿਲਮ ਦੇਖੀ ਤਾਂ ਮੈਨੂੰ ਇੱਕ ਹੋਰ ਵੀ ਐਕਸਪੀਰੀਅੰਸ ਯਾਦ ਆਇਆ ਪੰਜਾਬੀ ਡਾਇਸਪੋਰਾ ਦਾ, ਕਿਉਂਕਿ ਉਹ ਅੰਗਰੇਜ਼ ਮੁੰਡੇ ਨੇ ਵਿਆਹੀ ਹੈ। ਤਾਂ ਅੰਗਰੇਜ਼ ਮੁੰਡੇ ਨੇ ਪੰਜਾਬੀ ਸਿੱਖੀ ਔਰ ਉਹਨੇ ਪ੍ਰੋਪਰ ਯੂਨੀਵਰਸਿਟੀ ਜਾ ਕੇ ਪੰਜਾਬੀ ਸਿੱਖੀ। ਤੇ ਇੱਕ ਦਿਨ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਵੀ ਐਲੈਕਸ ਕੌਣ ਸਿੱਖ ਰਿਹਾ ਪੰਜਾਬੀ? ਉਹ ਕਹਿੰਦਾ 20 ਮੁੰਡੇ ਆ, 20 ਮੁੰਡੇ ਕੁੜੀਆਂ ਨੇ ਜਿਹੜੇ ਪੰਜਾਬੀ ਸਿੱਖ ਰਹੇ ਨੇ। ਮੈਂ ਕਿਹਾ ਕੌਣ ਨੇ ਉਹ 20? ਉਹ ਕਹਿੰਦਾ ਜੋ 10 ਤਾਂ ਉਹ ਨੇ ਜਿਹੜੇ ਕਿ ਪਿੱਛੋਂ ਪੰਜਾਬੀ ਸਿੱਖ ਬੈਕਗਰਾਉਂਡ ਨੂੰ ਬਿਲੋਂਗ ਕਰਦੇ ਆ। 10 ਕਹਿੰਦਾ ਮੇਰੇ ਵਰਗੇ ਆ, ਜਾਂ ਤਾਂ ਸਿੱਖ ਕੁੜੀ ਨਾਲ ਵਿਆਹ ਕਰਾ ਰਹੇ ਜਾਂ ਸਿੱਖ ਮੁੰਡੇ ਨਾਲ ਵਿਆਹ ਕਰਾ ਰਹੇ, ਕਹਿੰਦਾ। ਤੇ ਉਹਨੇ ਉਹ ਪੰਜਾਬੀ ਹੁਣ ਤਾਨਿਆਂ ਨਾਲੋਂ ਵੀ ਵਧੀਆ ਜਾਣਦਾ ਹੈ। ਫਿਰ ਉਹਨੇ ਆਪਣੀ ਮਾਂ ਨੂੰ ਕਿਹਾ ਕਿ ਮੈਂ ਤਾਂ ਇੱਥੇ ਵਿਆਹ ਕਰਾਉਣ ਲੱਗਾ, ਤੂੰ ਪੰਜਾਬੀ ਸਿੱਖ। ਤੇ ਜਿਹੜਾ ਪੰਜਾਬੀ ਡਾਇਸਪੋਰਾ ਦੀ ਇੱਕ ਨਵੀਂ ਡਿਮੈਂਸ਼ਨ ਕ੍ਰੀਏਟ ਹੋ ਰਹੀ ਹੈ ਜਿਹੜੀ ਮੈਰਿਜ ਦੇ ਵਿੱਚੋਂ ਔਰ ਉਹ ਪੰਜਾਬੀ ਲੈਂਗੁਏਜ ਨੂੰ ਅੱਗੇ ਪ੍ਰਮੋਟ ਕਰ ਰਹੀ ਹੈ, ਔਰ ਉਹਦੇ ਚੋਂ ਇੱਕ ਨਵੀਂ ਇੱਕ ਅਵੇਅਰਨੈਸ ਪੈਦਾ ਹੋਏਗੀ। ਔਰ ਮੈਂ ਇਹੀ ਕਹੂੰਗਾ ਕਿ ਨਵੀਂ ਜਨਰੇਸ਼ਨ ਜ਼ਰੂਰ ਦੇਖੇ। ਮੈਨੂੰ ਨਵੀਂ ਜਨਰੇਸ਼ਨ ਵਾਸਤੇ ਹੋਰ ਵੀ ਇੰਪੋਰਟੈਂਟ ਹੈ, ਪਰ ਪੁਰਾਣੀ ਜਨਰੇਸ਼ਨ ਨੂੰ ਵੀ ਇਹਦੇ 'ਚ ਬਹੁਤ ਮਜ਼ਾ ਆਏਗਾ। ਜਦੋਂ ਦੁਬਾਰਾ ਦੇਖਣਗੇ ਤਾਂ ਨਵੇਂ ਦੇਖਣਗੇ, ਇਹਨਾਂ ਦਾ ਸ਼ੁਕਰਗੁਜ਼ਾਰ ਕਰਨਗੇ ਕਿ ਉਸ ਫਿਲਮ ਨੂੰ ਇਹਨਾਂ ਨੇ ਦੁਬਾਰਾ ਲਿਆਂਦਾ ਹੈ। So we welcome that. It's a great contribution and we are hoping that will be great success. The sequel ਨੂੰ ਹੋਰ ਵੀ ਇਹ ਇੰਸ਼ਾਅੱਲਾ ਸ਼ਰੀ ਦੇਵੇਗਾ। ਜੀ ਹਰਜੀਤ ਜੀ। ਬਹੁਤ ਹੀ ਸਾਡੇ ਲਈ ਸਾਰਿਆਂ ਲਈ ਹਿਸਟੋਰੀਕਲ ਮੂਮੈਂਟ ਹੈ ਇਹ, ਕਿਉਂਕਿ ਇਸ ਕਿਸਮ ਨਾਲ ਪੰਜਾਬ ਦੀ ਇੱਕ ਸ਼ਾਹਕਾਰ ਫਿਲਮ ਜਦੋਂ ਦੁਬਾਰਾ ਜਾਊਗੀ ਤੇ ਅੱਜ ਦੀ ਜਨਰੇਸ਼ਨ ਵੀ ਦੇਖੂਗੀ ਤਾਂ ਜਿੱਦਾਂ ਸਾਨੂੰ ਇਹਨੇ ਇੰਸਪਾਇਰ ਕੀਤਾ ਸੀ ਕਿਸੇ ਵੇਲੇ, ਹੋਰ ਵੀ ਬਹੁਤ ਸਾਰੇ ਲੋਕਾਂ ਨੂੰ ਇੰਸਪਾਇਰ ਕਰੂਗੀ। ਤੇ ਮੇਰੇ ਲਈ ਤੇ ਪਰਸਨਲੀ ਵੀ ਬੜਾ ਖੁਸ਼ੀ ਦਾ ਟਾਈਮ ਹੈ। ਜਿੱਦਾਂ ਮੈਂ ਦੱਸਿਆ, ਬਲਦੇਵ ਜੀ ਮਤਲਬ ਸਾਡੇ ਕਹਿ ਲਓ ਸੀਨੀਅਰ ਨੇ, ਸਾਡੇ ਸ਼ਹਿਰ ਦੇ ਨੇ, ਸਾਡੇ ਡਿਪਾਰਟਮੈਂਟ ਦੇ ਨੇ, ਫਿਲਮ ਫਟੈਂਟੀ ਤੋਂ ਨੇ। ਤੇ ਸਾਡਾ ਤਾਂ ਮਤਲਬ ਪਰਸਨਲੀ ਸਾਨੂੰ ਤਾਂ ਮਾਣ ਆ, ਜਿੱਦਾਂ ਜਗਰਾਉਂ ਵਾਲੇ ਅਸੀਂ ਹੈਗੇ ਹਾਂ ਸਾਰੇ। ਸੋ ਬਹੁਤ ਖੁਸ਼ੀ ਦਾ ਮੌਕਾ ਸਾਡੇ ਲਈ। ਔਰ ਮੈਂ ਸਿੱਧੂ ਸਾਹਿਬ ਦਾ ਤੇ ਸਿਮਰਨ ਦਾ ਦੋਨਾਂ ਦਾ ਬਹੁਤ ਥੈਂਕਸ ਕਰਦਾ ਕਿ ਉਹਨਾਂ ਨੇ ਇਹ ਉਪਰਾਲਾ ਜਿਹੜਾ ਹੈ ਇਹ ਕੀਤਾ। ਤੇ ਚਿਤਰਾਕ ਜੀ, ਮਨਮੋਹਨ ਜੀ ਤੇ ਬਲਦੇਵ ਜੀ ਦਾ ਤਾਂ ਥੈਂਕਸ ਕਰਨਾ ਹੀ ਹੈ, ਉਹ ਤੇ ਬਾਈ ਡਿਫਾਲਟ ਹੀ ਹੈਗਾ, ਕਿਉਂਕਿ ਉਹਨਾਂ ਨੇ ਸਾਨੂੰ ਇੰਸਪਾਇਰ ਕੀਤਾ। ਤੇ ਮੈਂ ਵੀ ਚਲੋ ਇੱਕ ਅਲੱਗ ਤਰ੍ਹਾਂ ਦਾ ਸਿਨੇਮਾ ਬਣਾ ਰਿਹਾ ਤੇ ਉਹਦੀ ਜਿਹੜੀ ਕਹਿ ਲਓ ਕਿ ਬੂਟਾ ਉੱਥੋਂ ਹੀ ਚੰਦ ਪ੍ਰਦੇਸੀ ਤੋਂ ਲੱਗਿਆ। ਤੇ ਮੇਰੇ ਲਈ ਪਰਸਨਲੀ ਬੜਾ ਇਹ ਮਤਲਬ ਇੰਪੋਰਟੈਂਟ ਟਾਈਮ ਹੈਗਾ। ਤੇ ਮੈਂ ਵੀ ਕੋਸ਼ਿਸ਼ ਕਰਾਂਗਾ ਕਿ ਜਿੰਨੇ ਵੀ ਵੱਧ ਤੋਂ ਵੱਧ ਲੋਕਾਂ ਨੂੰ ਇਹਦੇ ਬਾਰੇ ਦੱਸ ਸਕਾਂ ਕਿ ਜਾਓ ਤੇ ਇਸ ਫਿਲਮ ਨੂੰ ਦੇਖੋ, ਜ਼ਰੂਰ ਕੋਸ਼ਿਸ਼ ਕਰਾਂਗਾ। ਜੀ ਸਿਮਰਨ, ਤੁਹਾਡਾ ਲਾਸਟ ਵਿੱਚ ਪੁਆਇੰਟ। ਲਾਸਟ ਚੀਜ਼ ਮੈਂ ਬਸ ਇੱਕ ਗੁਰੂ ਨਾਨਕ ਸਾਹਿਬ ਦਾ ਆਪਣਾ ਰਿਮਾਈਂਡ ਕਰਾਂਗੇ। ਅਸੀਂ ਕਰ ਰਹੇ ਟੌਪਿਕ ਡਾਇਸਪੋਰਾ ਬਾਰੇ। ਗੁਰੂ ਨਾਨਕ ਸਾਹਿਬ ਨੇ ਡਾਇਸਪੋਰਾ ਬਾਰੇ ਵੀ ਗੱਲ ਕੀਤੀ ਆ। ਉਹਨਾਂ ਨੇ ਈਵਨ ਉਹ ਇੱਕ ਪਿੰਡ ਗਏ ਸੀਗੇ ਭਾਈ ਮਰਦਾਨਾ ਦੇ ਨਾਲ, ਤੇ ਉਹਦੇ ਜਿਹੜੇ ਬੰਦੇ ਸੀਗੇ ਬੜੇ ਮਤਲਬ ਘਟੀਆ ਬੰਦੇ, ਭੈੜੇ ਬੰਦੇ ਸੀ। ਤੇ ਉਹਨਾਂ ਨੂੰ ਕਹਿੰਦਾ ਕਿ ਸਭ ਦੇਖੇ, ਹਾਂ ਠੀਕ ਹੈ, ਵਾਸਤੇ ਰਹੋ, ਵੈਰੀ ਗੁੱਡ। ਤੇ ਫਿਰ ਉਹ ਅੱਗੇ ਇੱਕ ਹੋਰ ਪਿੰਡ ਆਇਆ ਜਿਹਦੇ ਬੰਦੇ ਬਹੁਤ ਵਧੀਆ ਸੀ, ਬਹੁਤ ਹੀ ਮਤਲਬ ਵਧੀਆ ਵੈਲਿਊਜ਼ ਵਾਲੇ, ਬੜੇ ਵਧੀਆ ਗੁਣ ਵਾਲੇ। ਤੇ ਉਹਨਾਂ ਨੂੰ ਕਹਿੰਦਾ ਕਿ ਉਜੜੋ, ਨਿਕਲ ਜਾਓ ਉੱਥੋਂ। ਤੇ ਥੋੜੇ ਸਮੇਂ ਬਾਅਦ ਆਪਣੇ ਭਾਈ ਮਰਦਾਨਾ ਜੀ ਪੁੱਛਦੇ ਗੁਰੂ ਨਾਨਕ ਸਾਹਿਬ ਨੂੰ ਕਿ ਤੁਸੀਂ ਇਵੇਂ ਕਿਉਂ ਕੀਤਾ? ਜਿਹੜੇ ਚੰਗੇ ਬੰਦੇ ਨੂੰ ਤੁਸੀਂ ਪਛਾੜ ਦਿੱਤਾ, ਤੁਸੀਂ ਕਹਿੰਦੇ ਤੁਸੀਂ ਜਾਓ। ਕਹਿੰਦੇ ਜਿਹੜੇ ਉਹ ਮਾੜੇ ਬੰਦੇ ਆ, ਅਸੀਂ ਚਾਹੁੰਦੇ ਆ ਕਿ ਉਹ ਇੱਕ ਪਾਸੇ ਰਹਿਣ ਤੇ ਆਊਟ ਆਫ ਦੀ ਵੇ ਰਹਿਣ। ਪਰ ਕਹਿੰਦੇ ਜਿਹੜੇ ਚੰਗੇ ਬੰਦੇ ਆ ਉਹਨਾਂ ਨੂੰ ਮਤਲਬ ਦੁਨੀਆ ਦੇ ਵਿੱਚ ਮਤਲਬ ਵਿਛੜਨਾ ਚਾਹੀਦਾ। they should spread, ਉਹਨਾਂ ਦਾ ਜਿਹੜਾ ਗੁਣ ਹੈ it should spread, they should spread to new places। ਜਿਹੜਾ ਸਾਡਾ ਭਾਰਤ ਦਾ ਜਿਹੜਾ ਆਜ਼ਾਦੀ ਲਹਿਰ ਹੈ ਉਹ ਸਾਰਾ ਬਾਹਰੋਂ ਹੀ ਸ਼ੁਰੂ ਹੋਇਆ, ਠੀਕ ਹੈ ਨਾ।
ਸੋ ਜਿਹੜਾ ਡਾਇਸਪੋਰਾ ਦਾ ਜਿਹੜਾ ਰੋਲ ਹੈ ਉਹ ਬਹੁਤ ਜ਼ਿਆਦਾ ਅਹਿਮ ਹੈ, ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਇਤਿਹਾਸਿਕ ਹੈ। ਸੋ ਉਹ ਮਾਡਲ ਸਾਡੇ ਸਾਹਮਣੇ ਆ, ਤੇ ਭਾਵੇਂ ਇਟਸ ਇਨਹੈਰੈਂਟ ਟੂ ਸਿੱਖੀ, ਇਟਸ ਇਨਹੈਰੈਂਟ ਟੂ ਪੰਜਾਬੀਅਤ, ਇਟਸ ਇਨਹੈਰੈਂਟ ਟੂ ਭਾਰਤੀ ਵਰਸ਼ਾਂ ਵਾਸਤੇ, ਇਟਸ ਐਨ ਇਨਹੈਰੈਂਟ ਪਾਰਟ ਆਫ ਆਵਰ ਕਲਚਰ ਐਂਡ ਆਵਰ ਥਿੰਕਿੰਗ। ਸੋ ਇਹ ਸਾਡੀ ਖਾਸੀਅਤ ਹੈ। ਐਂਡ ਆਈ ਵੁੱਡ ਸੇ ਕਿ ਜਿਹੜੀ ਚੰਦ ਪਰਦੇਸੀ ਤੇ ਚੰਦ ਪਰਦੇਸੀ ਪਾਰਟ 2 ਜਿਹੜੀ ਹੋਵੇਗੀ, I hope ਕਿ ਉਹ ਇਸ ਚੀਜ਼ ਦਾ ਇੱਕ ਛੋਟਾ ਹਿੱਸਾ ਬਣ ਸਕਣ। ਜੀ ਧਰਮਜੀਤ, ਤੁਹਾਡੇ ਮਨ 'ਚ ਕੋਈ ਗੱਲ ਹੈ? ਜੀ ਸਰ, ਥੈਂਕ ਯੂ। ਬਹੁਤ ਵਧੀਆ, ਅੱਜ ਦੀ ਵਿਚਾਰ ਚਰਚਾ ਬਹੁਤ ਖੂਬਸੂਰਤ ਰਹੀ, ਬੜਾ ਸੁਣ ਕੇ ਸਾਰਿਆਂ ਨੂੰ ਬਹੁਤ ਆਨੰਦ ਆਇਆ। ਡਾਕਟਰ ਸੁਰਜੀਤ? ਓਕੇ, ਮੈਂ ਨਾ ਜੀ ਜਿਸ ਜਗ੍ਹਾ ਤੇ ਰਹਿਣਾ ਤੇ ਮੈਂ ਉਸ ਗਰੁੱਪ ਦੇ ਵਿੱਚ ਅੱਜ ਦੀ ਚਰਚਾ ਬਾਰੇ ਕਾਰਡ ਪਾਇਆ ਸੀ, ਤੇ ਇੱਕ ਜਾਣੇ ਦਾ ਉੱਥੇ ਮੈਸੇਜ ਆਇਆ, ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ। ਮੈਂ ਛੋਟਾ ਹਿੱਸਾ ਕਰੂੰਗਾ, ਲੰਬਾ ਮੈਸੇਜ ਹੈ ਕਾਫੀ। ਉਹ ਲਿਖਦੇ ਨੇ ਕਿ ਇਹ ਫਿਲਮ ਸ਼ਾਇਦ 1981-82 ਵੇਲੇ ਆਈ ਸੀ, ਤੇ ਮੈਨੂੰ ਯਾਦ ਹੈ ਕਿ ਮੈਂ 2 ਮਹੀਨੇ ਦੀ ਛੁੱਟੀ ਆਇਆ ਹੋਇਆ ਸੀ, ਸੂਬੇਦਾਰ ਸੀ ਆਰਮੀ ਦੇ ਵਿੱਚ, 2 ਮਹੀਨੇ ਦੀ ਛੁੱਟੀ ਆਇਆ ਹੋਇਆ ਸੀ, ਅਤੇ ਸਮਾਣੇ ਦੇ ਅਜੰਤਾ ਸਿਨੇਮੇ ਵਿੱਚ ਇਹ ਫਿਲਮ ਸ਼ਾਇਦ ਮੈਂ 3 ਵਾਰ ਦੇਖੀ ਸੀ। ਬਹੁਤ ਹੀ ਵਧੀਆ ਲੱਗੀ। ਇਸ ਵਿੱਚ ਪਿੰਡਾਂ ਵਿਚਲੀਆਂ ਪਛੜੀਆਂ ਜਾਤਾਂ ਦੀਆਂ ਔਰਤਾਂ ਉੱਤੇ ਅਖੌਤੀ ਉੱਚੀਆਂ ਜਾਤਾਂ ਦੇ ਠੇਕੇਦਾਰਾਂ ਵੱਲੋਂ ਸਰੀਰਕ ਸ਼ੋਸ਼ਣ ਤੋਂ ਲੈ ਕੇ ਹਰ ਕਿਸਮ ਦੇ ਜ਼ੁਲਮ ਦਾ ਚਿੱਤਰਣ ਬਾਖੂਬੀ ਕੀਤਾ ਗਿਆ। ਤੇ ਮੈਨੂੰ ਬਹੁਤ ਹੀ ਕਹਿੰਦੇ ਵੀ, ਮੈਨੂੰ ਬਾਅਦ 'ਚ ਫੋਨ ਆਇਆ, ਕਹਿੰਦੇ ਤੁਸੀਂ ਬਹੁਤ ਚੰਗਾ ਕੀਤਾ, ਤੇ ਮੈਨੂੰ ਪਤਾ ਲੱਗਿਆ ਕਿ ਫਿਲਮ ਰਿਲੀਜ਼ ਹੋ ਰਹੀ ਹੈ। ਤੇ ਅੰਤ ਦੇ ਵਿੱਚ ਮੈਂ ਇਹੀ ਕਹਿਣਾ ਚਾਹੂੰਗਾ ਸਾਰੇ ਸਰੋਤਿਆਂ ਨੂੰ ਕਿ ਤੁਸੀਂ ਜਾਓਗੇ ਤਾਂ ਇਹ ਫਿਲਮ ਤੁਹਾਡੇ ਜੀਵਨ ਦੇ ਵਿੱਚ, ਤੁਹਾਡੀ ਸੋਚ ਦੇ ਵਿੱਚ ਇੱਕ ਨਿੱਘਰ ਵਾਧਾ ਕਰੂਗੀ। ਇਸ ਵਿਚਲਾ ਮਿਊਜ਼ਿਕ, ਇਸ ਵਿਚਲੇ ਅਦਾਕਾਰਾਂ ਦੁਆਰਾ ਕੀਤੀ ਅਦਾਕਾਰੀ, ਇਸ ਵਿਚਲਾ ਲੋਕੇਲ, ਜਿਸ ਤਰ੍ਹਾਂ ਦੀਆਂ ਥਾਵਾਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ, ਜਿਸ ਤਰ੍ਹਾਂ ਦੀਆਂ ਆਵਾਜ਼ਾਂ ਮਿਲਣਗੀਆਂ, ਉਹ ਤੁਹਾਡੇ ਲਈ ਇੱਕ ਅਗੰਮੀ ਅਲੱਗ ਤਰ੍ਹਾਂ ਦਾ ਅਨੁਭਵ ਹੋਊਗਾ। ਤੇ ਤੁਸੀਂ ਜ਼ਰੂਰ ਜਾਇਓ ਇਸ ਫਿਲਮ ਨੂੰ ਦੇਖਣ ਲਈ, ਤੇ ਨਵੀਂ ਪੀੜ੍ਹੀ ਲਾਜ਼ਮੀ ਤੌਰ ਤੇ ਦੇਖੇ, ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਪੰਜਾਬੀ ਸਿਨੇਮਾ ਸਾਡੇ ਵਿਰਸੇ ਦੇ ਵਿੱਚ ਇੰਨਾ ਖੂਬਸੂਰਤ ਸਿਨੇਮਾ ਵੀ ਪਿਆ। ਤੇ ਹਾਂਜੀ, ਡਾਕਟਰ ਚੰਨ ਸਿੰਘ ਸਿੱਧੂ ਜੀ, ਕੁਛ ਕਹਿਣਾ ਚਾਹੋ? ਹਾਂਜੀ, ਮੈਂ ਜਿਹੜੇ ਤੁਸੀਂ ਲੈਟਰ ਪੜ੍ਹਿਆ ਹੈ ਉਹਨੂੰ ਮੈਂ ਥੋੜਾ ਜਿਹਾ ਕਲੈਰੀਫਾਈ ਕਰਨਾ ਚਾਹੁੰਦਾ ਹੈ ਕਿ ਇਹ ਜਿਹੜੀ ਸਟੋਰੀ ਆ, ਇਹਦੇ ਵਿੱਚ ਦਲਿਤ ਇਸ਼ੂ ਨਹੀਂ ਹੈਗਾ। ਹਾਂਜੀ, ਇਹ ਹੈਗਾ ਕਿ ਇੱਕ ਜ਼ਗੀਰਦਾਰ ਆ, ਵੱਡਾ ਕਿਸਾਨ ਆ, ਇੱਕ ਤੁਹਾਨੂੰ ਪਤਾ ਆਪਣੇ ਪਿੰਡਾਂ ਦੇ ਵਿੱਚ ਅੱਜ ਵੀ ਉਹ ਕਿਸਾਨ ਆ, ਆਪਣੇ ਆਪ ਨੂੰ ਕਹਿੰਦੇ ਆ, ਪਰ ਉਹਨਾਂ ਕੋਲ ਜ਼ਮੀਨ ਬਹੁਤ ਥੋੜੀ ਆ ਜਾਂ ਹੈ ਹੀ ਨਹੀਂ। ਸੋ ਐਕਚੁਅਲੀ ਉਹ ਸਟੋਰੀ ਸੀਗੀ, ਇਹਦੇ ਵਿੱਚ ਦਲਿਤ ਐਂਗਲ ਨਹੀਂ ਹੈਗਾ, ਕਿਉਂਕਿ ਉਹ ਬੰਦਾ ਜਿਹੜਾ ਆ ਉਹ ਜ਼ਮੀਨ ਕਰਕੇ ਹੀ ਸਭ ਕੁਝ ਕਰਦਾ ਆ। ਉਹ ਜ਼ਮੀਨ ਵਾਸਤੇ ਮਿਹਨਤ ਕਰਦਾ, ਜ਼ਮੀਨ ਬਣਾਉਣੀ ਚਾਹੁੰਦਾ ਹੈ, ਲੇਕਿਨ ਉਹ ਇੱਕ ਬਹੁਤ ਵੱਡੇ ਕਿਸਾਨ ਦੀ, ਜ਼ਗੀਰਦਾਰ ਦੀ, ਤੇ ਇੱਕ ਛੋਟੇ ਕਿਸਾਨ ਦਾ, ਜਾਂ ਜਿਹੜਾ ਲੈਂਡਲੈਸ ਫਾਰਮਰ ਕਹਿ ਲਓ, ਉਹਨਾਂ ਦੀ ਸਟੋਰੀ ਆ। ਸੋ ਇਹ ਮੇਰੇ ਖਿਆਲ ਦਲਿਤ ਇਸ਼ੂ ਨਹੀਂ ਹੈ। ਹਾਂਜੀ, ਸੋ ਲੋਕ ਇਹ ਵੀ ਤਾਂ ਹੈ ਜੀ, ਲੋਕ ਆਪਣੀ ਤਰ੍ਹਾਂ ਨਾਲ ਚੀਜ਼ਾਂ ਨੂੰ ਪੜ੍ਹਦੇ ਆ, ਖਾਸ ਤੌਰ ਤੇ ਮੈਮਰੀ ਲੇਨ ਦੇ ਵਿੱਚੋਂ। ਜਿਸ ਬੰਦੇ ਨੇ 40 ਸਾਲ ਪਹਿਲਾਂ ਫਿਲਮ ਦੇਖੀ ਆ, ਤੇ ਉਹਦੀ ਮੈਮਰੀ ਦੇ ਵਿੱਚ ਇਹ ਤਾਂ ਹੈਗੀ ਖੂਬਸੂਰਤ ਫਿਲਮ ਆ, ਉਹ ਕਹਾਣੀ ਕਈ ਵਾਰ ਥੋੜੀ ਇੱਧਰ ਉੱਧਰ ਹੋ ਜਾਂਦੀ ਹੈ। ਲੋਕਾਂ ਦੇ ਚੇਤਨਾ ਦੇ ਵਿੱਚ ਇਹ ਜਿਹੜੀ ਫਿਲਮ ਆ ਉਹ ਵਸੀ ਹੋਈ ਆ। ਤਾਂ ਬਹੁਤ ਬਹੁਤ ਸ਼ੁਭ ਇੱਛਾਵਾਂ ਜੀ, ਸ਼ੁਭ ਕਾਮਨਾਵਾਂ। ਤੁਸੀਂ ਇਸੇ ਤਰ੍ਹਾਂ ਨਾਲ ਕੰਮ ਕਰਦੇ ਰਹੋ। ਤੁਸੀਂ ਵਕਤ ਕੱਢਿਆ ਸਾਰਿਆਂ ਨੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਕਿਸੇ ਹੋਰ ਵਕਤ ਫਿਰ ਮਿਲਾਂਗੇ। ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਜੀ।